ਜਹ ਦੇਖਾ ਤਹ ਰਹਿਆ ਸਮਾਏ, ਨਾਨਕ ਪਾਰੂ ਪਰੈ ਸਚ ਪਾਏ। ਸੋ ਸ਼ਬਦ ਕਾ ਕਹਾ ਵਾਸ ਕਥੀਅਲੇ, ਜਿਤ ਚਰੀਐ ਭਵਜਲ ਸੰਸਾਰੋ। ਤ੍ਰੈ ਸਤ ਅੰਗੁਲ ਵਾਈ ਕਹੀਐ, ਤਿਸ ਕਹ ਕਵਨ ਆਧਾਰੋ। ਭੂਲੇ ਖੇਲੇ ਅਸਥਰ ਹੋਵੈ, ਕਿਉ ਕਰੈ ਲਖ ਲਖਾਏ। ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸਬਦੇ ਸਚ ਲਿਵ ਲਾਗੈ, ਕਰ ਨਦਰੀ ਮੇਲ ਮਲਾਈ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜਹ ਦੇਖਾ ਤਹ ਸੋਈ। ਪਵਨ ਕਾ ਵਾਸਾ ਸੁਨਨ ਵਾਸਾ, ਅਕਲ ਕਲਾ ਧਰ ਸੋਈ। ਨਦਰ ਕਰੇ ਸ਼ਬਦ ਘਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਭਵ ਸਾਗਰ ਤਰੀਐ, ਇਤਿ ਉਤੇ ਕੋ ਜਾਣੈ। ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਤ੍ਰੈ ਸਤ ਅੰਗੁਲ ਵਾਈ ਔਦੂ, ਸੁਨ ਸਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ, ਚੀਨੈ ਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਈ, ਤਾਂ ਮਨ ਚੂਕੈ ਅਹੰਕਾਰੋ। ਅੰਤਰ ਬਾਹਰੇ ਕੋ ਜਾਣੈ, ਤਾਂ ਹਰ ਨਾਮ ਲਗੈ ਪਿਆਰੋ। ਸੁਖਮ ਨਾ ਇੜਾ ਪਿੰਗੁਲਾ ਬੂਝੈ, ਜਾਂ ਆਪੇ ਲਖ ਲਖਾਈ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਮਨ ਕਾ ਜੀਉ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਗਿਆਨ ਕੀ ਮੁੰਦਰਾ ਕਵਨ ਅਵਦੂ, ਸਿੱਧ ਕੀ ਕਵਨ ਕਮਾਈ। ਬਿਨ ਸ਼ਬਦੈ ਰਸ ਨ ਆਵੈ ਔਦੂ, ਹਉਮੈ ਪਿਆਸ ਨ ਜਾਈ। ਸ਼ਬਦ ਰਤੀ ਅੰਮ੍ਰਿਤ ਰਸ ਪਾਇਆ, ਸਾਚੀ ਰਹੇ ਅਗਾਈ। ਕਵਨ ਬੁੱਧ ਜਿਤ ਅਸਥਿਰ ਰਹੀਐ, ਕਿਤ ਭੋਜਨ ਤ੍ਰਿਪਤਾਸੈ। ਨਾਨਕ ਦੁਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨ ਗ੍ਰਾਸੈ। ਰੰਗ ਨ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਬਿੰਦ ਨ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸਚ ਨਾ ਅਰਾਧਿਆ। ਅਕਥ ਕਥਾਲੇ ਸਮ ਕਰ ਰਹੈ, ਤੋ ਨਾਨਕ ਆਤਮ ਰਾਮ ਕਉ ਲਹੈ। ਗੁਰ ਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਗੁਰ ਵਿਚਾਰੀ ਅਗਨ ਨਿਵਾਰੀ, ਅਪਿਓ ਪੀਓ ਆਤਮ ਸੁਖ ਧਾਰੀ। ਸਚ ਅਰਾਧਿਆ ਗੁਰਮੁਖ ਤਰਤਾਰੀ, ਨਾਨਕ ਬੂਝੈ ਕੋ ਵਿਚਾਰੀ। ਇਹੋ ਮਨ ਮੈਗਲ ਕਹਾਂ ਬਸੀਅਲੇ, ਕਹਾਂ ਬਸੈ ਇਹੋ ਪਵਨਾ। ਕਹਾਂ ਬਸੈ ਸੋ ਸ਼ਬਦੇ ਔਦੂ, ਤਾ ਕਾ ਚੁਕੈ ਮਨ ਕਾ ਭਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਆਪੇ ਆਪ ਖਾਏ ਤਾਂ ਨਿਰਮਲ ਹੋਵੈ, ਧਾਵਤ ਵਰਜ ਰਹਾਏ। ਕਿਉ ਮੂਲ ਪਛਾਣੈ ਆਤਮ ਜਾਣੈ, ਕਿਉ ਸਸ ਘਰ ਸੂਰ ਸਮਾਵੈ। ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਇਹ ਮਨ ਨਿਹਚਲ ਹਿਰਦੈ ਵਸੀਅਲੇ, ਗੁਰਮੁਖ ਮੂਲ ਪਛਾਣ ਰਹੈ। ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤ੍ਰੇ ਭਵਨ ਜੋਤ ਸੋ ਸ਼ਬਦ ਲਹੈ। ਖਾਵੈ ਦੂਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਵਿਰਲ ਕੋ ਅਰਥਾਵੈ। ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬਹੂ ਨ ਜਾਵੈ। ਜਾ ਇਹੋ ਹਿਰਦਾ ਦੇਹ ਨ ਹੋਤੀ, ਤਉ ਮਨ ਕੈਠੈ ਰਹਤਾ। ਨਾਭ ਕਮਲ ਅਸਤੰਭ ਨਾ ਹੋਤੋ, ਤਾ ਪਵਨ ਕਵਨ ਘਰ ਸਹਤਾ। ਰੂਪ ਨ ਹੋਤੋ ਰੇਖ ਨ ਕਾਈ, ਤਾਂ ਸ਼ਬਦ ਕਹਾਂ ਲਿਵ ਲਾਈ। ਰਕਤ ਬਿੰਦ ਕੀ ਮੜੀ ਨ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਅਸਰੂਪ ਨਾ ਜਾਪੀ, ਕਿਉ ਕਰ ਜਾਪਸ ਸਾਚਾ। ਨਾਨਕ ਨਾਮ ਰਤੈ ਬੈਰਾਗੀ, ਇਬ ਤਬ ਸਾਚੂ ਸਾਚਾ। ਹਿਰਦਾ ਦੇਹ ਨ ਹੋਤੀ ਔਦੂ, ਤਉ ਮਨ ਸੁਨ ਰਹੈ ਬੈਰਾਗੀ। ਨਾਭ ਕਮਲ ਅਸਤੰਭ ਨ ਹੋਤ, ਤਾਂ ਨਿਜ ਘਰ ਬਸਤੋ ਪਵਨ ਅਨਰਾਗੀ। ਰੂਪ ਨ ਰੇਖਿਆ ਜਾਤ ਨ ਹੋਤੀ, ਤਉ ਅਕੁਲੀਨ ਰਹਿਤੋ ਸ਼ਬਦ ਸੋ ਸਾਰ। ਗੌਨ ਗਗਨ
ਗੌਨ ਗਗਨ ਜਬ ਤਬਹਿ ਨ ਹੋਤਾ, ਤ੍ਰੇ ਭਵਨ ਜੋਤਿ ਆਪੇ ਨਿਰੰਕਾਰ। ਵਰਨ ਭੇਖ ਅਸਰੂਪ ਸੋ ਇੱਕ, ਇੱਕ ਸ਼ਬਦ ਵਿਡਾਣੀ, ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ, ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁਖ ਪਾਈ। ਗੁਰਮੁਖ ਹੋਇ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੈ ਰਹੇ ਸਮਾਏ। ਨਾਮੇ ਨਾਮ ਰਹਿ ਬੈਰਾਗੀ, ਸਾਚ ਰਹਿਆ ਉਰ ਧਾਰੇ, ਨਾਮੇ ਨਾਮ ਰਹਿ ਬੈਰਾਗੀ, ਸਾਚ ਰਖਿਆ ਉਰ ਧਾਰੇ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਇ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਇ, ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੈ, ਗੁਰਮੁਖ ਨਾਨਕ ਏਕੋ ਜਾਣੈ। ਬਿਨ ਸਤਿਗੁਰ ਸੇਵੇ ਜੋਗ ਨ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨ ਕੋਈ। ਬਿਨ ਸਤਿਗੁਰ ਭੇਟੇ ਨਾਮ ਨ ਪਾਇਆ ਜਾਏ, ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਨਾਨਕ ਬਿਨ ਗੁਰ ਮੁਆ ਜਨਮ ਹਾਰ। ਗੁਰਮੁਖ ਮਨ ਜੀਤਾ ਹਉਮੈ ਮਾਰ, ਗੁਰਮੁਖ ਸਾਚ ਰਖਿਆ ਉਰ ਧਾਰ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ, ਗੁਰਮੁਖ ਦਰਗਹਿ ਨ ਆਵੈ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ। ਸ਼ਬਦੈ ਕਾ ਨ ਬੇੜਾ ਸੁਣ ਤੂੰ ਅਵਧੂ, ਬਿਨ ਨਾਵੈ ਜੋਗ ਨ ਹੋਈ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੈ ਤੇ ਸੁਖ ਹੋਈ। ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਜੀ ਪਾਈ। ਬਿਨ ਨਾਵੈ ਭੇਖ ਕਰਹਿ ਬਹੁ ਤੀਰੇ, ਸੱਚੈ ਆਪ ਖਵਾਈ। ਸਤਿਗੁਰ ਤੇ ਨਾਮ ਪਾਈਐ ਅਵਧੂ, ਜੋਗ ਜੁਗਤ ਤਾ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨ ਹੋਈ। ਤੇਰੀ ਗਤ ਮਿਤ ਤੂੰ ਹੈ ਜਾਣਹਿ, ਕਿਆ ਕੂ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰਹਿ ਫੁਰਮਾਣੈ। ਮੰਗਹਿ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕਉ ਕੁਰਬਾਨੈ। ਸ਼ਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰਹੈ। ਨਾ ਸਤ ਮੁੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰਹੈ। ਨਾ ਸਤ ਰੁਖੀ ਬਿਰਖੀ ਪੱਥਰ ਆਪ, ਤੁਛਾਵਹਿ ਦੁਖ ਸਹੈ। ਨਾ ਸਤ ਹਸਤੀ ਬਧੇ ਸੰਗਲ, ਨਾ ਸਤ ਗਾਈ ਘਾਉ ਚਰਹੈ। ਜਿਸ ਹੱਥ ਸਿਧ ਦੇਵੈ, ਜੇ ਸੋਈ ਜਿਸਨੂੰ ਦੇ, ਤਿਸ ਆਏ ਮਿਲੈ। ਨਾਨਕ ਤਾਂ ਕੋ ਮਿਲੈ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਸਭ ਘਟ ਮੇਰੇ ਹਉ ਸਭਨਾ ਅੰਦਰ, ਜਿਸ ਹੈ ਖੁਆਈ ਤਿਸ ਕੌਣ ਕਹੈ। ਜਿਸ ਹੈ ਦੇਖਾਲਾ ਵਾਰੜੀ, ਤਿਸ ਹੈ ਭੁਲਾਵੈ ਕੌਣ। ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗ੍ਰਹਿ ਸੋ ਨਿਗ੍ਰਹ ਕਰੈ, ਜਪ ਤਪ ਸੰਜਮ ਭੇਖਿਆ ਕਰੈ। ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹਿ ਗੰਗਾ ਕਾ ਨੀਰ। ਬੋਲੇ ਈਸਰ ਸਤ ਸਰੂਪ, ਭਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋਇਆ ਧੂਤੀ ਜੋ ਧੂਪੈ ਆਪ, ਭੇਖਿਆ ਭੋਜਨ ਕਰੈ ਸੰਤਾਪ। ਆਓ ਹਟ ਪਟਣ ਮਹਿ ਭੀਖਿਆ ਕਰੈ, ਸੋਇਆ ਧੂਤੀ ਸਿਵਪੁਰ ਚੜੈ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ।
ਸੋਇ ਉਦਾਸੀ ਜੇ ਪਾਲੇ ਉਦਾਸ, ਅਰਧ ਉਰਦ ਕਰੇ ਨਿਰੰਜਨ ਵਾਸ। ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੈ ਨ ਕੰਦ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਾਖਾਲੇ, ਕਾਇਆ ਕੀ ਅਗਨ ਬ੍ਰਹਮ ਪਰਜਾਲੇ। ਸੁਪਨੈ ਬਿੰਬਣਾ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰਨਾ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੈ ਬਰਾਮ, ਗਗਨ ਮੰਡਲ ਮਹਿ ਰੂਪੈ ਥੰਮ। ਅਹਨਿਸ ਅੰਤਰ ਰਹੈ ਧਿਆਨ, ਤੇ ਬੈਰਾਗੀ ਸਤ ਸਮਾਨ। ਬੋਲੇ ਭਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨ ਰੂਪ। ਮਹੱਲਾ ਪਹਿਲਾ। ਕਿਉ ਮਰੈ ਮੰਦਾ ਕਿਉ ਜੀਵੈ, ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ। ਆਸਤ ਨਾਸਤ ਏਕੋ ਨਾਉ, ਕੌਣ ਸੋ ਅਖਰ ਜਿਤ ਰਹੈ ਹਿਆਉ। ਧੂਪ ਛਾਵ ਜੇ ਸਮ ਕਰ ਸਹੈ, ਤਾ ਨਾਨਕ ਆਖੈ ਗੁਰ ਕੋ ਕਹੈ। ਛੇਹਿ ਵਰਤਾਏ ਵਰਤ ਹੈ ਪੂਤ, ਨਾ ਸੰਸਾਰੀ ਨਾਇ ਧੂਤ। ਨਿਰੰਕਾਰ ਜੋ ਰਹੈ ਸਮਾਏ, ਕਹੈ ਭੀਖਿਆ ਮੰਗਣ ਜਾਏ ਪੌੜੀ। ਹਰ ਮੰਦਰ ਸੋਈ ਆਖੀਐ, ਜਿਥੋਂ ਹਰ ਜਾਤਾ। ਮਾਨਸ ਦੇ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਬਾਹਰ ਮੂਲ ਨਾ ਖੋਜੀਐ, ਕਰਮਾ ਹੈ ਬੇਦਾਤਾ। ਮਨਮੁਖ ਹਰ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮ ਗਵਾਤਾ। ਸਭ ਮੈਂ ਹੈ ਏਕ ਵਰਤਦਾ, ਗੁਰ ਸ਼ਬਦੀ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਮੂਰਖ ਹੋਵੈ ਸੋ ਸੁਣੈ, ਮੂਰਖ ਕਾ ਕਹਿਣਾ। ਮੂਰਖ ਕੀ ਕਿਆ ਲਖ, ਕਿਆ ਮੂਰਖ ਕਾ ਕਰਨਾ। ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ। ਏਤ ਕਮਾਣੈ ਸਦਾ ਦੁਖ, ਦੁਖ ਹੀ ਮਹਿ ਰਹਿਣਾ। ਅਤ ਪਿਆਰਾ ਪਵੈ ਖੂਹ, ਕਿਹੋ ਸੰਜਮ ਕਰਨਾ। ਗੁਰਮੁਖ ਹੋਏ ਸੋ ਕਰੇ ਵਿਚਾਰ, ਉਸ ਅਲਿਪਤੋ ਰਹਿਣਾ। ਹਰ ਨਾਮ ਜਪੈ ਆਪ ਉਦਰੈ, ਉਸ ਪਿਛੈ ਡੁੱਬਦੇ ਭੀ ਤਰਨਾ। ਸ਼ਲੋਕ ਮਹਲਾ ਤੀਜਾ। ਸੱਚਾ ਨਾਮ ਧਿਆਏ ਤੂੰ, ਸਭ ਵਰਤੈ ਸੱਚ। ਨਾਨਕ ਹੁਕਮੈ ਜੋ ਬੁਝੈ, ਸੋ ਫਲ ਪਾਏ ਸੱਚ। ਕਥਨੀ ਬਦਨੀ ਕਰਤਾ ਫਿਰੈ, ਹੁਕਮ ਨ ਬੂਝੈ ਸੱਚ। ਨਾਨਕ ਹਰਿ ਕਾ ਭਾਣਾ ਮੰਨੇ, ਸੋ ਭਗਤ ਹੋਏ। ਵਿਣ ਮੰਨੇ ਕਾਚਨ ਕਾਚ। ਮਹੱਲਾ ਤੀਜਾ। ਮਨੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਉਥਾ ਕਥਾਉ ਨਾ ਜਾਣੀ, ਅਨੰਤਰ ਲੋਭ ਵੇਕਾਰ। ਹੋਏ ਆਪਣੇ ਸੁਆਏ ਆਏ ਬੈ ਗੱਲਾਂ ਕਰੇ, ਉਨ ਮਾਰੇ ਜਮ ਜੰਦਾਰ। ਅੱਗੇ ਦਰਗਹਿ ਲੇਖਾ ਮੰਗਿਆ, ਮਾਰ ਖੁਆਰ ਕੀਚੇ ਕੁੜਿਆਰੇ। ਕੂੜੇ ਕੀ ਮਲ ਕਿਉ ਉਤਰੈ, ਕੋਈ ਕੱਢੋਈ ਵਿਚਾਰ। ਸਤਿਗੁਰੂ ਮਿਲਿਆ ਤਾ ਨਾਮ ਦਿਲਾਏ, ਸਕਿਰੇ ਘਟਨਹਾਰ। ਨਾ ਜਪੇ ਨਾ ਮੋਹਰਾ, ਦੇ ਤੇ ਜਨ ਕੋ ਕਰੋ ਸਭ ਨਮਸਕਾਰ।
ਮਲ ਕੂੜੀ ਨਾਮ ਤਾਰਨ ਜਪ ਨਾ ਹੋਆ ਸਚਿਆਰ, ਜਨ ਨਾਨਕ ਜਿਸ ਦੇ ਇਹ ਚਲਤ ਹੈ। ਸੋ ਜੀਵੋ ਦੀਵਨਾ ਪੌੜੀ ਤੁਝੇ ਵਡਦਾਤਾ ਨਾਇ ਕਿਸਿ ਆਖ ਸੁਨਾਈ ਹੈ। ਗੁਰ ਪ੍ਰਸਾਦੀ ਪਾਇ ਜਿਥੋਂ ਮੈਂ ਜਾਈਏ, ਰਸ ਕਾ ਸਾਦਾ ਬਾਰ ਸਚੀ ਵਡਿਆਈ ਹੈ। ਜਿਸ ਨਾ ਬਖਸ਼ੈ ਤੇ ਦਇਆ ਆਪ ਲੈ ਮਿਲਾਈਏ, ਘਾਟਿ ਅੰਤਰ ਅੰਮ੍ਰਿਤ ਰਖਿਆ ਗੁਰ ਮੈਂ ਕਿਸੈ ਪੇ ਆਈ। ਸ਼ਲੋਕ ਮਹਿਲਾ ਤੀਜਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਲੈਣ। ਸਹੀ ਕਰਮ ਕਰੇਨ ਜਾਇ ਪੁੱਛੋ, ਸਿਮਰਤ ਸਾਸਤ ਪਿਆਸ ਸੁਖ। ਨਾਰਦ ਭਜਨ ਸਭ ਸ੍ਰੇਸ਼ਟ ਕੇਨ, ਸਚੈ ਲਾਇ ਸਚ ਲਗੇ ਸਦਾ ਸਚ ਸਮਾਲੇਨ। ਨਾਨਕ ਐਸੇ ਪ੍ਰਵਾਨ ਭਏ, ਜੇ ਸਗਲੇ ਕੁਲ ਤਾਰੇਨ। ਮਹੱਲਾ ਤੀਜਾ। ਗੁਰੂ ਜੀ ਨਾ ਕਹਿ ਅੰਧਲਾ ਸੇ ਪੀਐਨ ਦੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣੇ ਨੇ ਝੂਠੋ ਝੂਠ ਬੋਲੇਨ। ਕੂੜ ਕੁਸਾਦ ਕਮਾਉਂਦੇ ਪਰ ਨਿੰਦਾ ਸਦਾ ਕਰੇਨ, ਹੋਏ ਆਪ ਡੁਏ ਪਰ ਨਿੰਦ ਕਾ ਸਗਲੇ ਕੁਲ ਡੋਬੇਨ। ਨਾਨਕ ਜਿਤਿ ਹੋਏ ਲਾਏ ਤਿਤ ਲਗ ਹੈ, ਓਏ ਬਪੜੇ ਕਿਆ ਕਰੇਨ ਪੌੜੀ। ਸਭ ਨਦਰੀ ਅੰਦਰ ਰੱਖਦਾ, ਜੇ ਤਿਸ ਸਭ ਕੀਤੀਏ ਕੂੜ ਸਤ ਲਾਏ। ਅਨਮਨ ਮੁਖ ਵੇਗੂਤੀ ਗੁਰਮਤਿ ਸਦਾ ਧਿਆਈਏ, ਅੰਦਰ ਹਰ ਪ੍ਰੀਤੀ। ਜਿਨ ਕੋ ਪੋਤੈ ਪੁੰਨ ਹੈ, ਤਿਨ ਵਾਸੇ ਪੀਤੀ। ਨਾਨਕ ਨਾਮ ਧਿਆਈਐ ਸਭ ਸਿਵ ਸੁਨਾਈ। ਸ਼ਲੋਕ ਮਹੱਲਾ ਪਹਿਲਾ। ਸਦੀ ਭਾਵ ਸਤ ਕਮਾਏ, ਗੁਰ ਦਿਖਿਆ ਕਰ ਦੇਵਨ ਜਾਏ। ਇਸ ਦੇ ਪੁਰਖੈ ਘਟਿਆ ਭਾਉ, ਭਾਵੇਂ ਆਵੇ ਭਾਵੇਂ ਜਾਓ। ਸਾਸ ਭੇਦ ਨ ਮਾਨੈ ਕੋਈ, ਆਪੋ ਆਪੇ ਪੂਜਾ ਹੋਏ। ਕਾਜੀ ਹੋਏ ਕੈ ਬਹਿ ਨਿਆਏ, ਫੇਰੇ ਤਸਵੀ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਨਾਏ। ਤੁਰਕ ਮੰਤਰ ਕਰ ਹਿਰਦੈ ਸਮਾਏ, ਲੋਕ ਮਹਾਵੈ ਚਾੜੀ ਖਾਏ। ਚੌਕਾ ਦੇ ਗਏ ਸੋਚਾ ਹੋਏ, ਐਸਾ ਹਿੰਦੂ ਵੇਖੋ ਕੋਈ। ਜੋਗੀ ਗਿਰਹੀ ਜਟਾ ਬੇਭੂਤ, ਆਗੇ ਪਾਛੇ ਰੋਵੈ ਪੋ। ਜੋਗ ਨ ਪਾਇਆ ਜੋਤ ਗਵਾਈ, ਕਿਸ ਕਾਰਨ ਸਿਰਛਾਈ ਪਾਈ। ਨਾਨਕ ਕਲ ਗਾਏ ਹੋ ਪਰਵਾਨ, ਆਪੇ ਆਖਣਾ ਆਪੇ ਜਾਣ। ਮਹਲਾ ਪਹਿਲਾ। ਹਿੰਦੂ ਕਹਿ ਕਰ ਹਿੰਦੂ ਆਵੈ, ਸੋਚ ਨੇ ਉਪੜ ਗਲ ਪਾਏ। ਸੋਚ ਪਾਏ ਕਰੇ ਉਰੇ ਨਾਤਾ, ਧੋਤਾ ਥਾਏ ਨ ਪਾਈ। ਮੁਸਲਮਾਨ करे वडियाई, बिन गुर पीरै को थाई न पाई। राहो दसाए उत्थें को जाय, करनी बाजों भिस न पाए। जोगी कह कर जुगन दसाई, तित कारण कर मुंदरा पाई। मुंदरा पाई फिरै संसार, जिथै किथै सिरजनहार। जे ते जिया ते ते वाटाओ, चीनी आई ठिलना काओ। ऐथै जाने सो जाई सियाणै, होर फकड़ हिंदू मुसलमान है। ਸ਼ਬਣਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰਹਿ ਨ ਕੋਏ। ਸਚੋ ਸੱਚ ਵਖਾਣੈ ਕੋਏ, ਨਾਨਕ ਅੱਗੇ ਪੁੱਛ ਨ ਹੋਏ ਪੌੜੀ। ਹਰ ਕੰਮ ਦਰ ਆਖੀਏ ਕਾਇਆ, ਕੋਟ ਗਾੜ ਅੰਦਰ ਲਾਲ ਜਵੇਰੀ। ਗੁਰਮੁਖ ਹਰ ਨਾਮ ਪੜ੍ਹ, ਹਰ ਕੰਮ ਦਰ ਸਿਰਾ ਸੋਣਾ। ਹਰ ਹਰ ਨਾਮ ਦੇ ਮਨ ਮੁਖਿਆ, ਖੁਆਇ ਮਾਇਆ ਮੋਨਿਤ ਕੜ। ਸਭਨਾ ਸਾਹਿਬ ਇੱਕ ਪੂਰੇ ਭਾਗ ਪਾਇਆ ਜਾਈ। ਸ਼ਲੋਕ ਮਹਿਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਨਾ ਸਤ ਮੂਢ ਮੁਢਾਈ ਕੈਸੀ, ਨਾ ਸਤ ਪੜਿਆ ਦੇਸ ਫਿਰੈ। ਨਾ ਸਤ ਰੁਖੀ ਬਿਰਖੀ ਪੱਥਰ, ਆਪ ਤਿਸ਼ਾਵੈ ਦੁਖ ਸਹੈ। ਨਾ ਸਤ ਹਸਤੀ ਬੰਦੇ ਸੰਗਲ, ਨਾ ਸਤ ਗਾਈ ਘਾਉ ਚਰੈ। ਜਿਸਾ ਸੇ ਦੇਵੈ ਜੇ ਸੋਈ, ਜਿਸਨੋਂ ਦੇ ਦਸਿਆਈ ਮਿਲੈ। ਨਾਨਕ ਤਾ ਕੋ ਮਿਲੈ ਵਡਾਈ, ਜੇ ਕੈ ਪੀਤਰ ਸ਼ਬਦ ਰਵੈ। ਸਭ ਗਣ ਮੇਰੇ ਹੋ ਸਭਨਾ ਅੰਦਰ, ਜਿਸੇ ਖਵਾਈ ਤੇ ਕੌਣ ਕਹੈ। ਜਿਸੇ ਦਿਖਾਲਾ ਵਾਟਣੀ, ਤਿਸੈ ਭੁਲਾਵੇ ਕੌਣ। ਜਿਸੇ ਭੁਲਾਏ ਪੰਜ ਸਿਰ, ਤਿਸੈ ਦਿਖਾਵੇ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਬ ਤਕ ਸੰਜਮ ਭੀਖਿਆ ਕਰੈ। ਪੁਣ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਬੋਲੇ ਈਸਰ ਸਾਸੁਰੋ ਪਰਮ ਤੰਤ ਮੈਂ ਦੇਖਾ ਰੋ। ਮਹੱਲਾ ਪਹਿਲਾ। ਸੋ ਅਧੂਤੀ ਜੋ ਤੂੰ ਪੈ, ਆਪ ਭੀਖਿਆ ਭੋਜਨ ਕਰੈ ਸੰਤਾਪ। ਆਓ ਹੱਠ ਪਟਣ ਮੈਂ ਭੀਖਿਆ ਕਰੈ, ਸੋ ਅਧੂਤੀ ਸਿਵਪੁਰ ਚੜੈ। ਬੋਲੇ ਗੁਰ ਸਾਸੁਰੋ ਪਰਮ ਤੰਤ ਮੈਂ ਦੇਖਾ ਰੋ। ਮਹੱਲਾ ਪਹਿਲਾ। ਸੋ ਦਾਸੀ ਜੇ ਪਾਲਨੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ।
चांद सुरे की पाए गान देह दासी का पढ़े ना कान बोले गोपी चांद स्वरूप परम तंत में नेगन रूप महला पहला सो पखांडी जे काया पखाले काया की अगम ब्रह्म पर जाले सुपने पेंद्र दही चरना ते पाखंडी चरण बरना बोल चरपट सत स्वरूप परम तंत में रेखना रूप महला पहला सो बैरागी जे उल्टे ब्रह्म गगन मंडल में रोपै थम ऐन अंतर है ध्यान ते बैरागी सा समान बोले परथ सासरो परम तंत में रेखा रो महला पहला क्यों मरे मंदा क्यों जीवै जुगत कन पढ़ाए क्या खजे बहुत आसनास ते को नाओ कौन सो अखर त्रह आओ तो शाव जे समगर है तनान क्या कह गुर को कह शेवर तारे वर्ते पोत ना संसारी ना अवधूत निरंकार जो रहे समाए काय भीख्या मंगन जाए पौड़ी हर मंदर सोई आखिया जिथों हर जाता मानस देह गुरबचनी पाया सब आत्मराम पचाता बाहर मूल न खोजिए कर्माए विधाता मन घर मंदिर की सा न जाननी तिनि जन्म गवाता सा महक वर्ता गुर शब्दी पाया जाई श्लोक महला तीजा मूर्ख होवै सो सुनै मूर्ख का कहना मूर्ख के क्या लखन है क्या मूर्ख का करना मूर्ख हो जे मुदय अहंकारे मरना एद कमाने सदा दो दुखी में रहना अत प्यारा पवै खू क्यों संयम करना गुरमोह सो करें विचार उस अलिप तो रहना हर नाम जपया बुद्र पिछे डुबदे पीता नाना ज्योति भावे सो करे जो दे सो सहना महला पहला नानक आखे रे मना सुनिए सिख सही लेखा रब मंगे सिया बैठा कट वही तलबां पौसण आकियाँ बाकी जना रही आजराइल फरेस्ता उसी आए तई आवन जान न सूझी पीड़ी गली भई कोण खुटे नानका ओढ़ के साच रही पौड़ी हर का सब शरीर है हर अब रहा सब आपे हर की कीमत ना पवै के कह न जापै गुर प्रसादी सलाई हर भगती रापै सब मन तन हरिया होया अहंकार गवापै सभी हर का खेल है गुरमुख से बजाई श्लोक महला पहला सहस्र दान दे इंद्र रवाया परशुराम रोव है घर आया अजय सुरोव पिघ्या खाए असी दरगह मिले सजाए रोवै राम निकाला पया सीता लक्ष्मण विछड़ गया रोवै दस लंक गवाए जन सीता आंधी डौरू वाए रोवै पांड भय मजोर जिनके स्वामी रहता दूर रोवै जन्म जा खोए गया एक ही कारण पापी भया रोवै सेक मसायक पीर अंधकार लग गए पीड़ रोवै राजे कन्न पढ़ाए कर कर मांगे भिख्या जाए रोवै कृपण संचय तन जाए पंडित रोवै ज्ञान गवाए बाली रोवै नाहि पथार नानक दुखिया सब संसार मन्ने नौ सोई जन जाए और कर्म न लेखै लाए तू नानक मन पाणा घूल कमाई तिस मित्र बचोले जय मिलकंत पछाणा महला पंजवा पाप सुहावे जाओ तव ते जुलदे सी सुहावा चरणी मुख सुहावा जाओ तव जस गावै जियो पाया तव सरणी पौड़ी मिल नारी सतसंग मंगल गाविया कर का हुआ बंधान बहुड़ ना धाविया बिंठी दुर्मत दुरत सोए कूड़ाविया सीलवंत प्रधान हृदय सच्चाविया अंतर बाहर एक रीताविया मन दर्शन की प्यास चरण दसाविया शोभा बणी सिगार खसम साराविया
ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ। ਸ਼ਲੋਕ ਮਹੱਲਾ ਪੰਜਵਾ। ਅਵਗੁਣ ਤੈਂਡੇ ਨਾਨਕ ਜੀਓ, ਮੈਂ ਕੂਥੀਏ ਮੈਂ ਨਿਰਗੁਣ ਤੇ। ਕਿਆ ਹੋਵੈ ਤਉ ਜੇ ਵਡਦਾ ਤਾਰਨ ਕੋਈ, ਜਾਚਕ ਸਦਾ ਜਾਚੋਵੈ। ਮਹੱਲਾ ਪੰਜਵਾ। ਦੇਹ ਸੰਦੜੀ ਊੜਮ ਝੂਣਾ, ਗੁਰ ਸੱਜਣ ਜਿਉ ਤਰਾਇਆ। ਹੱਬੇ ਸੁਖ ਸਹੇਲੜਾ, ਸੁੱਤਾ ਜਿੱਤਾ ਜਗ ਸਵਾਇਆ। ਪੌੜੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸੇ ਸਾਹਾਂ ਪਾਤਸ਼ਾਹੋ, ਨਿਹਚਲ ਚੌਰ ਛਤ। ਜੋ ਭਾਵੈ ਪਾਰ ਬ੍ਰਹਮ, ਸੋਈ ਸਚ ਨਿਆਓ। ਜੇ ਭਾਵੈ ਪਾਰ ਬ੍ਰਹਮ, ਨ ਥਾਵੈ ਮਿਲੈ ਥਾਓ। ਜੋ ਕੀਨੀ ਕਰਤਾਰ, ਸਾਈ ਭਲੀ ਗੱਲ। ਜਿਨੀ ਪਛਾਤਾ ਖਸਮ, ਸੇ ਦਰਗਾਹ ਮਲ। ਸਹੀ ਤੇਰਾ ਫਰਮਾਨ, ਕਿਨੇ ਨਾ ਫੇਰੀਐ। ਕਰਨ ਕਾਰਨ ਕਰੀਮ, ਕੁਦਰਤ ਤੇਰੀ ਐ। ਸ਼ਲੋਕ ਮਹੱਲਾ ਪੰਜਵਾ। ਸੋਏ ਸਨੰਦੜੀ ਮੇਰਾ ਮਨ ਤਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾ। ਅਠਮ ਜਾਹੂ ਮੈਂ ਮਾਨਕ ਲੱਦਾ, ਮੂਲ ਨ ਘੇਦਾ। ਮੈਂ ਕੂ ਸਤਿਗੁਰ ਦਿੱਤਾ, ਢੂੰਡ ਵਜਾਈ ਥੀਆ ਥਿੱਤਾ। ਜਨਮ ਪਦਾਰਥ ਨਾਨਕ ਜਿੱਤਾ। ਪੌੜੀ। ਜਿਸ ਕੈ ਮਸਤਕ ਕਰਮ, ਹੋਏ ਸੋ ਸੇਵਾ ਲਾਗਾ। ਜਿਸ ਗੁਰ ਮਿਲ ਕਮਲ ਪ੍ਰਗਾਸਿਆ, ਸੋ ਅੰਦਨ ਜਾਗਾ। ਲੱਗਾ ਰੰਗ ਚਰਨਾਰ ਬਿੰਦ, ਸਭ ਭਰਮ ਭਭਾਗਾ। ਆਤਮ ਜਿੱਤਾ ਗੁਰਮਤੀ, ਆਗੰਜਿਤ ਪਾਗਾ। ਜਿਸੇ ਤੇ ਆਇਆ ਪਾਰ ਬ੍ਰਹਮ, ਸੋ ਕਲਮੈ ਤਾਗਾ। ਸਾਧੂ ਸੰਗਤ ਨਿਰਮਲਾ, 68 ਮਜਨਾਗਾ। ਜਿਸ ਪ੍ਰਭ ਮਿਲਿਆ ਆਪਣਾ, ਸੋ ਪੁਰਖ ਸੁਭਾਗਾ। ਨਾਨਕ ਤਿਸ ਬਲਹਾਰਣੈ, ਜਿਸ ਏਵਡ ਭਾਗਾ। ਸ਼ਲੋਕ ਮਹੱਲਾ ਪੰਜਵਾ। ਜਾਂ ਫਿਰ ਅੰਦਰ ਤਾਂ ਤਨ ਬਾਹਰ, ਜਾਂ ਫਿਰ ਬਾਹਰ ਤਾਂ ਧਨ ਮਾਹਰ। ਬਿਨ ਨਾ ਬੈਭਵ ਫੇਰ ਫੇਰਾ ਹਰ। ਸਤਿਗੁਰ ਸੰਗ ਦਿਖਾਇਆ ਜਾਹਰ, ਜਨ ਨਾਨਕ ਸੱਚੇ ਸੱਚ ਸਮਾਹਰ। ਸ਼ਲੋਕ ਮਹੱਲਾ ਪੰਜਵਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਇ। ਪੌੜੀ। ਵੱਡੀ ਹੂੰ ਵੱਡਾ ਅਪਾਰ, ਤੇਰਾ ਮਰਤਬਾ। ਰੰਗ ਪਰੰਗ ਅਨੇਕ ਨ ਜਾਪਣ ਕਰਤਬਾ। ਜੀਆਂ ਅੰਦਰ ਜੀਓ, ਸਭ ਕਿਸ ਜਾਣ ਲਾ। ਸਭ ਕਿਸ ਤੇ ਰਹਿ ਵਸ, ਤੇਰਾ ਘਰ ਭਲਾ। ਤੇਰਾ ਕਰ ਆਨੰਦ ਵਧਾਈ ਤੁਧ ਘਰ। ਮਾਨ ਮਹੱਤਾ ਤੇਜ, ਆਪਣਾ ਆਪ ਜਰ। ਸਰਬ ਕਲਾ ਭਰਪੂਰ, ਦਿਸੈ ਜਤ ਕਥਾ। ਨਾਨਕ ਦਾਸਨ ਦਾਸ, ਤੁਧ ਆਗੈ ਬਿਨ ਬਤਾ। ਸ਼ਲੋਕ ਮਹੱਲਾ ਪੰਜਵਾ। ਛਤੜੇ ਬਾਜ਼ਾਰ, ਸੋਹਣ ਵਿੱਚ ਵਪਾਰੀਏ। ਬਖਰ ਹਿਕ ਪਾਰ, ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨਿਉ ਰਚਨ ਰਚਾਇਆ, ਤਿਸਹੀ ਮਾਹੇ ਸਮਾਹੇ। ਪੌੜੀ। ਸਫਲਿਓ ਬਿਰਖ ਸੁਹਾਵੜਾ, ਹਰਿ ਅੰਮ੍ਰਿਤ ਹਰ ਸਫਲ ਅੰਮ੍ਰਿਤਾ। ਮਨ ਲੋਚੈ ਉਨ ਮਿਲਨ ਕਉ, ਕਿਉ ਵੰਜੈ ਕੀਤਾ। ਵਰਨਾ ਚਿਹਣਾ ਬਾਹਰਾ, ਉਹ ਅਗਮੈ ਜਿੱਤਾ। ਉਹ ਪਿਆਰਾ ਜੀ ਕਾ, ਜੋ ਖੋਲੈ ਪਿਤਾ। ਸੇਵਾ ਕਰੀ ਤੁਸਾ ਤੋ ਸਾੜੀਆ, ਮੈਂ ਦਸਿਓ ਮਿੱਤਾ। ਕੁਰਬਾਨੀ ਵੰਜਾ ਵਾਰਣੇ, ਬਲੇ ਬਲ ਕੀਤਾ। ਦਸਨ ਸੰਤ ਪਿਆਰਿਆ, ਸੁਣਿਓ ਲਾਇ ਚਿੱਤਾ। ਜਿਸ ਲਿਖਿਆ ਨਾਨਕ ਦਾਸ, ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸ਼ਲੋਕ ਮਹੱਲਾ ਪੰਜਵਾ। ਕਬੀਰ ਧਰਤੀ ਸਾਧਕੀ, ਤਸਕਰ ਬੈਸਹਿ ਗਾਹੇ। ਧਰਤੀ ਭਾਰ ਨ ਵਿਆਪਾਈ, ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾ।
ਕਬੀਰ ਚਾਵਲ ਕਾਰਣੇ ਤੁਖ ਕੋ ਮਹੁਲੀ ਲਾਏ, ਸੰਗ ਕੁਸੰਗੀ ਬੈਸਤੇ ਤਾ ਪੁੱਛੇ ਧਰਮ ਰਾਏ ਪੌੜੀ। ਆਪੇ ਹੀ ਵੱਡ ਪਰਵਾਰ ਆਪੇ ਕਾਤੀ ਆਓ, ਆਪਣੀ ਕੀਮਤ ਆਪ ਆਪੇ ਹੀ ਜਾਤੀ ਆਓ। ਸਭ ਕਿਸ ਆਪੇ ਆਪ ਆਪ ਆਪਨਿਆ, ਆਪਣਾ ਕੀਤਾ ਆਪ ਬਰਨਿਆ। ਧਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ, ਧਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ। ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ। ਸ਼ਲੋਕ ਮਹੱਲਾ ਪੰਜਵਾ। ਫਰੀਦਾ ਭੂਮਰ ਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਵਾਜਿਆ ਤਿੰਨਾ ਅੰਚ ਨ ਲਾਗ। ਮਹੱਲਾ ਪੰਜਵਾ। ਫਰੀਦਾ ਉਮਰ ਸਾਵੜੀ ਸੰਗ ਸਵਨੜੀ ਦੇ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇ ਹੋਏ ਪੌੜੀ। ਜਬ ਤਬ ਸੰਜਮ ਦਇਆ ਧਰਮ ਜਿਹ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਅੰਤਰ ਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਈ, ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਈ। ਔਗਣ ਕਟਮੁਖ ਉਜਲਾ ਹਰ ਨਾਮ ਤਰਾਈ, ਜਨ ਮਰਨ ਬੋ ਕਟਿਓਨ ਫਿਰ ਜੋਨ ਨ ਪਾਏ। ਅੰਧਕੂਪ ਤੇ ਕਾਢਿਆਂ ਨੂੰ ਲੜ ਆਪ ਫੜਾਏ, ਨਾਨਕ ਬਖਸ਼ ਮਲਾਇਆ ਨਾ ਰੱਖੇ ਗਲ ਲਾਏ। ਸ਼ਲੋਕ ਮਹੱਲਾ ਪੰਜਵਾ। ਮੁਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ, ਨਾਨਕ ਬਿਰਲੇ ਪਾਈ ਹੈ ਤਿਸ ਜਨ ਕੀ ਮਨਾ ਮੂਲ। ਮਹੱਲਾ ਪੰਜਵਾ। ਅੰਦਰ ਵਿਦਾ ਸਚ ਨਾਏ ਬਾਹਰ ਵੀ ਸਚ ਡਿਠੋ ਮੋ, ਨਾਨਕ ਰਵਿਆ ਹਬ ਥਾਈ ਬਣ ਤ੍ਰਿਣੋ ਤਿਰ ਭਵਨ ਰੋਮ ਪੌੜੀ। ਆਪੇ ਕੀਤੋ ਰਚਨ ਆਪੇ ਹੀ ਰਤਿਆ, ਆਪੇ ਹੋਇਓ ਇੱਕ ਆਪੇ ਬਹੁਪਤਿਆ। ਆਪੇ ਸਭਨਾ ਮੰਜੋ ਆਪੇ ਬਾਹਰਾ, ਆਪੇ ਜਾਣਾ ਹੈ ਦੂਰ ਆਪੇ ਹੀ ਜਾਹਰਾ। ਆਪੇ ਹੋਵੇ ਗੁਪਤ ਆਪੇ ਪ੍ਰਗਟਿਐ, ਕੀਮਤ ਕਿਸੇ ਨ ਪਾਏ ਤੇਰੀ ਥੱਟੀਐ। ਗਹਿਰ ਗੰਭੀਰ ਅਥਾਹੁ ਅਪਾਰ ਅਗੰਤ ਤੂੰ, ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ। ਰਾਮ ਕਲੀ ਕੀ ਵਾਰ ਰਾਏ ਬਲਵੰਡ, ਤਥਾ ਸਤੈ ਡੂਮ ਆਖੀ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਨੌ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ, ਜੋਖੀ ਬਦੈ ਦੇ ਗੁਣਾ ਸਤ ਭੈਣ ਭਰਾਵ ਹੈ। ਪਰ ਰੰਗਤ ਦਾਨ ਪੜੀ ਵਧੈ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵਦੈ। ਲਹਿਣੇ ਧਰਿਓਣ ਸਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ। ਮਤ ਗੁਰ ਆਤਮ ਦੇਵ ਦੀ ਖੜ ਜੋਰ ਪਰਾ ਕੋਏ ਜੀਦੈ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ। ਸੈ ਟਿੱਕਾ ਦੀ ਤੋ ਜੀਵਦੈ, ਲਹਿਣੇ ਦੀ ਫੇਰ ਆਈਐ। ਨਾਨਕ ਦੋਹੀ ਖੱਟੀਐ, ਜੋਤ ਓਹਾ ਜੁਗਤ ਸਾਏ। ਸਾਇ ਕਾਇਆ ਫੇਰ ਪਲਟੀਐ, ਝੁਲੇ ਸੁ ਸਤ ਨਰੰਜਨੀ। ਮਲ ਤਖਤ ਬੈਠਾ ਗੁਰ ਹਟੀਐ, ਕਰਹਿ ਜੇ ਗੁਰ ਫਰਮਾਇਆ। ਸਿਲ ਜੋਗ ਅਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨ ਆਵੈ ਖੱਟੀਐ। ਖਰਚਾ ਦਿੱਤਕ ਸਮਦੀ ਅਬ ਖੈਦੀ ਖੈਰ ਦਵਟੀਐ। ਹੋਵੈ ਸਿਫਤਕ ਸਮਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਲਮ ਦੀ ਕੱਟੀਐ। ਸਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹਟੀਐ। ਪੁੱਤਰੀ ਕੌਲ ਨ ਪਾਲਿਓ ਕਰ ਪੀਰਹੁ ਕੰਨ ਮੁਰਟੀਐ। ਦਿਲ ਖੋਟੈ ਆਕੀ ਫਿਰਨੋ ਵਨ ਭਾਰ ਉਚੈਨ ਸਟੀਐ।
ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀ ਐ। ਕੌਣ ਹਾਰੇ ਕਿਨੁ ਉਵੱਟੀ ਐ, ਜਿਨ ਕੀਤੀ ਸੋ ਮੰਨਣਾ। ਕੋ ਸਾਲ ਜਵਾਹੇ ਸਾਲੀ, ਧਰਮ ਰਾਏ ਹੈ ਦੇਵਤਾ। ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੈ ਸੱਚਾ ਕਰੇ। ਸਾਬਾ ਤੋ ਹੋਵੈ ਦਰਹਾਲੀ, ਗੁਰ ਅੰਗਦ ਦੀ ਦੋਹੀ ਫਿਰੀ। ਸਚ ਕਰਤੈ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ। ਸੈ ਡਾਲੀ ਦਰਸੇ ਵੀ ਉਮਤ ਖੜੀ, ਮਸਕੱਲਾ ਹੋਏ ਜੰਗਾਲੀ। ਦਰ ਦਰਵੇਸ਼ ਖਸਮ ਦਾ ਨਾਇ ਸੱਚੈ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਾਣ, ਜਿਸ ਬਹੁਤੀ ਸੋਬਤ ਰਾਲੀ। ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਗੁਰ ਸਿੱਖਾਂ ਕੇ ਮੁਖ ਉਜਲੇ, ਮਨ ਮੁਖ ਪੂਥੀਏ ਪਰਾਲੀ। ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ। ਮਾਤਾ ਖੀਵੀ ਸੋ ਸੋਏ, ਜਿਨ ਕੋਏ ਉਠਾਲੀ। ਹੋ ਰਿਓ ਗੰਗ ਵਿਹਾਈਐ, ਦੁਨਿਆਈ ਆਖੇ ਕਿ ਕਿਉਣ। ਨਾਨਕ ਈਸਰ ਜਗਨਾਥ ਉਚਹਦੀ, ਵੈਣ ਵਰ ਕਿਉਣ। ਵਾਧਾਣਾ ਪਰਵਤ ਕਰ ਨੇਤਰ, ਵਾਸਕ ਸ਼ਬਦ ਰੜਕਿਆਉਣ। 14 ਰਤਨ ਨਕਾਲਿਆਨ, ਕਰਿਆ ਬਾਗਾਉਣ ਚਿਲਕਿਆਉਣ। ਕੁਦਰਤ ਆ ਵੇਖਾਲੀਅਨ, ਜਿਨ ਐ ਵੱਡੋ ਪਿੱਡ ਠਿਣਕਿਆਉਣ। ਲਹਿਣੇ ਧਰਿਆਉਣ, 70 ਸਿਰ ਅਸਮਾਨ ਕਿਆੜਾ ਸਕਿਆਉਣ। ਜੋਤ ਸਮਾਣੀ ਜੋਤ ਮਾਹੀ, ਆਪ ਆਪੈ ਸੇਤੀ ਮਿਕਿਆਉਣ। ਸਿੱਖਾਂ ਪੁੱਤਰਾਂ ਕੋ ਕੈ, ਸਭ ਉਮਤ ਵੇਖੋ ਜੇ ਕਿਉਣ। ਜਾਂ ਸੋ ਧੋ ਸੋ ਤਾਂ ਲਹਿਣਾ ਟਿਕਿਆਉਣ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰ। ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗੁਰੂ। ਲਾਵਣਾ ਹੀ ਮਾਨਸਾ ਜੋ ਪਾਣੀ ਬੂਰ। ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨ ਲੱਭਈ, ਤੂੰ ਉਹ ਠਰੂਰ। ਨੌਨਿਤ ਨਾਮ ਨਿਦਾਨ ਹੈ, ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ, ਸੋ ਵੰਜੈ ਚੂਰ। ਨੇੜੇ ਦਿਸੈ ਮਾਤ ਲੋਕ, ਤੂੰ ਸੁਝੈ ਦੂਰ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਾਡੂਰ। ਸੋ ਟਿੱਕਾ ਸੋ ਵਹਿਣਾ, ਸੋਈ ਦੀਵਾਨ। ਪਿਓ ਦਾਦੇ ਜੀਵਾ ਪੋਤਾ ਪਰਵਾਣ। ਜਿਨ ਵਾਸਕ ਨੇਤਰ ਘੱਤਿਆ, ਕਰਨੇ ਹੀ ਤਾਂ। ਜਿਨ ਸਮੁੰਦ ਬਰੋਲਿਆ, ਗਰਮੀਰ ਮਦਾਨ। 14 ਰਤਨ ਨਿਕਾਲਿਆਨ, ਕੀਤੋਂ ਚਣਾਨ। ਘੋੜਾ ਕੀਤੋ ਸਹਿਜਦਾ, ਜਦ ਕੀਓ ਭਲਾ। ਤਨ ਕੀ ਜੜਾਇਓ ਸਤ ਕਾ, ਸਤ ਦਾ ਜਸ ਹੰਦਾ ਬਾਣ। ਕਲ ਵਿੱਚ ਧੂ ਅੰਧਾਰ ਸਾ, ਚੜਿਆ ਰਹਿ ਭਾਣ। ਸਤੋ ਖੇਤ ਜਮਾਇਓ, ਸਤੋ ਸਾਵਾ। ਨਿਤਰ ਸੋਈ ਤੇਰੀ ਐ, ਘਿਓ ਮੈਦਾ ਖਾਣ। ਚਾਰੇ ਕੁੰਡਾਂ ਸੁਝਿਓ ਸਮਣ, ਮੈਂ ਸ਼ਬਦ ਪਰਵਾਣ। ਆਵਾ ਗੁਣ ਨਵਾਰਿਓ, ਕਰਨਦਰ ਨਿਸ਼ਾਨ। ਅਵਤਨ ਅਵਤਾਰ ਲੈ, ਸੋ ਪੁਰਖ ਸੁਜਾਨ। ਝਖੜ ਵਾਉ ਨ ਡੋਲਈ, ਪਰਬਤ ਮੇਰਾਣ। ਜਾਣੈ ਬਿਰਥਾ ਜੀ ਕੀ, ਜਾਣੀ ਹੂ ਜਾ। ਕਿਆ ਸਾਲਾਈ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸਜਾਣ। ਦਾਨ ਜੇ ਸਤਿਗੁਰ ਭਾਵਸੀ, ਸੋ ਸੱਤੇ ਦਾਨ। ਨਾਨਕ ਹੰਦਾ ਸਤਰ ਸ਼ਿਰ, ਉਮਤ ਹੈਰਾਨ। ਸੋ ਟਿੱਕਾ ਸੋ ਵਹਿਣਾ, ਸੋਈ ਦੀਵਾਨ। ਪਿਓ ਦਾਦੇ ਜੀਵਾ ਪੋਤਰਾ ਪਰਵਾਣ। ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਅਵਸਰ ਜਨਹਾਰੈ ਧਾਰਿਆ। ਸਿੱਖੀ ਅਤੈ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਟਲ ਅਥਾਉ ਤੋਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਵ ਕਰ, ਸੇ ਤੁਧ ਪਾਰ ਉਤਾਰਿਆ। ਲਵ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਚਾਰੇ ਜਾਗੇ ਚੌ ਜੁਗੀ, ਪੰਚੈਣ ਆਪੇ ਹੋਆ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੜਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾਂ ਸੁਖਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਲਖਿਆ ਰਹਾਉ ਜਾਤ ਮਹਿ, ਜੋਤ ਜੋਤ ਮਹਿ ਜਾਤਾ। ਕਲਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਦਲ ਤੇਰਾ ਕੇਹਾ, ਸੋ ਕਾਰ ਕੇਹਾ। ਜਿਤ ਬਹਿ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰਿਸਮ ਕਈਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਸੋਨ ਤਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ। ਦੇਵਤਿਆਂ ਦਲ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਤ ਪਣਨ ਰਖੀ। ਸਰ ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣਿਆ ਮਨਮੋਹਨ। ਸੁਰਗ ਮਚ ਪਿਆਲੇ, ਗਾਵਨ ਤੁਧਨੋ ਰਤਨ ਪਾਏ। ਤੇਰੇ 68 ਤੀਰਥ ਨਾਲੇ, ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਧਨੋ ਗਾਵਨ ਜੋ ਤੁਧ ਪਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ। ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ, ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ। ਜਿਨੁ ਪਾਈ ਕਰ ਕਰ ਦੇਖੈ ਕੀਤਾ ਆਪਣਾ। ਜਿਉ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ। ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਇ ਨਾ ਜਾਣਾ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਦੀ ਕਿਨਾ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਭੂਖੈ ਖਾਏ ਚਲਿਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੈ ਘਾਟ ਨਾ ਜਾਏ।
ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਪੋਹ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਉਡ ਆਪ ਤੇ ਉਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਮ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੌਕਾ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਲਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾਰਜਕ ਆਗੇ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਤਵੰਤਾ, ਕੋਇ ਨਾ ਕਿਸ ਕੀ ਧਰਿਆ। ਸਿਰ ਸਿਜੇ ਜਗ ਸੰਬਾਹੇ, ਠਾਕੁਰ ਕਾਹੇ ਮਨ ਪਾਉ ਕਰਿਆ। ਊਡੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਉਣ ਖਿਲਾਵੈ ਕਉਣ ਚਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਹਰ ਅਗਮਾਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ। ਹਰ ਸੱਚੇ ਸਿਰਜਣਹਾਰਾ, ਸਭ ਜੀਏ ਤੁਮਾਰੇ ਜੀ। ਤੂੰ ਜੀਆਂ ਕਾ ਦਾਤਾਰਾ, ਹਲ ਧਿਆਵੋ ਸੰਤੋ ਜੀ। ਸਭ ਦੁਖ ਵਿਸਾਰਣਹਾਰਾ, ਹਰਿ ਆਪੇ ਠਾਕੁਰ ਆਪੇ ਸੇਵਕ ਜੀ। ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ। ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਭੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਜੋ ਸੇਵੈ ਤੁਝ ਜੀ। ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਝ ਜੀ। ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ। ਤਿਨ ਟੁੱਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਪਹਾਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਤਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਝ ਜੀ। ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ। ਤਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਝੇ ਉਡ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ। ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ।
ਤੁਦੇ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਤੇ ਆਇਆ, ਜਿਸਨੋ ਕਿਰਪਾ ਕਰਹਿ ਤਿਨਾ ਅੰਮ੍ਰਿਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀਅ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜੂ ਮੋਹ ਪਗਨੀ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨੇ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤਿਜ ਬਰੀਆ। ਅਵਰ ਕਾਜ ਤਰਕ ਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਹੁ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਇਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਵਾਚ ਬੇਨਤੀ ਚਾਉ ਪਾਈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। हमरे दुष्ट सवै तुम कहावो, आफत मोह उचावो। सुखी उसै मोरो परवारा, सेवक सिख सवै करतारा। मोर अच्छा निज करदै करे, सब बैरन को आसंग रह। पूर्ण होए हमारी आशा, तोर भजन की रह प्यासा। तुम्हें छाड़ कोई अवर ना त्याऊँ, जो वर चाहूँ सो तुम ते पाऊँ। सेवक सिख हमारे तारिय है, चुन चुन शत्रु हमारे मारिय है। आप हाथ दे मुझे उबरय, मरण काल का त्रास निवरय। हो जो सदा हमारे पच्छा, श्री अस्तु जू करियो रक्षा। राख ले हो मोहि राखन हारे, साहिब संत सहाय प्यारे। दीन बंधु दुष्टन के हंता, तुम्हो पुरी चतुर्दश कंता। काल पाए ब्रह्मा अवतारा, काल पाए शिवजू अवतारा। काल पाए कर विष्णु प्रकाशा, सकल काल का किया तमाशा।
जवन काल जोगी शिव कीयो, वेदराज ब्रह्मा जू थियो, जवन काल सब लोक सवारा, नमस्कार है ताहि हमारा। जवन काल सब जगत बनायो, देव दैत जच्छन उपजायो, आदंत एक अवतारा, सोई गुरु समझियो हमारा। नमस्कार तिथि को हमारी, सकल प्रजा जिन्हें आप सवारी, शिवकन को सब गुण सुख दियो, शत्रन को पलमो वध कियो। काट काट के अंतर की जानत, भले बुरे की पीर पछानत, चींटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी, एक एक की पीर पछाना, काट काट के पट पट की जाना। जब उद कर करा करतारा, प्रजा तब दे अपारा, जब आक्रख करत हो कब हो, तुम मैं मिलत दे तर सब हो। जेते बदन सृष्ट सब तारै, आप अपनी बूझ उचारै, तुम सभी ते रहत निरालम, जानत वेद पेद अरयालम। निरंकार निर्विकार निर्लंब, याद अनिल अनाद असंभ, ताका मूल उचारत भेदा, जाको पेव न पावत वेदा। ताको कर पाहन अनुमानत, महामूढ़ कछ भेद न जानत, महादेव को कह सदा शिव, निरंकार काची नत न पेव। आप अपनी बुध है जेती, वर्णत पहन पहन तो तेती, तुमरा लखा न जाय पसारा, कह विद सजा प्रथम संसारा। एक रूप अनूप स्वरूपा, रंग पयो राव कई फूपा, अंडज जे रच से तज कीने, तुझ खान बहु रच देने। कहूँ फूल राजा बैठा, कहूँ सिमट पे शंकर कैठा, सगरी सृष्ट दिखाए चंपाओ, आज जुगा स्वरूप स्वयं पाओ। अब रक्षा मेरी तुम करो, सिखो बार सिख संघारो, दुष्ट जिते उड़वत उत्पाता, सकल मलेच करो रण कहता। जे अस्तुता सरणी परे, तिनके दुष्ट दुखता मरे, पुरख जौन पग परे तिहारे, तिनके तुम संकट सब टारे। जो कल को एक बार त्याय हैं, ताके काल निकट न आए हैं। रक्षा होए ताहि सब काला, दुष्ट अरिष्ट टने तत्काला, कृपा दृष्ट तंजाय निहर हो, ताके ताप तनक में हर हो। रिद्ध सिद्ध कर्मों सब होई, दुष्ट इच्छा छुप सके न कोई, एक बार जिन तुम संपारा, काल पास ते ताहि उबारा। जिनर नाम तिहारो कहा, दारद दुष्ट दोख ते रहा। खड़ग केत में शरण तिहारी, आप हाथ दे ले हो बारी। सर्व ठार हो सहाई, दुष्ट दोख ते ले हो बचाई। खड़ग केत में शरण तिहारी, आप हाथ दे ले हो बारी। सर्व ठार हो सहाई, दुष्ट दोख ते ले हो बचाई। सवैया पाए गहे जब ते तुम रेताऊ ते को, आँख तरे नहीं आने, राम रहीम पुराण कुरान, अनेक कह मत एक न माने। सिमरत शास्त्र वेद सब बहु भेद, कहें हम एक न जाने। श्री अस्पान कृपा तुमरी कर, मैं ना कहो सब तोहे बखाने दोहरा। सगल द्वार को छाड़ के गए हो तुम्हारो द्वार, बाहें गहे की लाज अस, गोविंद दास तुहार। सगल द्वार को छाड़ के गए हो तुम्हारो द्वार, बाहें गहे की लाज अस, गोविंद दास तुहार। रामकली महला तीजा, आनंद एक ओंकार, सतगुरु प्रसाद।
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰਸਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਾਹਾਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਾਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਝ ਜਿਨ ਕਾਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਾਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖੋ ਤਾਰੋ। ਤਨ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ। ਉਥੈ ਤੇਰੀ ਰਖ, ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਹਿ ਤੈ ਛੱਡ ਜਾਹੇ। ਪਾਉ ਜਲ ਵਿਖਮ ਸਗਾ, ਗੁਰ ਸਬਦੀ ਪਾਰ ਪਾਹੇ। ਜਿਨ ਕੋ ਲਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ ਸੰਭਾਲੇ, ਸਾਹੇ ਸਾਹੇ।
ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜੀਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰਖੇ ਰਖਣਹਾਰ, ਆਪ ਉਬਾਰੈਨ। ਗੁਰ ਕੀ ਪੈਰੀ ਪਾਏ, ਕਾਜ ਸਵਾਰੈਨ। ਹੋਆ ਆਪ ਦਇਆਲ, ਮਨਹੁ ਨਾ ਵਿਸਾਰੈਨ। ਸਾਧ ਜਨਾ ਕੈ ਸੰਗ, ਭਾਵ ਜਲ ਤਾਰੈਨ। ਸਾਖਤ ਨਿੰਦਕ ਦੁਸ਼ਟ, ਖਿਨ ਮਾਹੇ ਵਿਦਾਰੈਨ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਤਿਸ ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਇ ਨ ਜਾਣੈ ਤੁਮਰਾ ਅੰਤ। ਊਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਤਾਰੀ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦਨੁ ਸਿਮਰੋ, ਸ੍ਰੀ ਹਰਿ ਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰਨਾਉ ਨਿਧਿ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਹਿਤ। ਦੇਗ ਤੇਗ ਫਤਿਹ ਬਿਰਦ ਕੀ ਪੈਂਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ,
ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਸ਼ਾਮਾਂ ਦੇ ਟਾਈਮ ਆਪ ਜੀ ਦੇ ਹਜੂਰ ਸੋਦਾਰ ਰਹਿਰਾ ਸਾਹਿਬ ਦੇ ਪਾਠ ਕੀਤੇ ਗਏ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ। ਆਪਣੇ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਹਾਲ ਕਰਨਾ। ਘਰ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਆਨੰਦ ਖੇੜੇ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ। ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਰਬੱਤ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਕਰੋ ਕਿਰਪਾ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ। ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਕੱਲ੍ਹ ਰੋਜ਼ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਜੀ। ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਇਲਾਹੀ ਅਤੇ ਦਰਗਾਹੀ ਫਰਮਾਨ ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਆਕਾਲ ਕੀ ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਖੁਆਰ ਹੋਏ ਸਾ ਮਿਲेंगे ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ। ਖੰਡਾ ਜਾਂ ਕੇ ਹਾਥ ਮੈਂ ਕਲਗੀ ਸੋ ਹੈ। ਸੋ ਹਮਰੀ ਰਖਿਆ ਕਰੇ ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੁਮਰੀ ਸਰਣ ਤੁਮਹਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ।
ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਵਿਣ ਨਾ ਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਵਿਣ ਨਾ ਵੈ ਸਭ ਭਰਮ ਦੇ, ਨਿਤ ਜਗ ਟੋਟਾ ਸੰਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੈ। ਮਨ ਮੁਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗੈ ਸਭੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਉ। ਪੌੜੀ। ਸੇ ਹਰ ਨਾਮ ਧਿਆਵੈ, ਜੋ ਹਰ ਰਤਿਆ। ਹਰ ਇੱਕ ਧਿਆਵੈ ਇੱਕ, ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵੈ, ਤਿਨ ਡਰ ਸਟ ਘਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਜੋ ਹਰ ਨਾਮ ਧਿਆਵੈ, ਤਿਨ ਡਰ ਸਟ ਘਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਗੁਰਦੇਵ ਕੋ ਸਤਨਾਮ। ਜਿਸ ਮੰਤਰ ਸੁਣਾਇਆ, ਚਬਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਿੱਤਰ ਨਿੱਘੀ ਗੋਦ ਦੇ ਵਿੱਚ ਅੱਜ ਸੰਧਿਆ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਤਾ ਗੱਦੀ ਨੂੰ ਸਮਰਪਿਤ ਜੋ 44ਵਾਂ ਮਹਾਨਗਰ ਕੀਰਤਨ 5 ਨਵੰਬਰ ਦਿਨ ਐਤਵਾਰ ਨੂੰ ਆਪ ਸਾਰੀਆਂ ਸੰਗਤਾਂ ਰਲ ਮਿਲ ਕੇ ਇਸ ਗੁਰੂ ਘਰ ਦੇ ਵਿੱਚ ਜੁਬਾ ਸਿਟੀ ਦੀ ਧਰਤੀ ਦੇ ਉੱਤੇ ਮਨਾਉਣ ਜਾ ਰਹੇ ਹੋ, ਉਸ ਦੇ ਸਬੰਧ ਦੇ ਵਿੱਚ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲ ਰਹੀਆਂ ਨੇ, ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਸੋ ਐਤਵਾਰ 8 ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਜਿਨ੍ਹਾਂ ਦੇ ਕੱਲ੍ਹ ਮੰਗਲਵਾਰ ਸਵੇਰੇ 9 ਵਜੇ ਭੋਗ ਪਾਏ ਜਾਣਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਸਵੇਰ ਦੇ ਦੀਵਾਨਾਂ ਦੇ ਵਿੱਚ ਸਮੇਂ ਸਿਰ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਅੱਜ ਦੇ ਇਸ ਸੰਧਿਆ ਦੇ ਦੀਵਾਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਅਤੇ ਉਹਨਾਂ ਦਾ ਜਥਾ 6:05 ਤੱਕ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਉਸ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਉਮੇਸ਼ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਸੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਦੇ ਉੱਤੇ ਜੋ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੇ ਕੀਰਤਨੀਏ ਕਥਾਵਾਚਕ ਪਹੁੰਚੇ ਨੇ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਜਾਣਦੇ ਕਿ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਢਾਡੀ ਸੁਖਵਿੰਦਰ ਸਿੰਘ ਜੀ ਅਨਮੋਲ, ਉਹਨਾਂ ਦਾ ਜਥਾ ਹਰ ਰੋਜ਼ ਸ਼ਾਮ ਨੂੰ ਕੀਰਤਨ ਕਰਦਾ ਹੈ। ਅੱਜ ਆਪਣੇ ਕੋਲ ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਪਹੁੰਚ ਚੁੱਕੇ ਨੇ। ਸੋ ਅੱਜ ਸ਼ਾਮ ਦੇ ਦੀਵਾਨਾਂ ਦੇ ਵਿੱਚ ਉਹ ਵੀ ਹਾਜ਼ਰੀ ਭਰਨਗੇ।
ਉਸ ਉਪਰੰਤ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜ਼ੂਰ ਰਾਗੀ ਦਰਬਾਰ ਸਾਹਿਬ ਉਹ ਕੱਲ੍ਹ ਮੰਗਲਵਾਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਲਵਾਉਣਗੇ। ਸਾਰੇ ਜਥੇ ਹਰ ਰੋਜ਼ ਸ਼ਾਮਾਂ ਨੂੰ ਦਰਬਾਰ ਦੇ ਵਿੱਚ ਹਾਜ਼ਰੀ ਲਵਾਇਆ ਕਰਨਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰ ਦੇਂਗੇ ਆਪਣੇ ਪਰਿਵਾਰਾਂ ਸਮੇਤ ਗੁਰੂ ਘਰ ਜ਼ਰੂਰ ਪਹੁੰਚੋ ਜੀ। ਆਓ ਜਥੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ। ਸਾਹਿਬ ਜੀਓ ਧਨਾਸਰੀ ਮਹਿਲਾ ਪਹਿਲਾ। ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਬਰੋ ਕਰੇ। ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਤਾ ਸ਼ਬਦ ਵਜੰਤ ਪੇਰੀ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ। ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨਾ। ਸਹਿਸ ਤਬ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ। ਸਭ ਪਹਿਚਾਨਣ ਹੋਏ। ਗੁਰ ਸਾਕੀ ਜੋਤ ਪ੍ਰਗਟ ਹੋਏ। ਤਿਸ ਭਾਵੇ ਸੁਆਰਤਿ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਂਤੇ। ਤੇਰੇ ਨਾਮ ਵਾਸਾ। ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ। ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਰਸਾ। ਨਾਮ ਤੇਰਾ ਕੇਸਰੋ ਲੈ ਛਿਟਕਾਰ। ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ। ਕਸ ਜਪੇ ਨਾਮ ਲੈ ਤੁਝੇ ਦੁਚਾਰੇ। ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਨਾਮ ਤੇਰੋ ਤੇਲ ਲੈ ਨਾਮ ਤੇਰੇ ਕੀ ਜੋਤ ਲਗਾਈ। ਪਵਨ ਸਗਲਾਰੇ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ। 18 ਸਗਲ ਜੁਠਾਰੇ। तेरो किया तुझे क्या अर्पों। तेरा तू ही चबूर टुलारे। 10 अठ सटे चारे खानी यह बर्तन है सगल संसारे। कह रविदास नाम तेरो आरती। नाम है हर भोग तुहारे। धूप दीप कृत साज आरती। बारने जाओ कमला पाती। मंगला हर मंगला
मिला नित मंगल राजा राम राय को उत्तम दियरा निर्मल बाती निरंजन कमला पाती रामा भगत रामानंद जाने पूरन परमानंद बखाने मदन मूरत पहतार गोबिंदे सैन पड़े भज परमानंदे सुन संध्या तेरी देव देवा कर अदपति आद सबाई सेद समाद अंत नहीं पाया लग रहे शरणाई ले हो आरती हो पुरख निरंजन सतगुरु पूजो पाई ठाडा ब्रह्मा निगम विचारे न लखिया जाई तत तेल नाम किया बाती बक दे उजियारा जोत लाए जगदीश जगाया जय बूजन हारा पंचे शब्द अनाहत बाजे संगे सारंग पानी कबीर दास तेरी आरती कीनी निरंकार निर्वाणी गोपाल तेरा आरता गोपाल तेरा आरता जो जन तुमरी भगत करन ते तिनके काज सवारता हाल सीधा मांगो कियो हमरा खुशी करे नित जियो पनिया छादन नीका अनाज मगो सतसी का ऐस मंगोला वेरी कथा जिन तुरी चंगेरी कर की गीहन चंगी जन तन्ना लेवै मंगी सोरठ भगत न कीजे माला अपनी लीजे ओ मांगो संतन रहना मैं नाही किसी का देना माधो सुने तुम संगे आप न देव तले वो मंगे दो सिर मांगो चूना पाओ कियो संग लूना आध सिर मांगो दाले मोको दोनों वक्त ज्वाले खाट मांगो चौपाई सरहाना अवर तलाई ऊपर को मांगो खींदा तेरे भगत करे जन थींदा मैं नाही कीता लबो एक नाव तेरा मैं फबो एक वीर मन मान्या तू हर जाने माधो कैसी बने तुम संगे संगे अपना ताले वो मंगे मंगे सवैया ते प्रसन्न भये है महामुन देवन कै तप में सुख पावे के करे एक भेद रे पाव ताप हरे मिलत नहलावे झालर ताल मृदंग उपंग बाबुली सुर साज मिलावे मेर गंधर्व गान करे गन जाचे पचर नृत्य दिखावे शंखन की तुन कंठन की कर फूलन की बरखा बरखावे आरती कोट करे सुर सुंदर पेक पुरंदर केवल जावे दानत दचन देके प्रदचन पाल में कुंकम अचत लावे भूत कुलाल देवपुरी मिल देवन के कुल मंगल गावे हे रव हे सस हे करुणा निध मेरी अब बेनती सुन लीजै और न मांगत हो तुम ते कछ चाहत हो चित में सोई की जय शस्त्रन सोवत हिरण पीतर जूझ मारो तो साच पति जय सहाय सदा जग माए कृपा कर श्याम है वर दीजय पाए गहे जब ते तुमरे तब ते को आंख तर नहीं आने राम रहीम पुराण कुरान अनेक कहे मत एक न मान्यो सिमरत शास्त्र वेद सब बहु भेद कहे हम एक न जाने श्री पान कृपा तुमरी कर मैं न कहो सब तोय बखान्यो
दोहरा सगल द्वार को छाड़ के गयो तुहारो द्वार। ऐसे चंड प्रताप ते देवन बड़ो प्रताप। तीन लोग चत्र चक्रवर्ती चत्र चक्र भुगते। सर्वदा सर्व जुगते। दुकालं प्रणासी दयालं स्वरूपे। सदयक संगे भंगम विभूते। सुन शब्द तुम्हारा मेरा मन पीना। सुन शब्द तुम्हारा मेरा मन पीना। कोल कुमाई लालना। कोल कुमाई लालना। गुर मन दीना मेरा मन पीना। एह मन पीना जो जल मीना। लाग रंग मुरारा लाग रंग मुरारा। एह मन पीना जो जल मीना। लाग रंग मुरारा लाग रंग मुरारा। कीमत कही न जाई ठाकुर तेरा महल अपारा तेरा महल अपारा। कीमत कही न जाई ठाकुर तेरा महल अपारा तेरा महल अपारा। सगल गुणा के दाते स्वामी बिनो सुनो एक दीना बिनो सुनो एक दीना।
सगल गुणा के दाते स्वामी, बिनो सुनो एक दीना, बिनो सुनो एक दीना। देहो दरस नानक बलहारी, जियड़ा बल बल कीना, जियड़ा बल बल कीना। देहो दरस नानक बलिहारी, जियड़ा जियड़ा बल बल कीना, जियड़ा बल बल कीना। देहो दरस नानक बलिहारी, जियड़ा बल बल कीना, बल बल कीना। देहो दरस सुख दातिया, देहो दरस सुख दातिया, देहो दरस सुख दातिया, देहो दरस सुख दातिया। मैं गल विच ले हो मिलाए जियो, मैं गल विच ले हो मिलाए जियो, मैं गल विच ले हो मिलाए जियो, मैं गल विच ले हो मिलाए जियो। देहो दरस सुख दातिया, देहो दरस सुख दातिया, देहो दरस सुख दातिया, देहो दरस सुख दातिया। मैं गल विच ले हो मिलाए जियो, मैं गल विच ले हो मिलाए जियो, मैं गल विच ले हो मिलाए जियो, मैं गल विच ले हो मिलाए जियो। देहो दरस नानक बलहारी, जियड़ा बल बल कीना, जियड़ा बल मेरा मन पीना, मेरा मन पीना, मेरा मन पीना। कोल कुमाई लालना, कोल कुमाई लालना, गुरमन दीना, मेरा मन पीना। सुन शब्द तुम्हारा, मेरा मन पीना, सुन शब्द तुम्हारा, मेरा मन पीना। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਸਮੂਹ ਸੰਗਤ ਬਖਸ਼ਣਯੋਗੋ ਬਖਸ਼ ਲੈਣਾ। ਐਨੀ ਕੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਨੂੰ ਉਹਨਾਂ ਜਥੇਦਾਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਆਓ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਉਮੇਸ਼ ਸਿੰਘ ਜੀ ਅਤੇ ਉਹਨਾਂ ਦਾ ਜਥਾ 6:30 ਤੱਕ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਸੋ ਇੱਕ ਬੇਨਤੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ
4 ਨਵੰਬਰ ਦਿਨ ਸਨਿਚਰਵਾਰ ਨੂੰ ਗੁਰੂ ਘਰ ਦੇ ਵਿੱਚ ਸੁੰਦਰ ਦਸਤਾਰ ਮੁਕਾਬਲਾ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 3 ਗਰੁੱਪ ਹੋਣਗੇ। ਇੱਕ ਛੋਟੇ ਬੱਚਿਆਂ ਦਾ ਗਰੁੱਪ ਹੋਵੇਗਾ ਜਿਨ੍ਹਾਂ ਦੀ ਉਮਰ 18 ਸਾਲ ਤੱਕ ਹੈ। ਉਸ ਉਪਰੰਤ ਨੌਜਵਾਨਾਂ ਦਾ ਗਰੁੱਪ ਹੋਵੇਗਾ 18 ਸਾਲ ਤੋਂ ਉੱਪਰ ਉਮਰ ਵਾਲਿਆਂ ਦਾ। ਤੀਸਰਾ ਗਰੁੱਪ ਹੋਵੇਗਾ ਦਮਾਲਾ, ਜਿਹੜੇ ਬੱਚੇ ਦਮਾਲਾ ਸਜਾਉਂਦੇ ਨੇ। ਇਸ ਸਾਲ ਕਲੱਬ ਵੱਲੋਂ ਦਸਤਾਰ ਮੁਕਾਬਲਾ ਅਤੇ ਦਮਾਲਾ ਮੁਕਾਬਲਾ ਜੋ ਉਹਦੇ ਅਲੱਗ-ਅਲੱਗ ਬੈਚ ਬਣਾਏ ਗਏ ਹਨ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਵੀਰ ਜਾਂ ਬੱਚੇ ਦਸਤਾਰਾਂ ਬੰਨ੍ਹਣੀਆਂ ਜਾਣਦੇ ਨੇ, ਦਮਾਲੇ ਬੰਨ੍ਹਣੇ ਜਾਣਦੇ ਨੇ, ਉਹ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਜ਼ਰੂਰ ਲਓ ਜੀ। ਇਸ ਦਸਤਾਰ ਮੁਕਾਬਲੇ ਵਿੱਚ ਸਾਰੇ ਬੱਚਿਆਂ ਨੂੰ, ਨੌਜਵਾਨਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਜੋ ਪਹਿਲਾ ਇਨਾਮ ਹੈ ਉਹ $1100, ਦੂਸਰਾ ਇਨਾਮ $750, ਤੀਸਰਾ ਇਨਾਮ $550 ਹੈ। ਇਸ ਹਿਸਾਬ ਦੇ ਨਾਲ ਜੋ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਹਨ ਉਹਨਾਂ ਦੇ $750 ਪਹਿਲਾ ਇਨਾਮ, ਦੂਸਰਾ ਇਨਾਮ $500, ਤੀਸਰਾ ਇਨਾਮ $350 ਹੈ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਕੰਪੀਟੀਸ਼ਨ ਦੇ ਲਈ, ਇਸ ਮੁਕਾਬਲੇ ਦੇ ਲਈ ਤਿਆਰ ਕਰੋ। ਉਹਨਾਂ ਨੂੰ ਠੀਕ 12 ਵਜੇ ਸਨਿਚਰਵਾਰ 4 ਨਵੰਬਰ ਗੁਰੂ ਘਰ ਲੈ ਕੇ ਆਓ। ਸੋ ਆਓ ਜਥੇ ਦੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ, ਜਿਨ ਕਲ ਰਾਖੇ, ਰਾਖੀ ਰਾਖੀ ਮੇਰੀ। ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੇਠ, ਤੈਸੋ ਹੀ ਮੈਂ ਡੇਠ, ਜੈਸਾ ਸਤਿਗੁਰ ਸੁਣੀਦਾ, ਜੈਸਾ ਸਤਿਗੁਰ ਸੁਣੀਦਾ, ਵਿਛੜਿਆ ਮੇਲੇ ਪ੍ਰਭੂ, ਵਿਛੜਿਆ ਮੇਲੇ
प्रभु हर दरगह का बसीठ। दरगह का बसीठ विछोड़िया मिले प्रभु हर दरगह का बसीठ। हर दरगह का बसीठ जैसा सतगुर सुनीदा। जैसा सतगुर सुनीदा तसोई मैं डेठ। तसोई मैं डेठ जैसा सतगुर सुनीदा। जैसा सतगुर सुनीदा हर नामो मंत्र दृढ़ाएंदा। हर नामो मंत्र दृढ़ाएंदा। आ हर नामो मंत्र दृढ़ाएंदा। काटे हो मैं रोग। काटे हो मैं रोग। नानक सतगुर तीना मिलाया। नानक सतगुर तीना मिलाया। जिना धूरे पया संजोग। जिना धूरे पया संजोग। जैसा सतगुर सुनीदा। जैसा सतगुर सुनीदा तसोई मैं डेठ। तसोई मैं डेठ जैसा सतगुर सुनीदा। जैसा सतगुर सुनीदा तसोई मैं डेठ। तसोई मैं डेठ जैसा सतगुर सुनीदा। जैसा सतगुर सुनीदा तसोई मैं डेठ। तसोई मैं डेठ जैसा सतगुर। जैसा सतगुर। जैसा सतगुर सुनीदा। जैसा सतगुर सुनीदा।
तू ना बिसार मोको, तू ना बिसार, 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 तू ना बिसारे रामैया, तू ना बिसारे रामैया, तू ना बिसार मोको, तू ना बिसार, तू ना बिसार मोको, तू ना बिसार, तू ना बिसारे रामैया, तू ना बिसारे रामैया, तू ना बिसार मोको, तू ना बिसार, तू ना बिसार मोको, तू ना बिसार, आलावंती एहो भ्रम जो है, मुझे ऊपर सब को पिला, आलावंती एहो भ्रम जो है, मुझ ऊपर सब को पिला, मुझ ऊपर सब को पिला, तू ना बिसार मोको, तू ना बिसार, तू ना बिसार मोको, तू ना बिसार, तू ना बिसारे रामैया, तू ना बिसारे रामैया, तू ना बिसार मोको, तू ना बिसार, तू ना बिसार मोको, तू ना बिसार, सूद सूद कर मार उठाया, कहाँ करो बाप बीठला, सूद सूद कर मार उठाया, कहाँ करो बाप बीठला, मुए हुए जो मुकत देहोगे, मुकत न जाने कोयला, मुए हुए जो मुकत देहोगे, मुकत न जाने कोयला, मुए हुए जो मुकत देहोगे, मुकत न जाने कोयला, मुकत
मुकत ना जाने कोयला। तू ना विसार मोको, तू ना विसार, तू ना विसार मोको, तू ना विसार, तू ना विसारे रामैया, तू ना विसारे रामैया। तू ना विसार मोको, तू ना विसार, तू ना विसार मोको, तू ना विसार, तू ना विसारे रामैया, तू ना विसारे रामैया। तू ना विसार मोको, तू ना विसार, तू ना विसार मोको, तू ना विसार। ए पंडिया मोको ढेड कहत तेरी पैज पिछोंडी होएला। ए पंडिया मोको ढेड कहत तेरी पैज पिछोंडी होएला। तू जो दयाल कृपाल कैयत है, तू जो दयाल कृपाल कैयत है, अत बुझ भयो अपार लान। तू जो दयाल कृपाल कैयत है, अत बुझ भयो अपार लान। तू जो दयाल कृपाल कैयत है, अत बुझ भयो अपार लान। अत बुझ भयो अपार लान। तू ना विसार मोको, तू ना विसार, तू ना विसार मोको, तू ना विसार, तू ना विसारे रामैया, तू ना विसारे रामैया। तू ना विसार मोको, तू ना विसार, तू ना विसार मोको, तू ना विसार। फेर दिया देहोरा नामे को, फेर दिया देहोरा नामे को, फेर दिया
आते हो रा नामे को, पंडियन को पिछुआर ला। फेरती आते हो रा नामे को, पंडियन को पिछुआर ला। पंडियन को पिछुआर ला। तू ना विसार मोको, तू ना विसार, तू ना विसार मोको, तू ना विसार, तू ना विसारे रामैया, तू ना विसारे रामैया। तू ना विसार मोको, तू ना विसार, तू ना विसार मोको, तू ना विसार। वाहिगुरु 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 वाहे गुरु। आओ गुरु साध संगत जी, इतने कोई हाजरी प्रवान करना। ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਚੁੱਕਾ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਉਮੇਸ਼ ਸਿੰਘ ਜੀ ਤੇ ਉਹਨਾਂ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਅਰਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ 7:15 ਤੱਕ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਨਗੇ। ਉਸ ਉਪਰੰਤ ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਅੱਜ ਦੇ ਦੀਵਾਨਾਂ ਦੇ ਵਿੱਚ ਉਹ ਵੀ ਹਾਜ਼ਰੀ ਭਰ ਰਹੇ ਨੇ। ਸੋ 7:15 ਵਜੇ ਉਹ ਦਰਬਾਰ ਦੇ ਵਿੱਚ ਹਾਜ਼ਰੀ ਭਰਨਗੇ। ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰੀਆਂ ਸੰਗਤਾਂ ਦਾ, ਖਾਸ ਕਰਕੇ ਆਪਣੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਆਉਂਦੇ ਹੋ। ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਆਈਏ, ਉਹਨਾਂ ਨੂੰ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਸਿਖਾਈਏ, ਉਹਨਾਂ ਨੂੰ ਕੀਰਤਨ ਦਾ ਰਾਸ ਮਾਨਣਾ ਸਿਖਾਈਏ। ਪਰ ਮੈਂ ਆਪਣੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਕਈ ਵਾਰ ਬੱਚੇ ਦਰਬਾਰ ਦੇ ਵਿੱਚ ਇੱਧਰ ਉੱਧਰ ਭੱਜਦੇ ਨੇ, ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਵੇਲੇ ਉਹਨਾਂ ਨੂੰ ਰੋਕੀਏ। ਅਤੇ ਜੇ ਬੱਚੇ ਜ਼ਿਆਦਾ ਹਾਲਤ ਕਰਦੇ ਨੇ ਤਾਂ ਅਸੀਂ 10-15 ਮਿੰਟ ਲਈ ਉਹਨਾਂ ਨੂੰ ਬਾਹਰ ਲੈ ਕੇ ਜਾਈਏ, ਦੁਬਾਰਾ ਸਮਝਾ ਕੇ ਦਰਬਾਰ ਸਾਹਿਬ 'ਚ ਲੈ ਕੇ ਆਈਏ। ਕਿਉਂਕਿ ਬਾਬੇ ਨਾਨਕ ਦੀ ਫੁਲਵਾੜੀ ਦੇ ਛੋਟੇ ਛੋਟੇ ਫੁੱਲ ਆ, ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਨੂੰ ਗੁਰੂ ਘਰ ਦੇ ਵਿੱਚ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਸਿਖਾਲਣਾ ਆ। ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਪਰ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜੀਆਂ ਸੰਗਤਾਂ ਕਥਾ ਦਾ ਕੀਰਤਨ ਦਾ ਆਨੰਦ ਮਾਣ ਰਹੇ ਨੇ, ਭਗਤੀ ਕਰ ਰਹੇ ਨੇ, ਉਹਨਾਂ ਦਾ ਰਸ ਭੰਗ ਨਾ ਹੋਵੇ। ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀਆਂ ਸੰਗਤਾਂ ਨੂੰ ਕਿ ਜਦੋਂ ਬੱਚੇ ਦਰਬਾਰ ਸਾਹਿਬ ਦੇ ਵਿੱਚ ਇੱਧਰ ਉੱਧਰ ਭੱਜਦੇ ਆ ਜਾਂ ਰੌਲਾ ਪਾਉਂਦੇ ਆ, ਆਪਾਂ ਉਹਨਾਂ ਨੂੰ ਸਮਝਾਈਏ, ਉਹਨਾਂ ਨੂੰ ਗੁਰੂ ਦੀ ਗੋਦ ਦੇ ਵਿੱਚ ਬੈਠਣ ਦਾ ਬਲ ਦੱਸੀਏ। ਇਹ ਬੇਨਤੀ ਦਰ ਪ੍ਰਵਾਨ ਕਰਨਾ। ਆਓ ਜਥੇ ਦੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ। ਵਾਹਿਗੁਰੂ ਗੁਰੂ ਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ। ਨਾਨਕ ਦੇ ਘਰ ਹੱਥ। ਤੁਮ ਕਰਹੁ ਦਇਆ ਮੇਰੇ ਸਾਈਂ ਮੇਰੇ ਸਾਈਂ। ਤੁਮ ਕਰਹੁ ਦਇਆ ਮੇਰੇ ਸਾਈਂ। ऐसी मत दीजै मेरे ठाकुर। ऐसी मत दीजै मेरे ठाकुर। सदा सदा तुद ध्याई। ज्ञान ध्यान किछ कर्म न जाना साध न जाना तेरी। सब ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਨ ਕਲ ਰਾਖੀ ਮੇਰੀ। ਹਮ ਸਰ ਦੀਨ ਦਇਆਲ ਨਾ तुम सर। हम सर दीन दयाल न तुम सर। हम सर दीन दयाल न तुम सर। अब बतियार क्या कीजै। अब बतियार क्या कीजै। हम सर दीन दयाल न तुम सर। हम सर दीन दयाल न तुम सर। अब बतियार क्या कीजै। अब बतियार क्या कीजै। हम सर दीन दयाल न तुम सर। हम सर दीन दयाल न तुम सर।
बचनी तोर मोर मन माने। बचनी तोर मोर मन माने, जन को पूरन दीजे। जन को पूरन दीजे। हाँ पल पल जाऊं रा भैया तारने। हाँ पल पल जाऊं रा भैया तारने। कारण कवन बोल, कारण कवन बोल। हम सर दीन दयाल ना तुम सर। हम सर दीन दयाल ना तुम सर। हम सर दीन दयाल ना तुम सर। अब पतियार क्या कीजै। अब पतियार क्या कीजै। हम सर दीन दयाल ना तुम सर। हम सर दीन दयाल ना तुम सर। बहुत जन्म बिछड़े थे माधो। बहुत जन्म बिछड़े थे माधो। यह जन्म तुम्हारे बहुत जन्म बिछड़े थे माधो। ये जन्म तुम्हारे लेखे। हे जन्म तुम्हारे लेखे। बहुत जन्म बिछड़े थे माधो। बहुत जन्म बिछड़े थे माधो। यह जन्म तुम्हारे लेखे। यह जन्म तुम्हारे लेखे। कह रविदास आस लग जीवो। कह रविदास आस लग जीवो। चिर पयो दर्शन देखे। चिर पयो दर्शन देखे। हम सर दीन दयाल ना तुम सर। हम सर दीन दयाल ना तुम सर। अब पतियार क्या कीजै। अब पतियार क्या कीजै। हम सर दीन दयाल ना तुम सर। हम सर दीन दयाल ना तुम सर। हम सर दीन
दयाल न तुम सर, हम सर दीन दयाल न तुम सर, हम सर दीन, हम सर दीन, हम सर दीन दयाल दयाल हम सर दीन दयाल ना तुम सर, दयाल ना तुम सर, हम सर दीन दयाल ना तुम सर। सेवक को सेवा बन आई, सेवक को सेवा बन आई, सेवक को सेवा बन आई, सेवक को सेवा बन आई। हुक्म बूझ परम पद पाई, हुक्म बूझ परम पद पाई, सेवक को सेवा बन आई, सेवक को सेवा बन आई। हुक्म बूझ परम पद पाई, हुक्म बूझ परम पद पाई, सेवक को सेवा बन आई, सेवक को सेवा बन आई। जन लागा हर एक नाए, जन लागा हर एक नाए, तिसकी आस न बिरथी जाए, तिसकी आस न बिरथी जाए। हुक्म बूझ परम पद पाई, हुक्म बूझ परम पद पाई, सेवक को सेवा बन आई, सेवक को सेवा बन आई। इसते ऊपर नहीं विचार, इसते ऊपर
नहीं विचार, जाके मन बसया निरंकार, जाके मन बसया निरंकार। हुक्म बूझ परम पद पाई, हुक्म बूझ परम पद पाई। सेवक को सेवा बन आई, सेवक को सेवा बन आई। बंधन तोर भये निर्वैर, बंधन तोर भये निर्वैर। अन दिन पूजे गुर के पैर, अन दिन पूजे गुर के पैर। हुक्म बूझ परम पद पाई, हुक्म बूझ परम पद पाई। सेवक को सेवा बन आई, सेवक को सेवा बन आई। लोक सुखिए परलोक सुहेले, एह लोक सुखिए परलोक सुहेले। नानक हर प्रभ आपे है मेले, ए लोक सुखिए परलोक सुहेले, ए लोक सुखिए ए लोक सुखिए परलोक सुहेले। नानक आप मेले, नानक हर प्रभ आप मेले, आप मेले। लोक सुखिए परलोक सुहेले, एह लोक सुखिए परलोक सुहेले। नानक हर प्रभ आपे है मेले, नानक हर प्रभ आपे है मेले। हुक्म बूझ परम पद पाई, हुक्म बूझ परम पद पाई। सेवक को सेवा बन आई,
सेवक को सेवा बन आई। हुकम बूझ परम पद पाई। 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 सेवक को सेवा बन आई। सेवक को सेवा बन आई। सेवक को सेवा बन आई। सेवा बन आई। सेवा बन आई। तन 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 जन आया। तन 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 जन आया। आओ संगत जी, अज धन धन ब्रह्म ज्ञानी बाबा बुढ़ा साहब जी का जन्म दिहाड़ा भी है। ਅਸੀਂ ਸਾਰਿਆਂ ਨੇ ਰਲ ਮਿਲ ਕਰਕੇ ਸਤਿਗੁਰਾਂ ਚਰਨਾਂ ਪਾਸ ਹਾਜ਼ਰੀ ਲਵਾਉਣੀ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ 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 ਜਨ ਆਇਆ। 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 ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ। ਧੰਨ 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 ਜਨ ਆਇਆ। 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 जो जाने तिस सदा सुख होए। जो जाने तिस सदा सुख होए। आप मिलाए ले प्रभ सोए। आप मिलाए ले प्रभ सोए। जिस प्रसाद सब जगत तराया। जिस प्रसाद सब जगत तराया। धन 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 जन आया। धन 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 जन आया। धन 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 जन आया। धन 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 जन आया।
ਪਤਵੰਤ ਕੁਲਵੰਤ ਪਤਵੰਤ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧਨ 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 ਜਨ ਆਇਆ ਧਨ 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 ਜਨ ਆਇਆ ਧਨ 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 ਜਨ ਆਇਆ ਧਨ 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 ਜਨ ਆਇਆ। जन आवन का ए है सुआओ जन आवन का ए है सुआओ जन के संग चित आवे नाओ जन के संग चित आवे नाओ जिस प्रसाद सब जगत तराया जिस प्रसाद सब जगत तराया धन 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 जन आया 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 जिस प्रसाद सब जगत तराया जिस प्रसाद सब जगत तराया धन 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 जन आया धन 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 जन आया धन 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 जन आया धन 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 जन आया। आप मुक्त मुक्त करे संसार आप मुक्त मुक्त करे संसार नानक तिस जन को सदा नमस्कार नानक तिस जन को सदा नमस्कार आप मुक्त करे संसार नानक तिस जन को सदा सदा नमस्कार
सदा सदा नमस्कार। सदा नमस्कार, सदा नमस्कार, सदा नमस्कार। आप मुक्त मुक्त करे संसार, आप मुक्त मुक्त करे संसार। नानक तिस जन को सदा नमस्कार, नानक तिस जन को सदा नमस्कार। जिस प्रसाद सब जगत तराया, जिस प्रसाद सब जगत तराया। तन 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 जन आया, तन 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 जन आया, तन 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 जन आया, तन 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 जन आया। जन आवन का ए है सुआओ, जन आवन का ए है सुआओ। जन के संग चित आवे नाओ, जन के संग चित आवे ना। वाहेगुरु 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 जी वाहेगुरु 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 वाहेगुरु। जन आवन का ए है सुआओ, जन आवन का ए है सुआओ। जन के संग चित आवे नाओ, जन के संग चित आवे नाओ। जिस प्रसाद सब जगत तराया, जिस प्रसाद सब जगत तराया। जिस प्रसाद सब जगत तराया, जिस प्रसाद सब जगत तराया। तन 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 जन आया, 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 जन आया, जन आया।
जग में उत्तम काढ़िए बिरले के 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 कहो नानक कृपा करे जिसनो ए बत दे कहो नानक कृपा करे जिसनो ए बत दे जग में उत्तम काढ़िए बिरले के जग में उत्तम काढ़िए बिरले के कहो नानक कृपा करे जिसनो ए बत दे कहो नानक कृपा करे जिसनो ए बत दे जग में उत्तम काढ़िए बिरले के जग में उत्तम काढ़िए बिरले के अंतर गुर आराधना जेवा जप गुर नाम अंतर गुर आराधना जेवा जप गुर नाम नेत्री सतगुर पेखना श्रवणी सुनना गुर नाम नेत्री सतगुर पेखना श्रवणी सुनना गुर नाम कहो नानक कृपा करे जिसनो ए बत दे कहो नानक कृपा करे जिसनो ए बत दे जग में उत्तम काढ़िए बिरले के जग में उत्तम काढ़िए बिरले के सतगुर से तीरत्या दर कै पाइए ठाम सतगुर से तीरत्या दर कै पाइए ठाम कहो नानक कृपा करे जिसनो एह बत दे कहो नानक कृपा करे जिसनो एह बत दे कहो नानक कृपा करे जिसनो ए बत दे कहो नानक कृपा करे जिसनो ए बत दे जग में उत्तम काढ़िए बिरले के जग में उत्तम काढ़िए बिरले के कहो नानक कृपा करे जिसनो ए बत दे कहो नानक कृपा करे जिसनो ए बत दे जग में उत्तम काढ़िए बिरले के जग में उत्तम काढ़िए बिरले के अंतर गुर आराधना
ਜਿਹਵਾ ਜਪ ਗੁਰ ਨਾਮ, ਜਿਹਵਾ ਜਪ ਗੁਰ ਨਾਮ, ਜਿਹਵਾ ਜਪ ਗੁਰ ਨਾਮ। ਜਿਹਵਾ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਜਿਹਵਾ 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 ਜਪ ਗੁਰ ਨਾਮ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਬਖਤੇ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਬਖਤੇ। ਜਗ ਮੈਂ ਉਤਮ ਕਾਢੀਐ, ਬਿਰਲੇ ਕੇ ਈਥੇ। ਜਗ ਮੈਂ ਉਤਮ ਕਾਢੀਐ, ਬਿਰਲੇ ਕੇ ਈਥੇ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਬਖਤੇ। ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਬਖਤੇ। ਜਗ ਮਹਿ ਉਤਮ ਕਾਢੀਐ, ਬਿਰਲੇ ਕੇ ਈਥੇ। ਜਗ ਮਹਿ ਉਤਮ ਕਾਢੀਐ, ਬਿਰਲੇ ਕੇ ਈਥੇ। ਬਿਰਲੇ ਕੇ ਈਥੇ, ਬਿਰਲੇ ਕੇ ਈਥੇ। ਸੋ ਸੰਗਤ ਜੀਓ, ਇੰਨੇ ਕੀਰਤਨ ਦੀ ਸੇਵਾ ਪ੍ਰਵਾਨ ਕਰੋ ਜੀ। ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ ਜੀ। ਕੋਟਾਨਕੋਟ ਸ਼ੁਕਰਾਨਾ ਹੈ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸਾਰੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕ ਜਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚ ਚੁੱਕੇ ਨੇ ਸੰਗਤਾਂ ਵਿੱਚ। ਉਹਨਾਂ ਨੇ ਆਪ ਜੀ ਨੂੰ ਕਥਾ ਦੁਆਰਾ, ਵਿਚਾਰਾਂ ਦੁਆਰਾ ਨਿਹਾਲ ਕਰਨਾ ਹੈ ਜੀ। ਆਪ ਜੀ ਸੰਗਤ ਨੂੰ ਅੱਜ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਮਹਿਰਮਦ ਕਰਨ। ਆਓ ਜੀ ਬੁਲਾਓ ਗੱਜ ਵੱਜ ਕੇ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਕੀਰਤਨ ਸਰਵਣ ਕਰਾਇਆ। ਸਭ ਤੋਂ ਪਹਿਲਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜੁਬਾ ਸਿਟੀ ਸਾਧ ਸੰਗਤ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਜੋ ਆਪ ਸਾਰੀਆਂ ਸੰਗਤਾਂ ਦੇ ਸੱਦੇ 'ਤੇ ਅੱਜ ਇਸ ਗੁਰੂ ਘਰ ਦੇ ਵਿੱਚ ਪਹੁੰਚੇ ਨੇ, ਉਹਨਾਂ ਨੂੰ ਜਿਉਂ ਆਖਦੇ ਹਾਂ। ਉਹਨਾਂ ਦਾ ਇਸ ਗੁਰੂ ਘਰ ਦੇ ਵਿੱਚ ਜੁਬਾ ਸਿਟੀ 'ਤੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹਾਂ। ਆਓ ਦਾਸ ਬੇਨਤੀ ਕਰਦਾ ਭਾਈ ਸਾਹਿਬ ਹੁਣਾਂ ਨੂੰ ਕਿ ਉਹ 8 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਉਸ ਉਪਰੰਤ ਢਾਡੀ ਸੁਖਵਿੰਦਰ ਸਿੰਘ ਜੀ ਅਨਮੋਲ ਦੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਢਾਡੀ ਬਾਰਾਂ ਸਰਵਣ ਕਰਾਉਣਗੇ। ਇੱਕ ਬੇਨਤੀ ਮੈਂ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਕਰਨਾ ਚਾਹੁੰਦਾ, ਖਾਸ ਕਰਕੇ ਮੈਂ ਵੀਰਾਂ ਦੇ, ਕਿ ਥੋੜ੍ਹਾ ਥੋੜ੍ਹਾ ਤੁਸੀਂ ਅੱਗੇ ਨੂੰ ਆ ਜਾਓ। ਭੈਣਾਂ ਵਾਲੇ ਪਾਸੇ ਜਗ੍ਹਾ ਘੱਟ ਹੈ, ਸੋ ਪਿਛਲੇ ਪਾਸੇ ਬੈਠ ਸਕਣ। ਮੈਂ ਬੇਨਤੀ ਕਰਦਾ ਕਿ ਸਾਰੇ ਵੀਰ ਥੋੜ੍ਹਾ ਥੋੜ੍ਹਾ ਅੱਗੇ ਨੂੰ ਆ ਜਾਓ, ਤਾਂ ਜੋ ਪਿੱਛੋਂ ਆਪਾਂ ਜਗ੍ਹਾ ਥੋੜ੍ਹੀ ਖਾਲੀ ਕਰਕੇ ਬੀਬੀਆਂ ਵਾਸਤੇ ਬਣਾ ਸਕੀਏ। ਇਹ ਬੇਨਤੀ ਦਰ ਪ੍ਰਵਾਨ ਕਰਨਾ ਜੀ। ਸਾਰੇ ਵੀ ਥੋੜ੍ਹੇ ਥੋੜ੍ਹੇ ਅੱਗੇ ਨੂੰ ਆ ਜਾਓ। ਜਿਹੜੇ ਮੇਰੇ ਬਜ਼ੁਰਗ ਪਿੱਛੇ ਬੈਠੇ ਨੇ, ਇਹਨਾਂ ਤੋਂ ਨਾਲ ਬੇਨਤੀ ਕਰਦੇ ਕਿ ਇਸ ਪਾਸੇ ਆ ਜਾਓ, ਤਾਂ ਜੋ ਪਿੱਛੋਂ ਆਪਾਂ ਭੈਣਾਂ ਦੇ ਲਈ ਜਗ੍ਹਾ ਖਾਲੀ ਕਰ ਸਕੀਏ। ਬੇਨਤੀ ਦਰ ਪ੍ਰਵਾਨ ਕਰਨਾ ਜੀ। ਆਓ ਭਾਈ ਸਾਹਿਬ ਦੇ ਪਾਸੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ। ਹਾਂ ਜਾਣਾ
ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰੂ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਆਪ ਜੀ ਨੂੰ ਬੜੇ ਪਿਆਰ ਨਾਲ, ਬੜੇ ਵਜ਼ਦ ਵਿੱਚ, ਬੜੇ ਪ੍ਰੇਮ ਰਸ ਵਿੱਚ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸੀ। ਔਰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਹਰਿਮੰਦਰ ਸਾਹਿਬ ਚੌਂਕੜੇ ਲਾ ਕੇ ਬੈਠੇ ਹੋਈਏ। ਸਾਧ ਸੰਗਤ ਜੋ ਸ਼ਬਦ ਗੁਰਮੁਖ ਪੜ੍ਹ ਰਹੇ ਸਨ, ਸਾਡੇ ਸਰੀਰ ਦੇ ਇੱਕ ਇੱਕ ਅੰਗ ਨੂੰ ਮੁਖਾਤਬ ਹੋਏ ਮਹਾਰਾਜ ਕਿ ਅਸੀਂ ਇਸ ਕਾਇਆ ਦਾ ਸਦ ਉਪਯੋਗ ਕਿਵੇਂ ਕਰਨਾ। ਸਰੀਰ ਸਾਰਿਆਂ ਨੂੰ ਮਿਲਿਆ, ਫਰਕ ਸਿਰਫ ਉਹਦੇ ਉਪਯੋਗ ਦਾ ਹੈ। ਜਿਵੇਂ ਬੁੱਧੀ ਮਿਲੀ ਹੈ ਨਾ ਸਾਰਿਆਂ ਨੂੰ, ਤੇ ਬੁੱਧੀ ਦੇ ਨਾਲ ਵਿਨਾਸ਼ ਵੀ ਕੀਤਾ ਜਾ ਸਕਦਾ, ਵਿਕਾਸ ਵੀ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਸਰੀਰ ਮਿਲਿਆ, ਕਾਇਆ ਮਿਲੀ ਹੈ, ਤੇ ਉਸ ਕਾਇਆ ਦਾ ਦੁਰ ਉਪਯੋਗ ਕਰਦੇ ਆ ਕਿ ਸਦ ਉਪਯੋਗ ਕਰਦੇ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਆਪਣਾ ਬਚਪਨ ਚੇਤੇ ਕਰੀਏ। ਜਦੋਂ ਅਸੀਂ ਸਾਰੇ ਸਕੂਲ ਵਿੱਚ ਜਾਂਦੇ ਸੀ ਤੇ ਮਾਪਿਆਂ ਨੇ ਪਹਿਲਾ ਸਾਈਕਲ ਲੈ ਕੇ ਦਿੱਤਾ, ਸਕੂਟਰ ਲੈ ਕੇ ਦਿੱਤਾ ਹੋਏਗਾ, ਨਾਲ ਇੰਸਟਰਕਸ਼ਨਜ਼ ਦਿੱਤੀਆਂ ਹੋਣਗੀਆਂ, ਹਦਾਇਤਾਂ ਦਿੱਤੀਆਂ ਹੋਣਗੀਆਂ। ਉਹ ਸਾਰਿਆਂ ਨੂੰ ਸਾਨੂੰ ਮਿਲੀਆਂ ਸੀ ਹਦਾਇਤਾਂ, ਤੇ ਉਹ ਹਦਾਇਤ ਇਹ ਸੀ ਕਿ ਹੁਣ ਲੈ ਤੇ ਦਿੱਤਾ, ਐਵੇਂ ਫਿਰਦੇ ਨਾ ਰਹਿਓ। ਮਤਲਬ ਕੀ ਸੀ ਵੀ ਇਹਦਾ ਦੁਰਉਪਯੋਗ ਨਾ ਕਰਿਓ, ਵੀ ਸਕੂਲ ਜਾਣ ਲਈ ਲੈ ਕੇ ਦਿੱਤਾ, ਕਾਲਜ ਜਾਣ ਲਈ ਲੈ ਕੇ ਦਿੱਤਾ ਸਾਈਕਲ ਸਕੂਟਰ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਰਉਪਕਾਰ ਕਰਕੇ ਦੇਹੀ ਦਿੱਤੀ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਤੇ ਇਹ ਦੇਹੁਰੀਆ ਦੇ ਕੇ ਸਤਿਗੁਰੂ ਜੀ ਨੇ ਨਾਲ ਸਾਨੂੰ ਪਿਓ ਵਾਂਗ ਹਦਾਇਤਾਂ ਕੀਤੀਆਂ ਵੀ ਇਹਦਾ ਸਦ ਉਪਯੋਗ ਕਿਵੇਂ ਕਰਨਾ ਹੈ। ਤੇਰੀਆਂ ਅੱਖਾਂ ਕੀ ਕਰਨ, ਤੇਰੀ ਜ਼ੁਬਾਨ ਕੀ ਕਰੇ, ਤੇਰੇ ਹੱਥ ਪੈਰ ਕੀ ਕਰਨ। ਤਾਂ ਉਹ ਗੁਰੂ ਕੇ ਕੀਰਤਨੀਏ ਸਾਨੂੰ ਸ਼ਬਦ ਦਾ ਹੋਕਾ ਦੇ ਕੇ ਸੁਣਾ ਰਹੇ ਸੀ। ਅੰਤਰ ਬੋਲੋ ਨਾ ਸਾਰੇ, ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ। ਤੇ ਜਦੋਂ ਅਸੀਂ ਇਹ ਕਿਰਿਆਸ਼ੀਲ ਹੋਵਾਂਗੇ ਨਾ, ਇਹ ਗੁਰੂ ਦੇ ਆਸ਼ੇ 'ਚ ਆਪਣੇ ਸਰੀਰ ਨੂੰ ਇਸ ਪਾਸੇ ਲਾ ਦਿਆਂਗੇ, ਮਹਾਰਾਜ ਕਹਿੰਦੇ ਫਿਰ ਤੁਹਾਨੂੰ ਰੰਗ ਚੜ੍ਹੇਗਾ ਗੁਰੂ ਦਾ। ਜਦੋਂ ਤੁਸੀਂ ਆਪਣੀਆਂ ਅੱਖਾਂ ਨੂੰ, ਆਪਣੇ ਅੰਤਸ਼ਕਰਨ ਨੂੰ, ਆਪਣੀ ਜੇਬਾਂ ਨੂੰ, ਆਪਣੇ ਕੰਨਾਂ ਨੂੰ ਜਦੋਂ ਇਸ ਆਸ਼ੇ 'ਚ ਢਾਲ ਦਿਓਗੇ ਤੇ ਸੁੱਤੇ ਸਿੱਧ ਰੰਗ ਚੜ੍ਹਨਾ ਸ਼ੁਰੂ। ਜਿਵੇਂ ਬਰਤਨ ਦੇ ਵਿੱਚ ਕੋਈ ਵਸਤੂ ਪਾ ਦਈਏ ਤੇ ਉਹਨੂੰ ਪਾ ਚੜ੍ਹ ਜਾਂਦੀ ਹੈ ਨਾ ਜੀ, ਭਾਵੇਂ ਉਹ ਬਰਤਨ ਨਿਰਜਿੰਦੀ ਹੁੰਦਾ, ਤੁਸੀਂ ਤੇ ਜਿੰਦਾ ਜਾਗਦੇ ਹੋ, ਤੁਸੀਂ ਤੇ ਮਹਿਸੂਸ ਕਰਦੇ ਹੋ, ਤੁਸੀਂ ਤੁਹਾਡੇ ਅੰਦਰ ਤੇ ਉਹਨੂੰ ਆਪਣੇ ਅੰਦਰ ਜਜ਼ਬ ਕਰਨ ਦੀ ਸ਼ਕਤੀ ਹੈ। ਤੇ ਜਦੋਂ ਇਸ ਭਾਂਡੇ 'ਚ ਇਹ ਵਸਤੂ ਪੈਂਦੀ ਜਾਏਗੀ ਫਿਰ ਤੁਹਾਨੂੰ ਰੰਗ ਚੜ੍ਹੇਗਾ, ਤੇ ਜਦੋਂ ਰੰਗ ਚੜ੍ਹੇਗਾ ਫਿਰ ਰੱਬੀ ਦਰਗਾਹ ਦੇ ਅੰਦਰ ਤੁਹਾਨੂੰ ਸਵੈਮਾਨ ਆਦਰ ਇੱਜ਼ਤ ਪ੍ਰਾਪਤ ਹੋਏਗੀ, ਜਿਹਨੂੰ ਕਿਹਾ ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਐ ਠਾਓ। ਤਾਂ ਮੇਰਾ ਜੀ ਕਰਦਾ ਵੀ ਪਹਿਲਾਂ 2 ਮਿੰਟ ਆਪਾਂ ਸਾਰੇ ਸੁਰਤ ਟਿਕਾ ਕੇ ਨਾ, ਮਨ ਜੋੜ ਕੇ ਗੁਰੂ ਨੂੰ, ਹੋਰ ਕੁਝ ਨਾ ਦਿਸੇ ਸਾਨੂੰ ਜੀ, ਕੋਈ ਸਰੀਰ, ਕੋਈ ਮਨੁੱਖ, ਕੋਈ ਬੋਲਣ ਵਾਲਾ, ਕੋਈ ਮੱਥਾ ਟੇਕਣ ਵਾਲਾ ਕੋਈ ਨਾ ਦਿਸੇ, ਸਾਡੀ ਸੁਰਤ ਨੂੰ ਸਿਰਫ ਸਤਿਗੁਰੂ ਦਿਸੇ। ਤੇ 2 ਛਿਨ ਸਾਰੇ ਪ੍ਰੇਮ ਵਿੱਚ ਜੁੜ ਕੇ ਸਿਮਰੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਕੇ ਪਿਆਰੇ ਕੀਰਤਨੀਏ, ਇਹਨਾਂ ਦਾ ਮੈਂ ਬਹੁਤਾ ਕਰਜ਼ਦਾਰ ਹਾਂ, ਕਿਉਂਕਿ ਸਫਰੇ ਸ਼ਹਾਦਤ ਇਹਨਾਂ ਕਰਕੇ ਹੁੰਦਾ ਹੈ। ਇਹ ਬਹੁਤ ਸੇਵਾਵਾਂ ਦਿੰਦੇ ਨੇ, ਬੜੀ ਭਾਵਨਾ ਨਾਲ, ਬੜੇ ਪ੍ਰੇਮ 'ਚ ਭਿੱਜ ਕੇ। ਇਸ ਵਾਸਤੇ ਮੇਰਾ ਜੀ ਕਰਦਾ ਹੁੰਦਾ ਨਿੱਜੀ ਤੌਰ 'ਤੇ ਕਿ ਇਹ ਰੂਹ ਗੁਰੂ ਕੇ ਕੀਰਤਨੀਆਂ ਦੇ ਚਰਨਾਂ 'ਚ ਵਿਛ ਜਾਏ। ਸੱਚੇ ਸਾਹਿਬ ਜੀ ਨੇ ਬੜਾ ਮਾਣ ਦਿੱਤਾ। ਅੱਜ ਵੀ ਪੰਥ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਤੋਂ, ਗੁਰੂ ਨਾਨਕ ਹਜ਼ੂਰ ਦੇ ਸਮੇਂ ਤੋਂ ਲੈ ਕੇ ਕੀਰਤਨੀਆਂ ਨੂੰ ਸੱਜੇ ਪਾਸੇ ਬਿਠਾਇਆ ਗਿਆ। ਸਾਧ ਸੰਗਤ, ਇਹ ਬਹੁਤ ਵੱਡਾ ਆਦਰ ਹੈ। ਅੱਜ ਵੀ ਤੁਸੀਂ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਦੇ ਹੋ, ਗੁਰੂ ਕੇ ਅਦਬ ਦੇ ਵਿੱਚ ਗੁਰੂ ਦੇ ਕੀਰਤਨ ਨੂੰ ਸੁਣਾਉਣ ਵਾਲੇ। ਦੇਖੋ, ਦੋ ਗੱਲਾਂ ਨੇ ਨਾ ਜੀ। ਇੱਕ ਤੇ ਅਸੀਂ ਦਾਤੇ ਤੋਂ ਕੁਰਬਾਨ ਜਾਂਦੇ ਹਾਂ, ਸਤਿਗੁਰ ਦਾਤਾ ਨਾਮ ਦਾ, ਸਰਬ ਸੁੱਖਾਂ ਕਾ ਦਾਤਾ ਸਤਿਗੁਰੂ। ਇੱਕ ਤੇ ਅਸੀਂ ਕਰਤੇ ਤੋਂ ਕੁਰਬਾਨ ਜਾਂਦੇ ਹਾਂ, ਇੱਕ ਅਸੀਂ ਕਰਤੇ ਨੂੰ ਜਪਣ ਵਾਲਿਆਂ ਤੋਂ ਵੀ ਕੁਰਬਾਨ ਜਾਂਦੇ ਹਾਂ, ਹੈ ਨਾ ਜੀ। ਹੋਂ ਵਾਰੀ ਹੋਂ ਵਾਰਨੇ ਕੁਰਬਾਨ ਤੇਰੇ ਨਾਮ ਨੂੰ। ਤੇ ਫਿਰ ਨਾਲ ਇਹ ਵੀ ਅਸੀਂ ਪੜ੍ਹਦੇ ਹਾਂ ਨਾ ਜੀ, ਹੋਂ ਕੁਰਬਾਨੈ ਜਾਉ ਤਿਨਾ ਕਹਿ ਲੈ। ਬੋਲੋ ਨਾ ਸਾਰੇ, ਹੋਂ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋਂ ਸਦ ਕੁਰਬਾਨੈ ਜਾਉ। ਉਹ ਕਿਸ ਤਰ੍ਹਾਂ ਦੀਆਂ ਰੂਹਾਂ ਸਾਧ ਸੰਗਤ। ਜੇ ਗੁਰੂ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਜੀ, ਤੂੰ ਧਨ ਤੇ ਤੇਰੇ ਨਾਲ ਜੁੜੀਆਂ ਹੋਈਆਂ ਰੂਹਾਂ ਕਿੱਦਾਂ ਦੀਆਂ ਨੇ, ਤੇ ਸਤਿਗੁਰੂ ਜੀ ਨੇ ਦੱਸਿਆ ਵੀ ਜਿਨ੍ਹਾਂ ਨੂੰ ਨਾਮ ਚਿੱਤ ਆਉਂਦਾ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ। ਉਹ ਦਾਤੇ ਦੇ ਵਰਗੇ ਹੀ ਹੋ ਜਾਂਦੇ ਆ। ਬਾਣੀ 'ਚ ਬਚਨ ਸਾਹਿਬ ਨੇ ਮੋਹਰ ਲਾਈ। ਸੱਚੇ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨਾ ਵਿਸਰਿਆ ਨਾਮ ਸਿੱਖ ਨਿਹਿਆ। ਕਿੱਦਾਂ ਦੇ ਨੇ ਉਹ ਜੀ? ਤੇ ਮਹਾਰਾਜ ਨੇ ਹੁਕਮ ਕੀਤਾ ਵੀ ਭੇਦ ਨਾ ਜਾਣੋ ਮੂਲ, ਸਾਈਂ ਜਿਹਿਆ, ਸਾਈਂ ਜਿਹਿਆ। ਦਸ਼ਮੇਸ਼ ਜੀ ਦੇ ਬਚਨ ਪੜ੍ਹਦੇ ਆ ਕਲਗੀਆਂ ਵਾਲੇ ਸਾਹਿਬ ਦੇ। ਮਹਾਰਾਜ ਕਹਿੰਦੇ, ਹਰ ਹਰ ਜਨ ਦੋਏ ਏਕ ਹੈ। ਐਗਜ਼ਾਮਪਲ ਵੇਖੋ ਕਿੱਡੇ ਕਮਾਲ ਦੀ ਦਿੱਤੀ ਜੀ। ਕਹਿੰਦੇ ਦੋਨੋਂ ਇੱਦਾਂ ਇੱਕਮਿਕ ਹੋ ਜਾਂਦੇ ਜਿਵੇਂ ਸਮੁੰਦਰ 'ਚ ਉੱਠੀ ਹੋਈ ਛੱਲ ਵੇਖਣ ਨੂੰ ਵੱਖ ਲੱਗਦੀ ਹੈ, ਪਰ ਜਦੋਂ ਆਪਣਾ ਆਪਾ ਮਿਟਾਉਂਦੀ ਹੈ ਤੇ ਉਹ ਫਿਰ ਸਮੁੰਦਰ ਦਾ ਹੀ ਰੂਪ ਬਣ ਜਾਂਦੀ ਹੈ। ਅਸਲ ਵਿੱਚ ਵਾਹਿਗੁਰੂ ਜੀ ਦੇ ਚਰਨੀ ਜੁੜੀਆਂ ਹੋਈਆਂ ਰੂਹਾਂ ਜਦੋਂ ਆਪਾ ਮਿਟਾਉਂਦੀਆਂ ਨੇ ਨਾ ਜੀ, ਉਹਦੇ 'ਚ ਹੀ ਸਮਾ ਜਾਂਦੀਆਂ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਇਹਦੇ ਤੋਂ ਸੌਖੀ ਉਦਾਹਰਨ ਨਹੀਂ ਹੋ ਸਕਦੀ ਕੋਈ। ਤੋ ਅੱਜ ਐਸੀ ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਗੁਰੂ ਚਰਨਾਂ 'ਚ ਪ੍ਰਵਾਨ ਚੜ੍ਹੀ ਹੋਈ ਰੂਹ, ਗੁਰੂ ਸਾਹਿਬ ਜੀ ਦੇ ਆਦਰ ਦੀ ਪਾਤਰ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬਾਨ ਆਦਰ ਦਿੰਦੇ ਸਨ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਦਿਹਾੜਾ, ਜਿਹਨੂੰ ਅਸੀਂ ਸਤਿਕਾਰ ਨਾਲ ਸਮਝਣ ਵਾਸਤੇ ਜਨਮ ਦਿਹਾੜਾ ਕਵਾਂਗੇ। ਪਰ ਸਾਹਿਬ ਕਹਿੰਦੇ ਨੇ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉ ਲੈਣ ਮਿਲਾਏ। ਉਹਨਾਂ ਦਾ ਕੀ ਜੰਮਣਾ ਤੇ ਕੀ ਮਰਨਾ ਸਾਧ ਸੰਗਤ। ਕਿਸ ਤਰ੍ਹਾਂ ਦਾ ਹੁੰਦਾ ਸਿੱਖ ਜੀ। ਤੇ ਖਾਸ ਕਰਕੇ ਜਦੋਂ ਮੈਂ ਇੱਥੇ ਬੈਠ ਕੇ ਸੇਵਾ ਨਿਭਾਉਂਦਾ ਤੇ ਫਿਰ ਉਹ ਪਵਿੱਤਰ ਜੀਵਨ ਮੇਰੇ ਵਾਸਤੇ ਸ਼ੀਸ਼ਾ ਬਣਦਾ, ਜਿਸ ਸ਼ੀਸ਼ੇ ਨੂੰ ਵੇਖ ਕੇ ਅੱਖਾਂ ਝੁਕਦੀਆਂ ਕਿ ਕਿਸ ਤਰ੍ਹਾਂ ਦਾ ਹੁੰਦਾ ਗੁਰੂ ਘਰ ਦਾ ਗ੍ਰੰਥੀ ਸਾਹਿਬ। ਇਹ ਬਹੁਤ ਵੱਡਾ ਸਵਾਲ ਹੈ ਜੀ। ਠੀਕ ਹੈ, ਸਾਡੇ ਸਾਰਿਆਂ ਦੇ ਅੰਦਰ ਸਾਰੇ ਗੁਣ ਨਹੀਂ ਆ ਸਕਦੇ, ਇਹ ਕਰਤੇ ਦੀ ਖੇਡ ਹੈ, ਪਰ ਸਾਨੂੰ ਆਦਰਸ਼ ਜ਼ਰੂਰ ਮਿਲਿਆ ਵੀ ਜੀਵਨ ਕਿਸ ਤਰ੍ਹਾਂ ਦਾ ਹੋਏ ਗੁਰੂ ਕੇ ਗ੍ਰੰਥੀ ਦੀ, ਰੂਹਾਨੀਅਤ ਕਿੱਦਾਂ ਦੀ ਹੋਵੇ, ਸੇਵਾ ਕਿੱਦਾਂ ਦੀ ਹੋਵੇ, ਨਿਮਰਤਾ ਕਿੱਦਾਂ ਦੀ ਹੋਵੇ, ਗੁਰੂ ਘਰ ਪ੍ਰਤੀ ਸਮਰਪਣ ਕਿੱਦਾਂ ਦਾ ਹੋਵੇ। ਤੇ ਸਭ ਤੋਂ ਵੱਡੀ ਗੱਲ, ਬਾਬਾ ਬੁੱਢਾ ਜੀ ਨੂੰ ਅੱਜ ਯਾਦ ਕਰ ਰਹੇ ਹੋ ਤੁਸੀਂ, ਇਹ ਸਮਾਗਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਦਾ ਸਮਾਗਮ।
ਤੇ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਆਏਗਾ ਤੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਪੜ੍ਹਨ ਵਾਲੇ, ਪੜ੍ਹ ਕੇ ਸੁਣਾਉਣ ਵਾਲੇ, ਸੇਵਾ ਸੰਭਾਲ ਕਰਨ ਵਾਲੇ ਬਾਬਾ ਬੁੱਢਾ ਜੀ ਦਾ ਵੀ ਜ਼ਿਕਰ ਆਏਗਾ। ਤੇ ਮੈਂ ਸਮਝਦਾ ਇਹ ਵੀ ਸਬੱਬੀ ਹੈ ਕਿ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਾਨੂੰ ਬਾਬਾ ਬੁੱਢਾ ਜੀ ਨੂੰ ਚੇਤੇ ਕਰਨ ਦਾ ਵੀ ਮੌਕਾ ਮਿਲੇ। ਇਹ ਵੀ ਸਬੱਬੀ ਹੈ ਕਿ ਸਾਧ ਸੰਗਤ ਸਾਡੇ ਆਦਰਸ਼ ਨੇ ਬਾਬਾ ਬੁੱਢਾ ਸਾਹਿਬ ਜੀ। ਸਿੱਖ ਦੇ ਕੀ ਕਰਤੱਵ ਕੀ ਹੁੰਦੇ, ਕਿਰਦਾਰ ਕੀ ਹੁੰਦਾ, ਸਿੱਖ ਦਾ ਆਚਾਰ ਕੀ ਹੁੰਦਾ, ਬਾਬਾ ਬੁੱਢਾ ਜੀ ਕੋਲੋਂ ਸਿੱਖਣ ਦਾ ਯਤਨ ਕਰੀਏ। ਸਾਧ ਸੰਗਤ ਬਾਣੀ ਅੰਦਰ ਕਿੰਨਾ ਸਨਮਾਨ ਦਿੱਤਾ ਗਿਆ ਗੁਰੂ ਚਰਨਾਂ ਨਾਲ ਜੁੜੀਆਂ ਹੋਈਆਂ ਰੂਹਾਂ ਨੂੰ। ਤੇ ਜਦੋਂ ਅਸੀਂ ਬਾਬਾ ਬੁੱਢਾ ਜੀ ਦਾ ਜ਼ਿਕਰ ਕਰਾਂਗੇ, ਇੱਕ ਸ਼ਬਦ ਹਰ ਜ਼ੁਬਾਨ ਤੋਂ ਤੁਸੀਂ ਸੁਣਦੇ ਹੋ। ਕੌਮ ਦਾ ਕੋਈ ਬੁਲਾਰਾ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੇ ਜਾਂ ਫਿਰ ਉਚੇਚੇ ਤੌਰ ਤੇ ਬਾਬਾ ਬੁੱਢਾ ਜੀ ਦੀ ਗੱਲ ਕਰੇ, ਇੱਕ ਬਚਨ ਸਾਨੂੰ ਸਾਡੇ ਸਰੋਤਾਂ 'ਚੋਂ ਜ਼ਰੂਰ ਸੁਣਨ ਨੂੰ ਮਿਲਦਾ ਹੈ। ਹਰ ਸਿੱਖ ਸੁਣੇਗਾ, ਸੁਣਾਏਗਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪੰਚਮ ਪਿਤਾ ਜੀ ਨੇ ਜਿੱਦਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੋਹਿਥ ਤਿਆਰ ਕੀਤਾ, ਆਦਿ ਗੁਰੂ ਗ੍ਰੰਥ ਸਾਹਿਬ, ਬੀੜ ਸਾਹਿਬ, ਤੇ ਕੀ ਬਚਨ ਕਿਹਾ ਸੀ ਮਹਾਰਾਜ ਨੇ? ਸਾਡੇ ਸਰੋਤ ਦੱਸਦੇ ਆ ਨਾ ਜੀ, ਮਹਾਰਾਜ ਕਹਿੰਦੇ ਬੁੱਢਾ ਸਾਹਿਬ, ਗਵਾਹੀ ਭਰਦੇ ਸਾਡੇ ਗ੍ਰੰਥ। ਪਹਿਲੀ ਗੱਲ ਤੇ ਸਨਮਾਨ ਵੇਖੋ ਪੰਚਮ ਪਿਤਾ ਜੀ ਕਿੱਦਾਂ ਬੁਲਾਉਂਦੇ ਆ, ਬੁੱਢਾ ਸਾਹਿਬ, ਖੋਲੋ ਗ੍ਰੰਥ। ਤੇ ਅਗਲਾ ਬਚਨ ਬਹੁਤ ਕਮਾਲ, ਬੜਾ ਕੁਝ ਆਪਣੇ ਅੰਦਰ ਭੇਦ ਛੁਪਾਈ ਬੈਠਾ ਹੈ ਵੀ ਗ੍ਰੰਥ ਖੋਲ ਕੇ ਕੀ ਕਰਨਾ? ਗੁਰੂ ਦੇ ਸ਼ਬਦ ਦਾ ਚਾਨਣ ਸਾਰੀ ਦੁਨੀਆ 'ਚ ਵੰਡਣਾ ਤੁਸੀਂ ਬੁੱਢਾ ਸਾਹਿਬ ਜੀ। ਹੁਕਮ ਕੀ ਹੈ ਸਾਡੇ ਲਈ? ਵੇਖੋ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੈ ਸਭ ਪੰਥ। ਹੁਣ ਬੁੱਢਾ ਸਾਹਿਬ ਉਹ ਸ਼ਖਸੀਅਤ ਨੇ, ਉਹ ਪਾਤਰ ਨੇ, ਜਦੋਂ ਅਸੀਂ ਸਿੱਖਣਾ ਬਾਬਾ ਬੁੱਢਾ ਜੀ ਤੋਂ, ਤੇ ਉਹ ਪਾਤਰ ਨੇ ਸਿੱਖ ਪੰਥ ਦੇ ਅੰਦਰ ਜਿਨ੍ਹਾਂ ਦਾ ਮਕਸਦ ਕੀ ਹੈ ਕਿ ਸਾਰੇ ਪੰਥ ਨੂੰ ਸ਼ਬਦ ਨਾਲ ਜੋੜਨਾ। ਸਮਝੋ ਜੀ ਥੋੜ੍ਹਾ ਜਿਹਾ, ਇਸ ਗੱਲ ਨੂੰ ਥੋੜ੍ਹਾ ਚੰਗੀ ਤਰ੍ਹਾਂ ਨੋਟ ਕਰ ਲਿਓ ਵੀ ਬੁੱਢਾ ਸਾਹਿਬ ਜੀ ਦਾ ਕੀ ਕਿਰਦਾਰ ਹੈ, ਉਹਨਾਂ ਦਾ ਇਤਿਹਾਸ ਦੇ ਅੰਦਰ ਕੀ ਰੋਲ ਹੈ, ਉਹ ਕੀ ਪਾਤਰ ਕੀ ਆਪਣਾ ਜ਼ਿੰਮੇਵਾਰੀ ਨਿਭਾ ਰਹੇ ਨੇ। ਗੁਰੂ ਸਾਹਿਬ ਨੇ ਉਹਨਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਹੈ ਕਿ ਬੁੱਢਾ ਸਾਹਿਬ ਜੀ ਤੁਸੀਂ ਸਾਰੇ ਪੰਥ ਨੂੰ ਸ਼ਬਦ ਨਾਲ ਜੋੜਨਾ, ਤੇ ਤੁਸੀਂ ਸ਼ਬਦ ਬੋਲੋ, ਤੁਸੀਂ ਸ਼ਬਦ ਪੜ੍ਹੋ, ਸਾਰੇ ਪੰਥ ਦੇ ਹਿਰਦੇ ਤੱਕ ਸ਼ਬਦ ਪਹੁੰਚੇ। ਹੁਣ ਬਾਬਾ ਬੁੱਢਾ ਸਾਹਿਬ ਜੀ ਸਾਡੇ ਉਹ ਸਪੀਕਰ ਨੇ ਜਿਨ੍ਹਾਂ ਦੇ ਰਾਹੀਂ ਪੰਥ ਤੱਕ ਸ਼ਬਦ ਦੀ ਗੂੰਜ ਪਹੁੰਚ ਰਹੀ ਹੈ। ਮਤਲਬ ਕੀ ਹੈ ਕਿ ਬੁੱਢਾ ਸਾਹਿਬ ਜੀ ਇੱਕ ਵਸੀਲਾ ਬਣਦੇ ਨੇ ਜਿਹੜੇ ਸਿੱਖ ਪੰਥ ਨੂੰ ਸ਼ਬਦ ਨਾਲ ਜੋੜਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ। ਮੈਂ ਪਹਿਲਾਂ ਬਚਨ ਵਰਤਿਆ ਵੀ ਗੁਰੂ ਵੀ ਧੰਨ ਤੇ ਗੁਰੂ ਦੇ ਸਿੱਖ ਵੀ ਧੰਨ, ਪਰ ਉਹ ਸਿੱਖਾਂ ਨੇ ਕੀਤਾ ਕੀ ਸਾਧ ਸੰਗਤ? ਬਾਬਾ ਬੁੱਢਾ ਜੀ ਦਾ ਜੀਵਨ ਵੀ ਵਿਚਾਰਾਂਗੇ, ਪਰ ਮੈਂ ਥੋੜ੍ਹੀ ਜਿਹੀ ਬੇਨਤੀ ਕਰ ਲਵਾਂ ਕਿਉਂਕਿ ਤੁਸੀਂ ਬੜੇ ਦਾਨੇ ਸਿੱਖ ਬੈਠੇ ਹੋ। ਮੈਂ ਸਮਝਦਾ, ਜ਼ਿੰਮੇਵਾਰੀ ਨਾਲ ਸਮਝਦਾ ਕਿ ਇਹ ਇਕੱਠ ਸਧਾਰਨ ਇਕੱਠ ਨਹੀਂ ਹੈ। ਜਿੱਥੇ ਸਾਡੀ ਕੌਮ ਦਾ ਇਹਨਾਂ ਦੇਸ਼ਾਂ ਦੇ ਅੰਦਰ ਇੱਕ ਏਕਤਾ ਦਾ ਪ੍ਰਦਰਸ਼ਨ ਹੈ, ਤੁਹਾਡੇ ਜਜ਼ਬੇ ਦਾ ਪ੍ਰਦਰਸ਼ਨ ਹੈ, ਤੁਹਾਡੀ ਭਾਵਨਾ ਦਾ ਪ੍ਰਦਰਸ਼ਨ ਹੈ, ਤੁਹਾਡੀ ਸੇਵਾ ਦਾ ਪ੍ਰਦਰਸ਼ਨ ਹੈ। ਠੀਕ ਹੈ, ਇੱਕ ਦੁਨੀਆ ਸਾਹਮਣੇ ਆਪਣੇ ਆਪ ਨੂੰ ਤੁਸੀਂ ਪੇਸ਼ ਕਰ ਰਹੇ ਹੋ। ਉੱਥੇ ਮੈਂ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਸਮਝਦਾ ਕਿ ਸਿਰ ਜੋੜ ਕੇ ਆਪਣੀ ਕੌਮ ਦਾ ਵਿਸ਼ਲੇਸ਼ਣ ਕਰਨ ਦਾ ਵੀ ਇੱਕ ਮੌਕਾ ਹੈ ਤੁਹਾਡੇ ਲਈ। ਅੱਜ ਜਿਹੜਾ ਖਤਰਾ ਮਹਿਸੂਸ ਹੋ ਰਿਹਾ, ਮੈਂ ਤੁਹਾਡੇ ਨਾਲ ਜਿੱਥੇ ਨਾਲ ਅਸੀਂ ਇਤਿਹਾਸ ਦੀ ਗੱਲ ਕਰਾਂਗੇ, ਬਾਣੀ ਦੀ ਗੱਲ ਕਰਾਂਗੇ, ਉੱਥੇ ਬਾਣੀ ਦੇ ਚਾਨਣ 'ਚ, ਇਤਿਹਾਸ ਦੀ ਰੋਸ਼ਨੀ 'ਚ ਆਪਣੇ ਅੱਜ ਦੀ ਤੇ ਆਪਣੇ ਭਵਿੱਖ ਦੀ ਗੱਲ ਕਰਨੀ ਵੀ ਮੇਰੀ ਜ਼ਿੰਮੇਵਾਰੀ ਹੈ। ਸਿੱਖ ਕਿੰਨੇ ਆਦਰਯੋਗ ਨੇ, ਜਿੰਨਾ ਗੁਰੂ ਸਾਹਿਬ ਸਨਮਾਨ ਕਰ ਰਹੇ ਆ, ਅਸੀਂ ਕੀ ਕਵਾਂਗੇ? ਪਰ ਇੱਕ ਗੱਲ ਚੇਤੇ 'ਚ ਰੱਖਿਓ, ਦਾਤਾ ਦਾਤਾ ਹੁੰਦਾ, ਮੰਗਤਾ ਮੰਗਤਾ ਹੁੰਦਾ। ਅੱਜ ਸਾਡੇ ਲਈ ਖਤਰਾ ਕੀ ਹੈ ਕਿ ਅਸੀਂ ਦਾਤੇ ਦੇ ਪੈਰਲਰ ਦਾਤੇ ਬਣਾ ਕੇ ਪੇਸ਼ ਕਰ ਦਿੱਤਾ। ਇਸ ਖਤਰੇ ਨੂੰ ਮਹਿਸੂਸ ਕਰ ਲਿਓ ਚੰਗੀ ਤਰ੍ਹਾਂ ਜੀ। ਜਿੰਨਾ ਆਦਰ ਕੀਤਾ ਜਾਏ ਥੋੜਾ ਹੈ। ਗੁਰੂ ਸਾਹਿਬ ਆਪ ਆਦਰ ਕਰਦੇ। ਬਾਬਾ ਬੁੱਢਾ ਸਾਹਿਬ ਜੀ ਬਿਰਧ ਹੋ ਗਏ ਤੇ ਝਬਾਲ ਤੋਂ ਦਰਸ਼ਨਾਂ ਵਾਸਤੇ ਆਉਂਦੇ ਸਨ। ਮਹਾਰਾਜ ਛੇਵੇਂ ਪਾਤਸ਼ਾਹ ਹਜ਼ੂਰ ਨੇ ਕਿਹਾ, ਬਾਬਾ ਜੀ ਤੁਸੀਂ ਨਾ ਆਇਆ ਕਰੋ, ਅਸੀਂ ਤੁਹਾਡੇ ਕੋਲ ਆ ਜਾਇਆ ਕਰਾਂਗੇ। ਤੇ ਬਾਬਾ ਜੀ ਨੇ ਕਿਹਾ, ਨਹੀਂ ਸੱਚੇ ਪਾਤਸ਼ਾਹ, ਮੈਨੂੰ ਪਿਆਸ ਹੈ, ਮੈਂ ਹੀ ਆਇਆ ਕਰਾਂਗਾ, ਇਹ ਗੁਸਤਾਖੀ ਨਹੀਂ ਹੋ ਸਕਦੀ। ਤੇ ਤੁਸੀਂ ਅਦਬ ਵੇਖੋ ਜੀ। ਮਹਾਰਾਜ ਸੱਚੇ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਜੇ ਤੁਸੀਂ ਜ਼ਰੂਰ ਆਉਣਾ ਨਾ ਤੇ ਫਿਰ ਇੱਕ ਬਚਨ ਮੰਨ ਲਓ ਸਾਡਾ ਕਿ ਅਸੀਂ ਪਾਲਕੀ ਦਾ ਪ੍ਰਬੰਧ ਕਰਦੇ ਹਾਂ, ਤੁਸੀਂ ਪਾਲਕੀ 'ਚ ਬਿਰਾਜਮਾਨ ਹੋ ਕੇ ਆ ਜਾਇਆ ਕਰੋ। ਸਰੀਰ ਬਿਰਧ ਹੈ, ਹੁਣ ਬਜ਼ੁਰਗ ਬੈਠੇ ਨਾ ਜੀ, ਕੁਰਸੀਆਂ 'ਤੇ ਬੈਠ ਗਏ। ਕਾਰਨ ਕੀ ਹੈ?
ਬਜ਼ੁਰਗ ਨੇ, ਮਹਾਰਾਜ ਨੇ ਵੀ ਪ੍ਰਬੰਧ ਕੀਤਾ ਸੀ। ਕਹਿੰਦੇ ਵੀ ਬੁੱਢਾ ਸਾਹਿਬ ਜੀ ਤੁਸੀਂ ਬਜ਼ੁਰਗ ਹੋ ਗਏ ਹੋ, ਇਸ ਵਾਸਤੇ, ਹਾਲਾਂਕਿ ਠੀਕ ਹੈ, ਮਰਜ਼ਾਦਾ ਇਹ ਕਹਿੰਦੀ ਹੈ, ਨਿਮਰਤਾ ਇਹ ਕਹਿੰਦੀ ਹੈ, ਸਤਿਕਾਰ ਇਹ ਕਹਿੰਦਾ ਵੀ ਸਿੱਖ ਤੇ ਕੀੜੇ ਵਾਂਗੂ ਰੀਂਗਦਾ ਆਵੇ ਗੁਰੂ ਕੋਲ, ਪਰ ਜਦੋਂ ਮਜਬੂਰੀ ਵੇਖੀ ਤੇ ਮਹਾਰਾਜ ਨੇ ਬਦਲਵਾਂ ਪ੍ਰਬੰਧ ਕੀ ਕੀਤਾ ਕਿ ਤੁਸੀਂ ਪਾਲਕੀ ਵਿੱਚ ਆ ਸਕਦੇ ਹੋ। ਬਾਬਾ ਬੁੱਢਾ ਜੀ ਪਾਲਕੀ 'ਚ ਆਉਣ ਲੱਗ ਪਏ। ਇੱਕ ਦਿਨ ਸੱਚੇ ਪਾਤਸ਼ਾਹ ਹਜ਼ੂਰ ਟਹਿਲ ਰਹੇ ਨੇ ਤੇ ਬਾਬਾ ਬੁੱਢਾ ਜੀ ਪਾਲਕੀ 'ਚ ਸਵਾਰ ਆ ਰਹੇ, ਸਿੱਖਾਂ ਨੇ ਮੋਢਿਆਂ ਤੇ ਪਾਲਕੀ ਚੁੱਕੀ, ਬਿਰਧ ਸਰੀਰ, 125 ਵਰ੍ਹਿਆਂ ਤੱਕ ਸਰੀਰ ਆਰਬਲਾ ਨੂੰ ਭੋਗਿਆ, ਸਾਰਾ ਜੀਵਨ ਸੇਵਾ ਸਿਮਰਨ ਵਿੱਚ ਲਾਇਆ, ਵਿਦਵਾਨ ਸਨ, ਗੁਣੀ ਸਨ, ਨਾਲ ਬਹੁਤ ਵੱਡੇ ਗੁਰੂ ਘਰ ਦੇ ਟਹਿਲੂਏ ਨੇ। ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਹਜ਼ੂਰ ਨੇ ਦੇਖਿਆ ਤੇ ਸਤਿਗੁਰੂ ਜੀ ਹੌਲੀ ਨਾਲ ਅੱਗੋਂ ਵਾਲੀ ਗਏ, ਇੱਕ ਸਿੱਖ ਨੂੰ ਇਸ਼ਾਰਾ ਕਰਕੇ ਮਹਾਰਾਜ ਨੇ ਪਾਲਕੀ ਦਾ ਮੋਢਾ ਹਟਾ ਕੇ ਆਪਣਾ ਮੋਢਾ ਲਾ ਦਿੱਤਾ। ਹੁਣ ਵੇਖੋ, ਬਾਬਾ ਬੁੱਢਾ ਜੀ ਵਰਗੇ ਸਿੱਖ ਨੂੰ ਗੁਰੂ ਦੀ ਨੇੜਤਾ ਦਾ ਅਹਿਸਾਸ ਕਿਉਂ ਨਾ ਹੋਵੇ, ਭਾਵੇਂ ਉਹ ਪਾਲਕੀ 'ਚ ਬੈਠੇ ਸਨ ਉੱਪਰ। ਤੇ ਬਾਬਾ ਬੁੱਢਾ, ਇਤਿਹਾਸ ਬੋਲਦਾ ਸਾਡਾ, ਕਹਿੰਦੇ ਬਾਬਾ ਬੁੱਢਾ ਜੀ ਨੇ ਰੌਲਾ ਪਾ ਦਿੱਤਾ, ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਜਾਂ ਤੇ ਪਾਲਕੀ ਰੱਖ ਦਿਓ ਤੇ ਜਾਂ ਮੈਂ ਪਾਲਕੀ 'ਚੋਂ ਛਾਲ ਮਾਰ ਦਿਆਂਗਾ। ਮਤਲਬ ਸਿਰਫ ਮੈਂ ਇਸ ਲਈ ਕਹਿ ਰਿਹਾ ਕਿ ਕਿੰਨਾ ਸਨਮਾਨ ਗੁਰੂ ਸਾਹਿਬ ਕਰਦੇ ਨੇ, ਤੇ ਸਾਡੀ ਜੀਭ ਸੜ ਜੇ ਅਸੀਂ ਬਾਬਾ ਬੁੱਢਾ ਜੀ ਦਾ ਸਨਮਾਨ ਨਾ ਕਰੀਏ, ਪਰ ਸਨਮਾਨ ਗੁਰੂ ਦਾ ਸ਼ਰੀਕ ਨਾ ਬਣਾ ਦੇ ਕਿਸੇ ਸਿੱਖ ਨੂੰ। ਅੱਜ ਕੀ ਹੋ ਰਿਹਾ ਕਿ ਅਸੀਂ ਸਿੱਖਾਂ ਦਾ ਸਨਮਾਨ ਕਰਦੇ ਕਰਦੇ ਗੁਰੂ ਨੂੰ ਛੋਟਾ ਕਰਕੇ ਕਈ ਵਾਰੀ ਸਿੱਖਾਂ ਨੂੰ ਦਾਤੇ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਤੇ ਸਾਨੂੰ ਕਿਹਦੇ ਲੜ ਲਾਇਆ ਸੀ ਜੀ? ਜਿੱਤੜੇ ਫਲ ਮਨ ਬਾਂਛੀ ਹੈ, ਕੀ ਬੋਲੇ ਸੀ ਮਹਾਰਾਜ, ਅੱਜ ਵੀ ਬੋਲ ਰਹੇ ਆ। ਜਿੰਨੀਆਂ ਤੁਹਾਡੀਆਂ ਲਾਲਸਾਵਾਂ ਨੇ ਭੈਣੋ, ਤੁਸੀਂ ਧਿਆਨ ਦਿਓ ਖਾਸ ਕਰਕੇ, ਜਿੰਨੀਆਂ ਤੁਹਾਡੀਆਂ ਚਾਹਤਾਂ ਨੇ, ਜਿੰਨੇ ਕੌਮ ਦੇ ਮਹਾਂਪੁਰਖ ਨੇ, ਭਾਵੇਂ ਉਹ ਇਤਿਹਾਸ ਦੇ ਪਾਤਰ ਨੇ, ਪਿਛੋਕੜ ਦੇ ਨੇ, ਗੋਰੇ ਇਤਿਹਾਸ ਦੇ ਵੇਲੇ ਦੇ ਨੇ, ਭਾਵੇਂ ਉਹ ਸਿੱਖ ਇਤਿਹਾਸ ਦੇ ਜਾਂ ਅੱਜ ਦੇ ਮਹਾਂਪੁਰਖ ਨੇ, ਮੈਂ ਉਹਨਾਂ ਦੀ ਵੀ ਗੱਲ ਕਰਾਂਗਾ। ਅਸੀਂ ਸਾਰੇ ਗੁਰੂ ਦੇ ਮੰਗਤੇ ਹਾਂ ਸਾਧ ਸੰਗਤ। ਅਸੀਂ ਸਾਰਿਆਂ ਨੇ ਝੋਲੀ ਅੱਡ ਕੇ ਕੀ ਕਹਿਣਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਜੇ ਕੋਈ ਝੋਲੀ ਭਰ ਕੇ ਵਾਕਈ ਅਮੀਰ ਹੋਇਆ ਨਾ, ਤੇ ਇਸ ਦਾਤੇ ਕਰਕੇ ਹੋਇਆ, ਆਪਣੇ ਕਰਕੇ ਨਹੀਂ। ਸਾਧ ਸੰਗਤ, ਕੋਈ ਕਿਸ ਮਰਤਬੇ ਤੇ ਵੀ ਪਹੁੰਚਾ ਹੋਵੇ, ਕਿਸੇ ਨੂੰ ਸ਼ਹਾਦਤ ਦਾ ਮਰਤਬਾ ਮਿਲਿਆ ਹੋਵੇ, ਕਿਸੇ ਨੂੰ ਬੰਦਗੀ ਦਾ ਮਰਤਬਾ ਮਿਲਿਆ ਹੋਵੇ, ਕਿਸੇ ਨੂੰ ਸੰਸਾਰ ਦੇ ਉੱਤੇ ਪਰਉਪਕਾਰ ਦੀ ਪਦਵੀ ਮਿਲੀ ਹੋਵੇ, ਜਿਸ ਨੇ ਵੀ ਜੋ ਪਾਇਆ ਉਹ ਗੁਰੂ ਦਾਤੇ ਦੇ ਕੋਲੋਂ ਝੋਲੀ ਅੱਡ ਕੇ ਪਾਇਆ। ਇਸ ਵਾਸਤੇ ਸਿੱਖ ਸਦਾ ਮੰਗਤਾ ਹੈ ਤੇ ਗੁਰੂ ਸਦਾ ਦਾਤਾ ਹੈ। ਸਾਧ ਸੰਗਤ, ਅਸੀਂ ਜੋ ਚਾਹੁੰਦੇ ਹਾਂ, ਜੋ ਸਾਡੀ ਭੁੱਖ ਹੈ, ਜੈਸੀ ਭੂਖ ਤੈਸੀ ਕਾ ਪੂਰਕ। ਮਹਾਰਾਜ ਜਿੱਦਾਂ ਦੀ ਅਸੀਂ ਲਾਲਸਾ ਲੈ ਕੇ ਆਵਾਂਗੇ ਉਹ ਦਿੰਦਾ ਜੀ। ਉਹਨੇ ਸਾਰੇ ਸਿੱਖ, ਜੇ ਮੇਰੇ ਸਤਿਗੁਰੂ ਜੀ ਨੇ ਰੁਲਦਿਆਂ ਹੋਇਆਂ ਨੂੰ ਭਗਤ ਬਣਾ ਦਿੱਤਾ, ਚੋਰਾਂ ਨੂੰ ਸਾਧੂ ਸੰਤ ਬਣਾ ਦਿੱਤਾ, ਜਿਹੜੇ ਧਾੜਵੀ ਸੀ, ਲੁਟੇਰੇ ਸੀ, ਡਾਕੂ ਸੀ, ਕਾਤਲ ਸਨ, ਉਹਨਾਂ ਦੀਆਂ ਜ਼ਿੰਦਗੀਆਂ ਬਦਲ ਕੇ ਉਹਨਾਂ ਦੀ ਝੋਲੀ ਵਿੱਚ ਨਾਮ ਬੰਦਗੀ ਦੀਆਂ ਦਾਤਾਂ ਪਾ ਦਿੱਤੀਆਂ। ਉਹਨਾਂ ਦੇ ਕਤਲਗਾਹਾਂ ਨੂੰ ਸੱਚੇ ਸਾਹਿਬ ਜੀ ਨੇ ਧਰਮਸ਼ਾਲਾ ਬਣਾ ਦਿੱਤਾ। ਸੀਨੇ ਨਾਲ ਲਾ ਕੇ ਆਪਣੀ ਛਾਤੀ ਹੋਣ ਦਾ, ਆਪਣਾ ਸੀਨਾ ਹੋਣ ਦਾ ਮਾਣ ਦਿੱਤਾ ਕਿ ਉਹ ਦਾਤਾ ਹੈ ਨਾ ਜੀ, ਦੇ ਸਕਦਾ। ਅੱਜ ਕਿਹੜਾ ਦੇਣੋਂ ਬੰਦ ਕਰ ਦਿੱਤਾ ਉਹਨੇ? ਧੰਨ ਨੇ ਉਹ ਸਿੱਖ ਜਿਨ੍ਹਾਂ ਨੇ ਮੰਗਤੇ ਬਣ ਕੇ ਗੁਰੂ ਕੋਲੋਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਅਮੀਰੀ ਮਿਲ ਗਈ ਨਾ ਜੀ। ਪਰ ਦਾਤਾ ਕੌਣ ਹੈ? ਮੇਰਾ ਸਤਿਗੁਰੂ। ਜੈਸੀ ਭੂਖ ਤੈਸੀ ਕਾ ਪੂਰਕ। ਜੋ ਤੁਹਾਡੀ ਲਾਲਸਾ ਹੈ, ਜੋ ਤੁਹਾਡੀ ਚਾਹਤ ਹੈ, ਜੋ ਤੁਹਾਡੀ ਭਾਵਨਾ ਹੈ, ਸਾਨੂੰ ਰਾਈਟ ਮਿਲਿਆ ਗੁਰੂ ਵੱਲੋਂ ਕਿ ਅਸੀਂ ਆਪਣੀ ਭਾਵਨਾ ਕਿਹਨੂੰ ਸੁਣਾਉਣੀ ਹੈ ਜੀ? ਜੀ ਕੀ ਬਿਰਥਾ ਹੋਏ ਕਿਹਦੇ ਕੋਲ ਲੈ ਕੇ ਜਾਵਾਂਗੇ? ਭੈਣੋ ਪੰਕਤੀ ਬੋਲਿਓ ਅੱਗੇ ਆਉਂਦੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਸੀਂ ਗੁਰੂ ਦੇ ਮੰਗਤੇ ਹਾਂ। ਸਾਨੂੰ ਇੱਕੋ ਹੀ ਸਬਕ ਸਿਖਾਇਆ, ਸਾਰੇ ਪੜ੍ਹਿਓ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ।
ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਸਾਨੂੰ ਤੇ ਗੁਰੂ ਨਾਨਕ ਨੇ ਇਹੀ ਦ੍ਰਿੜ ਕਰਵਾਇਆ ਸਾਧ ਸੰਗਤ, ਤੇ ਸਾਨੂੰ ਰਾਈਟ ਦਿੱਤਾ ਕਿ ਤੂੰ ਆਪਣੀ ਬਿਰਥਾ ਸੁਣਾ ਭਾਈ, ਤੂੰ ਜੋ ਲੋਚਾ ਰੱਖਦਾ ਦੱਸ ਗੁਰੂ ਨੂੰ ਆ ਕੇ। ਜਿਤੜੇ ਫਲ ਮਨ ਬਾਂਛੀਐ, ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤ ਗੁਰ ਪਾਸ, ਤਿਤੜੇ ਸਤ ਗੁਰ ਪਾਸ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਬਚਨ ਕਿਹਾ, ਅਰਦਾਸ ਕੀਤੀ ਸਿੱਖਾਂ ਨੇ, ਸਿੱਖਾਂ ਦੀ ਭਾਵਨਾ ਬੜੀ ਸੀ। ਜਦੋਂ ਬੀਬੀ ਕਰਮੋ ਨੇ ਕਬੂਲ ਬੋਲੇ ਨਾ, ਕਰਮੋ ਨੇ, ਮੈਂ ਕਹਿੰਦਾ ਗ੍ਰਸਤੀ ਜੀਵਨ 'ਚ ਭੈਣੋ ਇਹਦੇ ਤੋਂ ਭੈੜੀ, ਦਿਲ ਨੂੰ ਅੱਗ ਲਾਉਣ ਵਾਲੀ ਹੋਰ ਕੋਈ ਗਾਲ ਹੀ ਨਹੀਂ ਹੋਏਗੀ ਜਿਹੜੀ ਕਰਮੋ ਨੇ ਕੱਢੀ, ਪ੍ਰਿਥੀ ਚੰਦ ਦੀ ਘਰ ਵਾਲੀ ਨੇ। ਸਮਾਜਿਕ ਜੀਵਨ ਦੇ ਅੰਦਰ ਕੋਈ ਇਹਦੇ ਤੋਂ ਭੱਦਾ ਸ਼ਬਦ, ਇਹਦੇ ਤੋਂ ਤਿੱਖਾ ਕਾਲਜੇ ਨੂੰ ਵਿੰਨਣ ਵਾਲਾ ਬੋਲ ਹੀ ਨਹੀਂ ਹੋਏਗਾ ਜਿਹੜਾ ਬੋਲ ਕਰਮੋ ਨੇ ਬੋਲਿਆ ਮਾਤਾ ਗੰਗਾ ਜੀ ਵਾਸਤੇ। ਇਤਿਹਾਸ ਨੂੰ ਸੁਣਿਆ, ਉਹਨਾਂ ਨੇ ਕਿਹਾ ਸੀ ਔਂਤਰਿਆਂ ਹੀ ਚਲੇ ਜਾਣਾ ਦੁਨੀਆ ਤੋਂ। ਗ੍ਰਸਤੀ ਜੀਵਨ 'ਚ ਬਹੁਤ ਦਿਲ ਨੂੰ ਦਿਖਾਉਣ ਵਾਲਾ ਸ਼ਬਦ ਹੁੰਦਾ। ਠੀਕ ਹੈ, ਮੇਰੇ ਸਤਿਗੁਰੂ ਜੀ ਸਹਿਜ ਅਵਸਥਾ 'ਚ ਜੂਣ ਵਾਲੇ ਨੇ, ਸੁੱਖ ਦੁੱਖ ਦੋਨੋਂ ਸਮ ਕਰਕੇ ਜਾਣਨ ਵਾਲੇ ਨੇ। ਮਾਤਾ ਗੰਗਾ ਜੀ ਸਮ ਅਵਸਥਾ ਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਰੋਜ਼ ਪੜ੍ਹਦੇ ਨੇ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ। ਸਿੱਖਾਂ ਨੇ ਅਰਦਾਸਾਂ ਕੀਤੀਆਂ, ਸਿੱਖਾਂ ਨੇ ਜੋਦੜੀਆਂ ਕੀਤੀਆਂ, ਸਿੱਖਾਂ ਨੇ ਬੇਨਤੀਆਂ ਕੀਤੀਆਂ। ਗੁਰੂ ਅਰਜਨ ਸਾਹਿਬ ਜੀ ਨੂੰ ਆ ਕੇ ਕਿਹਾ, ਮਹਾਰਾਜ ਜੀ ਸਾਡੇ ਕੋਲ ਇੱਕ ਬੋਲ ਜਰਿਆ ਨਹੀਂ ਜਾਂਦਾ। ਤੇ ਅਰਦਾਸਾਂ ਕਰਨ ਵਾਲਿਆਂ 'ਚ ਬਾਬਾ ਬੁੱਢਾ ਜੀ ਵਰਗੇ ਸਿੱਖ ਹਨ। ਬਾਬਾ ਬੁੱਢਾ ਜੀ ਨੇ ਵੀ ਅਰਦਾਸਾਂ ਕੀਤੀਆਂ ਕਿ ਹੇ ਮਾਲਕ ਜੀ ਤੁੱਠੋ, ਇਹ ਕੁਰਖਤ ਬੋਲਾਂ ਦਾ ਜਵਾਬ ਦਿਓ। ਤੇ ਫਿਰ ਆਪ ਜੀ ਨੂੰ ਪਤਾ ਹੈ, ਮਾਤਾ ਗੰਗਾ ਜੀ ਦੀ ਕੁੱਖੋਂ ਜਦੋਂ ਸਾਹਿਬ ਛੇਵੇਂ ਪਾਤਸ਼ਾਹ ਹਜ਼ੂਰ ਪ੍ਰਗਟੇ ਤੇ ਪੰਚਮ ਪਿਤਾ ਜੀ ਨੇ ਬਚਨ ਕਿਹਾ, ਫਿਰ ਕਹਿੰਦੇ ਦਾਤੇ ਨੇ ਦਾਤ ਦੇ ਦਿੱਤੀ। ਕੀ ਕਿਹਾ ਜੀ? ਮੈਂ ਨਹੀਂ ਬੋਲ ਰਿਹਾ ਸਾਧ ਸੰਗਤ, ਇੱਥੇ ਬੈਠੇ ਪੰਚਮ ਪਿਤਾ ਬੋਲਦੇ। ਕਹਿੰਦੇ ਕੋਈ ਭੁਲੇਖੇ ਵਾਲੀ ਪਰਦੇ ਵਾਲੀ ਗੱਲ ਨਹੀਂ। ਗੁੱਜੀ ਛੰਨੀ ਨਾਹੀ ਬਾਤ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁਰੂ ਨਾਨਕ ਤੁਠਾ ਕੀਨੀ ਦਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਹੁਣ ਉਹ ਸਿੱਖ, ਉਹ ਮਹਾਂਪੁਰਖ ਕੀ ਕਰਦੇ ਸੀ ਜੀ ਸਿੱਖੀ ਦੇ ਅੰਦਰ, ਜਿਹੜੇ ਗੁਰੂ ਦੇ ਰੰਗ 'ਚ ਰੱਤੇ ਹੋਏ ਉਦੋਂ ਵੀ ਸੀ। ਤੇ ਇਹ ਨਹੀਂ ਕਿ ਅੱਜ ਆਉਣੇ ਖਤਮ ਹੋ ਗਿਆ, ਅੱਜ ਬੰਦਗੀ ਵਾਲੇ ਖਤਮ ਹੋ ਗਏ, ਅੱਜ ਵੀ ਨੇ ਗੁਰਮੁਖੋ ਜਿਨ੍ਹਾਂ ਦੇ ਅੰਦਰ ਨਾਮ ਦੀ ਕਣੀ ਵਰਤਦੀ ਹੈ। ਨਮਸਕਾਰ ਉਹਨਾਂ ਨੂੰ, ਨੈਗੇਟਿਵ ਨਾ ਸੋਚੀ ਅਸੀਂ। ਪਰ ਉਹ ਕੀ ਕਰਦੇ ਸੀ ਸਾਧ ਸੰਗਤ ਜੀ? ਉਹ ਸ਼ਬਦ ਪੜ੍ਹਦੇ ਆ, ਉਹ ਬਾਣੀ ਬੋਲਦੇ ਆ, ਤੇ ਉਹਨਾਂ ਨੂੰ ਹੁਕਮ ਕੀ ਹੈ? ਲਿਹੋ ਆਵਾਜ਼ ਸੁਣੈ ਸਭ ਪੰਥ। ਉਹਨਾਂ ਦਾ ਇੱਕ ਮਕਸਦ ਹੈ ਕਿ ਉਹ ਗੁਰੂ ਦੀ ਆਵਾਜ਼ ਪੰਥ ਤੱਕ ਪਹੁੰਚਾਉਂਦੇ। ਉਹ ਸਮਝ ਲਓ ਸਿੱਖੀ ਦਾ ਸੇਵਾਦਾਰ, ਉਹ ਸਿੱਖੀ ਦਾ ਪਹਿਰੇਦਾਰ, ਉਸ ਗੁਰੂ ਦਾ ਪ੍ਰਵਾਨ ਚੜ੍ਹਿਆ ਸਿੱਖ ਜਿਹੜਾ ਕਹਿੰਦਾ ਵੀ ਆਓ ਸਿੱਖੋ ਆਪਾਂ ਗੁਰੂ ਦੀ ਆਵਾਜ਼ ਇਕੱਠੇ ਹੋ ਕੇ ਸੁਣੀਏ। ਤੇ ਜੇ ਕੋਈ ਆਪਣੀ ਆਵਾਜ਼ ਸੁਣਾਉਂਦਾ ਨਾ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਉਹ ਗੁਰੂ ਦਾ ਸ਼ਰੀਕ ਹੋਏਗਾ। ਬਾਬਾ ਬੁੱਢਾ ਜੀ ਉਹ ਮਹਾਂਪੁਰਖ ਨੇ ਜਿਨ੍ਹਾਂ ਦਾ ਜਿਹੜੇ ਸਾਡੇ ਆਦਰਸ਼ ਬਣਦੇ ਆ ਤੇ ਜਿਨ੍ਹਾਂ ਦੀ ਸੇਵਾ ਲੱਗਦੀ ਹੈ ਕਿ ਤੁਸੀਂ ਪੰਥ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ। ਲਿਹੋ ਆਵਾਜ਼ ਸੁਣੈ ਸਭ ਪੰਥ। ਤੇ ਫਿਰ ਬਾਬਾ ਬੁੱਢਾ ਜੀ ਬੋਲੇ। ਬਾਬਾ ਬੁੱਢਾ ਜੀ ਨੇ ਪਾਵਨ ਪਵਿੱਤਰ ਗ੍ਰੰਥ ਖੋਲ ਕੇ ਜਦੋਂ ਆਵਾਜ਼ਾਂ ਲਿਆ ਤੇ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ,
ਆਪ ਖਲੋਆ ਹਰ ਪਤਾ ਲੱਗਿਆ ਨਾ ਜੀ ਕੌਣ ਹੈ ਕਾਰਜ ਕਰਨ ਵਾਲੇ। ਤੁਸੀਂ ਧਿਆਨ ਦਿਓ ਸਾਧ ਸੰਗਤ ਜੀ, ਸਾਡੇ ਪੰਥ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਆਏਗਾ ਜਿਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਾਂ। ਬਾਬਾ ਦੀਪ ਸਿੰਘ, ਬਾਬਾ ਬੁੱਢਾ ਜੀ, ਹੋਰ ਵੀ ਬਹੁਤ ਸਾਰੇ ਸਿੱਖ। ਬਾਬਾ ਦੀਪ ਸਿੰਘ ਜੀ ਕੀ ਕਰਦੇ ਆ? ਉਹ ਆਪਣੇ ਹੱਥਾਂ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਉਤਾਰੇ ਕਰਦੇ ਆ। ਦੁਨੀਆ ਵਿੱਚ ਜਿਹੜਾ ਸਰੂਪ ਅੱਜ ਤੁਸੀਂ ਬਿਰਾਜਮਾਨ ਕੀਤਾ ਦਮਦਮੀ ਬੀੜ ਦਾ ਉਤਾਰਾ, ਇਹ ਸਭ ਤੋਂ ਪਹਿਲਾ ਪਰਉਪਕਾਰ ਸੰਪੂਰਨ ਸਰੂਪ ਦਾ ਉਤਾਰਾ ਕਰਕੇ ਸਿੱਖਾਂ ਤੱਕ, ਸਿੱਖਾਂ ਨੂੰ ਸ਼ਬਦ ਨਾਲ ਜੋੜਨਾ। ਬਾਬਾ ਦੀਪ ਸਿੰਘ ਜੀ ਕੀ ਕਰਦੇ ਆ ਕਿ ਦੁਨੀਆ ਦੇ ਸਿੱਖੋ, ਜੇ ਆਪਣੀਆਂ ਝੋਲੀਆਂ ਭਰਨੀਆਂ ਤੇ ਗੁਰੂ ਸ਼ਬਦ ਨਾਲ ਜੁੜੋ। ਤੇ ਉਹਨਾਂ ਨੇ ਕੀ ਕੀਤਾ ਜੀ? 4 ਉਤਾਰੇ ਆਪਣੇ ਕਰ ਕਮਲਾਂ ਨਾਲ ਕੀਤੇ। ਧੰਨ ਬਾਬਾ ਦੀਪ ਸਿੰਘ। ਕਿਹਦੇ ਨਾਲ ਜੋੜਿਆ? ਗੁਰੂ ਨਾਲ ਜੋੜਿਆ। ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਬਾਣੀ ਪੜ੍ਹ ਕੇ ਸੁਣਾਈ। ਕਿਹਦੇ ਨਾਲ ਜੋੜਿਆ? ਹੁਕਮ ਕੀ ਸੀ? ਪੰਥ ਨੂੰ ਸ਼ਬਦ ਨਾਲ ਜੋੜਨਾ। ਇਸ ਵਾਸਤੇ ਅਸੀਂ ਹੁਣ ਵੇਖੋ, ਬਾਬਾ ਆਪਾਂ ਜ਼ਿਕਰ ਕਰਦੇ ਹਾਂ ਭਾਈ ਮੱਖਣ ਸ਼ਾਹ ਜੀ, ਬੜੇ ਮਹਾਨ ਸਿੱਖ ਨੇ, ਤੇ ਕੋਠੇ ਤੇ ਚੜ੍ਹ ਕੇ ਸਿੱਖ ਪੰਥ ਨੂੰ ਕੀ ਹੋਕਾ ਦਿੰਦੇ ਆ ਕਿ ਮੈਂ ਜਾਣ ਲਿਆ, ਮੈਂ ਜਾਣ ਲਿਆ। ਤੇ ਇਹ ਨਹੀਂ ਕਿਹਾ ਵੀ ਹੁਣ ਤੁਸੀਂ ਮੇਰੇ ਕੋਲ ਆਓ, ਦੁਹਾਈ ਦੇ ਕੇ ਕਿਹਾ ਮੈਂ ਜਾਣ ਲਿਆ। ਤੇ ਸਿੱਖੋ ਤੁਸੀਂ ਵੀ ਝੂਠਿਆਂ ਦੀ ਆਸ ਛੱਡ ਕੇ ਆਹ ਧੰਨ ਗੁਰੂ ਤੇਗ ਬਹਾਦਰ ਸੱਚੇ ਸਤਿਗੁਰੂ ਬੈਠੇ ਆ, ਉਹਨਾਂ ਦੇ ਚਰਨੀ ਲੱਗੋ। ਇਸ ਲਈ ਤੇ ਪੜ੍ਹਿਆ ਜਾਂਦਾ ਵੀ ਉਹੀ ਧੰਨ ਹੁੰਦੇ ਨੇ ਗੁਰਸਿੱਖ ਜਿਹੜੇ ਇਹ ਸੇਵਾ ਨਿਭਾਉਂਦੇ ਆ, ਆਪ ਜਪਦੇ ਆ ਤੇ ਦੂਜਿਆਂ ਨੂੰ ਜੋੜਦੇ ਆ। ਸਾਧ ਸੰਗਤ, ਤਾਂਹੀਓ ਕਿਹਾ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਹਰਸਿਓ ਸੰਗਤ ਦੁਬਿਧਾ 'ਚ ਪੈ ਗਈ। ਸਾਧ ਸੰਗਤ, ਗੁਰੂ ਅੰਗਦ ਸਾਹਿਬ ਜੀ ਨਹੀਂ ਮਿਲ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਥਾਪਿਓ ਲੈਣਾ ਜੀਮ ਦੇ, ਤੇ ਸੰਗਤ ਦੁਬਿਧਾ 'ਚ ਪੈ ਗਈ। ਕਿੱਥੇ ਜਾਈਏ? ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਹੋ ਰਹੇ। ਬਾਬਾ ਬੁੱਢਾ ਜੀ ਉਹ ਪਵਿੱਤਰ ਰੂਹ ਨੇ ਜਿਨ੍ਹਾਂ ਕੋਲ ਸੰਗਤ ਆਈ ਤੇ ਆ ਕੇ ਬੇਨਤੀ ਕੀਤੀ, ਬਾਬਾ ਬੁੱਢਾ ਜੀ ਸਾਨੂੰ ਗੁਰੂ ਦੇ ਚਰਨੀ ਲਾ ਦਿਓ, ਸਾਨੂੰ ਗੁਰੂ ਕੋਲ ਲੈ ਕੇ ਜਾਓ, ਅਸੀਂ ਗੁਰੂ ਦੇ ਦੀਦਾਰ ਕਰੀਏ। ਤੇ ਬਾਬਾ ਬੁੱਢਾ ਜੀ ਨੇ ਇਹ ਨਹੀਂ ਕਿਹਾ ਵੀ ਕੋਈ ਗੱਲ ਨਹੀਂ, ਗੁਰੂ ਕੋਲ ਜਾਣ ਦੀ ਲੋੜ ਨਹੀਂ, ਮੈਂ ਬੈਠਾ, ਮੇਰੇ ਕੋਲ ਆ ਜਾਓ। ਕਹਿੰਦੇ ਆਓ ਚੱਲੀਏ, ਗੁਰੂ ਕੋਲ ਲੈ ਕੇ ਚੱਲਦੇ ਹਾਂ। ਉਹ ਧੰਨ ਸਿੱਖ ਜਿਹੜੇ ਭੁੱਲਿਆ ਹੋਇਆਂ ਨੂੰ ਗੁਰੂ ਦੇ ਲੜ ਲਾਉਂਦੇ। ਸਾਧ ਸੰਗਤ, ਤੇ ਲੈ ਕੇ ਜਦੋਂ ਮਾਤਾ ਸਭਰਾਈ ਜੀ ਦੇ ਕੋਠੇ ਤੇ ਆਏ, ਖੰਡੂਰ ਸਾਹਿਬ, ਆਪ ਜੀ ਨੂੰ ਪਤਾ ਹੈ ਘਟਨਾ ਨੂੰ, ਤੁਸੀਂ ਸੁਣਿਆ ਹੋਇਆ। ਆ ਕੇ ਪੁੱਛਦੇ ਨੇ ਮਾਤਾ ਨੂੰ ਵੀ ਕਿੱਥੇ ਨੇ ਸੱਚੇ ਪਾਤਸ਼ਾਹ? ਹੁਣ ਉਹ ਚੁੱਪ ਕਰ ਗਏ, ਕਹਿ ਵੀ ਨਹੀਂ ਸਕਦੇ ਵੀ ਨਹੀਂ ਹਨ। ਤੇ ਸਮਝ ਗਏ ਜੀ। ਢੂੰਡਿਆ, ਗੁਰੂ ਸਾਹਿਬ ਜੀ ਉਸ ਕੋਠੜੀ 'ਚ ਬੈਠੇ ਨੇ। ਸੰਗਤੋਂ ਠੀਕ ਹੈ, ਗਾਥਾ ਲੰਬੀ ਹੈ, ਮੇਰਾ ਸਿਰਫ ਮਕਸਦ ਹੈ ਕਿ ਸਿੱਖ ਮਾਯੂਸ ਹੁੰਦੇ ਆ ਤੇ ਬਾਬਾ ਬੁੱਢਾ ਜੀ ਕਿੱਥੇ ਲੈ ਕੇ ਆਉਂਦੇ ਨੇ? ਗੁਰੂ ਕੋਲ। ਗੁਰੂ ਅਮਰਦਾਸ ਜੀ ਬਾਸਰ ਕੇ ਜਾ ਕੇ ਕੋਠੇ 'ਚ ਬਹਿ ਗਏ, ਬਾਹਰ ਲਿਖ ਕੇ ਲਾ ਦਿੱਤਾ ਵੀ ਭਾਈ ਕੋਈ ਸਾਡਾ ਦਰਵਾਜ਼ਾ ਨਾ ਖੋਲੇ। ਸਿੱਖ ਆਏ ਫਿਰ ਬਾਬਾ ਬੁੱਢਾ ਜੀ ਕੋਲ। ਧੰਨ ਗੁਰੂ ਕੇ ਸਿੱਖ ਜੀ, ਜਿਹੜੇ ਸਿੱਖਾਂ ਨੂੰ ਕਿਹੜੇ ਰਾਹ ਪਾਉਂਦੇ ਆ ਵੀ ਆਓ ਤੁਹਾਨੂੰ ਗੁਰੂ ਦੇ ਲੜ ਲਈਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾ। ਕੋਈ ਜਨ ਹਰਸਿਓ ਦੇਵੈ। ਧੰਨ ਨੇ ਉਹ ਗੁਰਮੁਖ ਜਿਹੜੇ ਸਾਨੂੰ ਰਾਹ ਦਿਖਾਉਂਦੇ ਜੀ, ਜੋੜਦੇ ਆ। ਤੇ ਜੋੜਿਆ ਕਿੱਥੇ ਵੀ ਭਾਈ, ਆਓ ਗੁਰੂ ਨਾਲ ਜੁੜੀਏ। ਸਾਰੀ ਘੋੜੀ ਖੁੱਲੀ ਛੱਡ ਦਿੱਤੀ ਮਹਾਰਾਜ ਦੀ, ਤੇ ਘੋੜੀ ਜਾ ਕੇ ਬਾਸਰ ਕੇ ਉਸ ਕੋਠੜੀ ਦੇ ਸਾਹਮਣੇ ਖੜੀ ਹੋ ਗਈ। ਹੁਣ ਕੋਠੜੀ ਦੇ ਉੱਤੇ ਲਿਖ ਕੇ ਲਾਇਆ ਹੋਇਆ ਵੀ ਕੋਈ ਸਿੱਖ ਇਹਦਾ ਦਰਵਾਜ਼ਾ ਨਾ ਖੋਲੇ। ਸਿੱਖ ਬੇਬਲ ਨੇ, ਦਰਸ਼ਨ ਕਿੱਥੋਂ ਕਰੀਏ, ਕਿਹਨਾਂ ਦੇ ਬਚਨ ਸੁਣੀਏ, ਕਿਹਨਾਂ ਦਾ ਸੰਗ ਕਰੀਏ। ਤੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖਾਂ ਨੇ ਕਿੱਡੀ ਤਰਕੀਬ ਬਣਾਈ। ਅੱਜ ਵੀ ਤੁਸੀਂ ਸੰਨ ਸਾਹਿਬ ਦੇ ਦਰਸ਼ਨ ਕਰਦੇ ਹੋ, ਉਹਨਾਂ ਨੇ ਠੀਕ ਹੈ ਦਰਵਾਜ਼ਾ ਨਹੀਂ ਖੋਲ੍ਹਦੇ, ਪਿਛਲੇ ਪਾਸਿਓਂ ਕੰਧ ਪਾੜਦੀ। ਤੇ ਸਿੱਖਾਂ ਨੂੰ ਕਿਹਦੇ ਨਾਲ ਜੋੜਿਆ ਜੀ? ਗੁਰੂ ਦੇ ਨਾਲ ਜੋੜਿਆ। 6ਵੇਂ ਪਾਤਸ਼ਾਹ ਜੀ ਚਲੇ ਗਏ ਗਵਾਲੀਅਰ ਦੀ ਜੇਲ੍ਹ 'ਚ, ਸਿੱਖ ਫਿਰ ਉਦਾਸ ਨੇ। ਬਾਬਾ ਬੁੱਢਾ ਜੀ ਕਹਿੰਦੇ ਉਦਾਸ ਕਿਉਂ ਹੋਣਾ? ਸਾਡੇ ਕੋਲ ਸ਼ਬਦ ਦੀ ਤਾਕਤ ਹੈ, ਆਓ ਸ਼ਬਦ ਪੜ੍ਹਦੇ ਪੜ੍ਹਦੇ ਰੁੱਖ ਕਰੀਏ ਗੁਰੂ ਵਾਲੇ ਪਾਸੇ ਨੂੰ। ਤੇ ਸੰਗਤਾਂ ਦੇ ਕਾਫਲੇ ਪੰਜਾਬ ਤੋਂ ਲੈ ਕੇ ਕਿੱਡੀ ਟੱਕਰ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਵਕਤ ਦੀ ਹਕੂਮਤ ਦੇ ਨਾਲ, ਜਿਹੜੀ ਹਕੂਮਤ ਚਾਹੁੰਦੀ ਹੈ ਸਿੱਖਾਂ ਨੂੰ ਗੁਰੂ ਨਾਲੋਂ ਤੋੜ ਦਈਏ। ਜਿਸ ਹਕੂਮਤ ਨੇ ਪੰਚਮ ਪਿਤਾ ਜੀ ਨੂੰ ਸ਼ਹੀਦ ਕੀਤਾ, ਜਿਸ ਹਕੂਮਤ ਨੇ 6ਵੇਂ ਪਾਤਸ਼ਾਹ ਜੀ ਨੂੰ ਜੇਲ੍ਹ ਦੇ ਅੰਦਰ ਸੁੱਟਿਆ, ਜਿਸ ਹਕੂਮਤ ਨੇ ਹਰਮੰਦਰ ਸਾਹਿਬ ਨੂੰ ਖਤਮ ਕਰਨ ਦਾ, ਲੋਕਾਂ ਨੂੰ ਭੈ ਭੀਤ ਕਰਨ ਦਾ ਯਤਨ ਕੀਤਾ,
ਹਰਮੰਦਰ ਦੇ ਪੈਰਲਰ ਸਰਕਾਰੀ ਖਰਚੇ ਦੇ ਉੱਤੇ ਉੱਦਾਂ ਦਾ ਹਰਮੰਦਰ ਬਣਵਾਇਆ, ਖਰੀਦ ਕੇ, ਸਿੱਖਾਂ ਦੇ ਭੇਸ ਵਿੱਚ ਹੀ ਬੰਦੇ ਖਰੀਦ ਕੇ ਪ੍ਰਿਥੀ ਚੰਦ ਨੂੰ ਖਰੀਦਿਆ। ਉੱਦਾਂ ਦਾ ਹਰਮੰਦਰ ਹੇਰ ਪਿੰਡ ਵਿੱਚ ਬਣਾਉਣ ਦਾ ਯਤਨ ਕੀਤਾ। ਕੋਠਾ ਗੁਰੂ ਪਿੰਡ ਵਿੱਚ ਸਰਕਾਰੀ ਮਦਦ ਦੇ ਨਾਲ ਅੱਡਾ ਬਣਾ ਕੇ ਪੂਜਾ ਕਰਾਉਣ ਦੀ ਯਤਨ ਕੀਤੇ। ਪਰ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਸਿੱਖਾਂ ਨੂੰ ਭਟਕਣ ਨਹੀਂ ਦਿੱਤਾ। ਬਾਣੀ ਦੀ ਕੈਸੀ ਸੱਤਿਆ ਵਰਤਦੀ ਹੋਏਗੀ ਕਿ ਉਹ ਗੱਜ ਕੇ ਜੋਸ਼ ਜਜ਼ਬੇ 'ਚ ਸ਼ਬਦ ਪੜ੍ਹਦੇ ਨੇ, ਗੁਰੂ ਵਾਲੇ ਪਾਸੇ ਨੂੰ ਰੁੱਖ ਕਰਕੇ ਤੁਰ ਪੈਂਦੇ ਆ। ਤੇ ਕਿੱਥੇ ਪੰਜਾਬ ਦੀ ਧਰਤੀ, ਕਿੱਥੇ ਗਵਾਲੀਅਰ ਦੀ ਧਰਤੀ, ਜਿੱਥੇ ਹਕੂਮਤ ਚਾਹੁੰਦੀ ਹੈ ਕਿ ਸਿੱਖ ਮਯੂਸੀ ਤੇ ਢੈਂਦੀ ਕਲਾ 'ਚ ਚਲੇ ਜਾਣ, ਬਾਬਾ ਬੁੱਢਾ ਜੀ ਵਰਗੇ ਉਹ ਮਹਾਂਪੁਰਖ ਜਿਹੜੇ ਸ਼ਬਦ ਦੇ ਖੰਭ ਲਾਉਂਦੇ ਆ ਤੇ ਸਿੱਖਾਂ ਨੂੰ ਉਦਾਸ ਨਹੀਂ ਹੋਣ ਦਿੰਦੇ, ਗੁਰੂ ਦੇ ਚਰਨਾਂ ਤੱਕ ਲੈ ਕੇ ਚਲੇ ਜਾਂਦੇ। ਕਿੰਨਾ ਜਜ਼ਬਾ, ਕਿੰਨੀ એનર્ਜੀ ਆਉਂਦੀ ਹੋਏਗੀ ਜਦੋਂ ਸਿੱਖ ਰੋਜ਼ ਪੜ੍ਹਦੇ, ਕਾਫਲੇ ਤੁਰਦੇ ਹੋਣਗੇ ਅੰਮ੍ਰਿਤਸਰ ਸਾਹਿਬ ਤੋਂ, ਉਸ ਕਿਲੇ ਦੀਆਂ ਪਰਿਕਰਮਾ ਕਰਦੇ। ਹੁਣ ਹਕੂਮਤ ਇਹੀ ਚਾਹੁੰਦੀ ਹੈ ਨਾ ਵੀ ਵਰਿਆਂ ਬੱਦੀ ਛੇਵੇਂ ਪਾਤਸ਼ਾਹ ਜੀ ਕਾਲ ਕੋਠੜੀ 'ਚ ਬੈਠੇ ਰਹਿਣਗੇ ਗਵਾਲੀਅਰ ਦੇ ਕਿਲੇ 'ਚ, ਸਿੱਖਾਂ ਨੂੰ ਭੁੱਲ ਭੱਲ ਜਾਣਗੇ। ਆਹ ਹੈ ਸਿੱਖ ਨੀਤੀ ਗੁਰਮੁਖੋ। ਗੱਲ ਸਿਰਫ ਕਿਸੇ ਗੁਫਾ 'ਚ ਬਹਿ ਕੇ ਮਾਲਾ ਫੇਰਨ ਦੀ ਨਹੀਂ, ਵਕਤ ਦੀ ਹਕੂਮਤ ਨੂੰ ਵੀ ਜਵਾਬ ਦਿੱਤਾ ਤੇ ਸਿੱਖਾਂ ਦੀ ਮਾਨਸਿਕਤਾ ਨੂੰ ਚੜ੍ਹਦੀ ਕਲਾ 'ਚ ਲੈ ਕੇ ਗਏ। ਇਹਨੂੰ ਕਹਿੰਦੇ ਆ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਜੀ। ਸਿੱਖਾਂ ਦੇ ਅੰਦਰ ਉਸ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ, એનર્ਜੀ ਨੂੰ ਮੁੱਕਣ ਨਹੀਂ ਦਿੱਤਾ। ਪਰ ਕਰਮਾਂ ਕਿਲੇ ਦੀਆਂ ਕਰਕੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਆ। ਇਹ ਸਿਰਫ ਕੀ ਸੀ? ਸਿੱਖਾਂ ਨੂੰ ਸ਼ਬਦ ਨਾਲ ਜੋੜੀ ਰੱਖਣਾ, ਸਿੱਖਾਂ ਦੀ ਸੁਰਤ ਨੂੰ ਬਲਵਾਨ ਕਰਨਾ ਜੀ। ਕੌਮ ਦੇ ਆਗੂ ਬਣ ਕੇ, ਸਿਰਫ ਗ੍ਰੰਥੀ ਨਹੀਂ। ਤਾਂ ਮੈਂ ਕਹਿੰਦਾ ਕਿ ਜਦੋਂ ਅਸੀਂ ਆਪਣੇ ਕਿਰਦਾਰ ਨੂੰ ਵੇਖਦੇ ਹਾਂ ਤੇ ਉੱਥੇ ਸਿਰ ਨੀਵਾ ਹੋ ਜਾਂਦਾ ਕਿ ਗ੍ਰੰਥੀ ਦਾ ਕੰਮ, ਬਾਬਾ ਬੁੱਢਾ ਜੀ ਕਹਿੰਦੇ, ਸਿਰਫ ਇਹ ਨਹੀਂ ਕਿ ਸਵੇਰੇ ਸ਼ਾਮ ਉੱਠ ਕੇ ਉਹਨੇ ਪ੍ਰਕਾਸ਼ ਕਰ ਲਿਆ। ਜਦੋਂ ਕੌਮ ਦੁਬਦਾ ਵਿੱਚ ਹੁੰਦੀ ਹੈ ਤੇ ਅਗਵਾਈ ਕਰਨੀ, ਕੌਮ ਨੂੰ ਰਾਹ ਦਿਖਾਉਣਾ, ਟੁੱਟਿਆਂ ਨੂੰ ਗੁਰੂ ਦੇ ਲੜ ਲਾਉਣਾ, ਇਹ ਉਹ ਮਹਾਂਪੁਰਖਾਂ ਨੇ ਸਿਖਾਇਆ ਸਾਨੂੰ। ਹਾਲਾਤਾਂ ਨੂੰ ਚੀਰਦੇ ਹੋਏ ਗੁਜ਼ਰਨਾ, ਤੇ ਐਸੀ ਸਪਿਰਿਟ ਪੈਦਾ ਕੀਤੀ ਜੀ, ਐਸੀ ਮੂਵਮੈਂਟ ਪੈਦਾ ਕਰ ਦਿੱਤੀ। ਜਿਹੜੀਆਂ ਸ਼ਬਦ ਚੌਂਕੀਆਂ ਨੂੰ ਅੱਜ ਅਸੀਂ ਮੱਥੇ ਟੇਕਦੇ ਹਾਂ, ਇਹ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀਆਂ। ਸਿੱਖਾਂ ਦੇ ਅੰਦਰ ਇੰਨਾ ਜਜ਼ਬਾ ਪੈਦਾ ਕਰ ਦਿੱਤਾ ਕਿ ਹਕੂਮਤ ਨੂੰ ਭੈ ਭੀਤ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛੱਡਣਾ ਪਿਆ ਗਵਾਲੀਅਰ ਦੇ ਕਿਲੇ 'ਚ। ਟੁੱਟਿਆਂ ਹੋਇਆਂ ਨੂੰ ਜੋੜਨਾ ਗੁਰਮੁਖੋ। ਅਸੀਂ ਇਸ ਲਈ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਕਿ ਉਹ ਪਰਉਪਕਾਰੀ ਜਨ ਆਪ ਜੁੜੇ ਨੇ ਤੇ ਦੂਜਿਆਂ ਨੂੰ ਜੋੜਦੇ ਆ। ਸਾਧ ਸੰਗਤ ਜੀ, ਕਿੰਨਾ ਕੁਝ ਸਿਖਾਇਆ ਸਾਨੂੰ ਉਹਨਾਂ ਨੇ। ਉਹਨਾਂ ਨੇ ਸਾਨੂੰ ਨਿਮਰਤਾ ਸਿਖਾਈ। ਗੁਣੀ ਨੇ, ਵਿਦਵਾਨ ਨੇ। ਉਹ ਵਿਦਿਆ ਪੜ੍ਹਾਉਂਦੇ ਪੰਚਮ ਪਾਤਸ਼ਾਹ ਜੀ ਨੂੰ, ਛੇਵੇਂ ਪਾਤਸ਼ਾਹ ਜੀ ਨੂੰ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵੀ ਵਿਦਿਆ ਪੜ੍ਹਾਉਂਦੇ ਗੁਰੂ ਬਾਬਾ ਬੁੱਢਾ ਜੀ। ਉਹ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਵੀ ਸਿਖਾਉਂਦੇ। ਪਰ ਉਹ ਗੁਣੀ ਹੋਣ ਦੇ ਬਾਵਜੂਦ, ਵਿਦਵਾਨ ਹੋਣ ਦੇ ਬਾਵਜੂਦ ਹੱਥ ਵਿੱਚ ਖੁਰਪਾ ਲੈ ਕੇ ਟਹਿਲੂਏ ਬਣ ਕੇ ਸੇਵਾ ਵੀ ਕਰਦੇ। ਉਹਨਾਂ ਦਾ ਸਨਮਾਨ ਸਤਿਗੁਰੂ ਜੀ ਕਰਦੇ ਨੇ। ਤਾਬਿਆਂ ਵਿੱਚ ਬਿਠਾਉਣ ਵਾਸਤੇ ਸਾਰੀ ਰਾਤ ਦੀਰਘ ਸੋਚ ਤੋਂ ਬਾਅਦ ਚੋਣ ਹੁੰਦੀ ਹੈ ਕਿ ਇਸ ਪੋਥੀ ਪਰਮੇਸ਼ਰ ਦਾ ਥਾਨ ਹੈ ਜਿਹੜਾ, ਇਹਦੀ ਸੇਵਾ ਕਿਹਦੀ ਝੋਲੀ 'ਚ ਪਾਈ ਜਾਏ। ਤੇ ਉਸ ਦੀਰਘ ਸੋਚ ਤੋਂ ਬਾਅਦ ਇੱਕ ਨਾਮ ਉੱਭਰਦਾ, ਬਾਬਾ ਬੁੱਢਾ ਸਾਹਿਬ। ਏਡੀ ਵੱਡੀ ਹਸਤੀ ਨੇ, ਪਰ ਨਿਮਰਤਾ ਦੀ ਹੱਦ ਹੋ ਗਈ। ਉਹ ਸਿੱਖਾਂ ਦੇ ਸੇਵਕ ਬਣ ਕੇ ਵਿਚਰਦੇ ਆ ਜੀ। ਆਹ ਕੁਝ ਸਾਨੂੰ ਸਿਖਾਇਆ ਉਹਨਾਂ ਦੇ ਜੀਵਨ ਨੇ। ਭਾਗਾਂ ਵਾਲਿਓ, ਸੁੱਗਾ ਰੰਧਾਵਾ ਜੀ ਦੇ ਗ੍ਰਹਿ ਵਿਖੇ ਮਾਤਾ ਗੌਰਾਂ ਜੀ ਦੀ ਕੁੱਖੋਂ ਕੱਥੂ ਨੰਗਲ ਪਿੰਡ 'ਚ ਬਾਬਾ ਜੀ ਜਨਮੇ, ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਦਾ ਸੰਗ ਹੋ ਗਿਆ। ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜਿਹੜੀ ਗੁਰਤਾ ਦੀ ਜ਼ਿੰਮੇਵਾਰੀ ਸੀ ਨਾ, ਜਿਹਨੂੰ ਅਸੀਂ ਸਿੱਖ ਰਵਾਇਤਾਂ 'ਚ ਕਹਿੰਦੇ ਹਾਂ ਗੁਰਤਾ ਦਾ ਤਿਲਕ, ਗੁਰਤਾ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਦੇ ਨਾਲ ਅਗਲੇ ਗੁਰੂ ਵਿਅਕਤੀ ਨੂੰ ਦਿੱਤੀ ਜਾਂਦੀ ਰਹੀ। ਧਿਆਨ ਦਿਓ। ਫਿਰ ਗੁਰੂ ਅੰਗਦ ਸਾਹਿਬ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਸੇਵਾ ਦਿਓ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਉਹ ਹਰਮੰਦਰ ਸਾਹਿਬ ਤਾਬਿਆ। ਗੁਰੂ ਅਰਜਨ ਸਾਹਿਬ ਆਪ ਨਹੀਂ ਬਹਿੰਦੇ। ਕਿੱਡੀਆਂ ਵੱਡੀਆਂ ਜ਼ਿੰਮੇਵਾਰੀਆਂ। ਕੋਈ ਵੀ ਕੌਮੀ ਫੈਸਲਾ ਲੈਣਾ ਹੁੰਦਾ, ਬਾਬਾ ਬੁੱਢਾ ਜੀ ਜ਼ਿੰਮੇਵਾਰੀ ਨਿਭਾਉਂਦੇ ਆ। ਤੇ ਇਹ ਸਾਰਾ ਕੁਝ ਮਿਲਿਆ ਕਿਵੇਂ? ਦੀਰਘ ਸੋਚ। ਦੀਰਘ ਸੋਚ। ਗੁਰੂ ਨਾਨਕ ਸਾਹਿਬ ਜੀ ਦੀ ਪਾਰਖੂ ਅੱਖ। ਮਹਾਰਾਜ ਜੀ ਜਦੋਂ ਉਦਾਸੀਆਂ ਤੇ ਜਾਂਦੇ ਆ ਤੇ ਉਦਾਸੀਆਂ ਤੇ ਜਾਣ ਦਾ ਮਕਸਦ ਕੀ ਹੈ? ਗੁਰਮੁਖ ਖੋਜਤ ਭਏ ਉਦਾਸੀ। ਗੁਰੂ ਨਾਨਕ ਸਾਹਿਬ ਜੀ
ਭਲੇ ਪੁਰਖਾਂ ਨੂੰ ਖੋਜਣ ਵਾਸਤੇ, ਤੇ ਉਹ ਬੁਰਿਆਂ ਵਿੱਚੋਂ ਵੀ ਭਲਾਈ ਖੋਜ ਲੈਂਦੇ ਮਹਾਰਾਜ। ਉਹਨਾਂ ਨੂੰ ਬਾਬਾ ਬੁੱਢਾ ਜੀ, ਬਾਲਕ ਅਵਸਥਾ, ਨਾਮ ਬੂੜਾ, ਪਰ ਵਿਚਾਰ ਇੰਨੀ ਦੀਰਘ, ਸੋਚ ਇੰਨੀ ਸੂਖਮ, ਅੰਦਰ ਇੰਨੀ ਗੈਰ ਗੰਭੀਰਤਾ, ਰੱਬ ਦਾ ਇੰਨਾ ਭਾਉ ਪ੍ਰੇਮ, ਕਰਮ ਤੋਂ ਇੰਨੇ ਚੇਤਨ। ਜਦੋਂ ਗੁਰੂ ਨਾਨਕ ਸਾਹਿਬ ਦਾ ਸੰਗ ਹੋਇਆ, ਮਹਾਰਾਜ ਨੇ ਬਚਨ ਕੀਤੇ, ਤੇ ਇਹ ਬਾਲਕ ਬੂੜਾ ਗੁਰੂ ਨਾਨਕ ਸਾਹਿਬ ਦੇ ਨਾਲ ਬਜ਼ੁਰਗਾਂ ਵਾਂਗੂ ਬਾਤਾਂ ਕਰਦਾ ਹੈ। ਮਹਾਰਾਜ ਨੂੰ ਭਾ ਗਏ, ਟੁੱਟ ਪਏ ਜੀ ਗੁਰੂ ਨਾਨਕ ਸਾਹਿਬ। ਨਿੱਕਾ ਜਿਹਾ ਬਾਲਕ ਹੈ, 7 ਕੁ ਵਰ੍ਹਿਆਂ ਦਾ। ਗੁਰੂ ਨਾਨਕ ਦੀ ਖੁਸ਼ੀ ਕਿਵੇਂ ਮਿਲਦੀ ਹੈ ਜੀ? ਗੁਰੂ ਸਾਹਿਬ ਟੁੱਟ ਪਏ ਤੇ ਸੱਚੇ ਪਾਤਸ਼ਾਹ ਨੇ ਇੱਕ ਉਪਾਧੀ ਦਿੱਤੀ। ਇਹ ਉਪਾਧੀ ਸੀ ਗੁਰੂ ਨਾਨਕ ਸਾਹਿਬ ਵੱਲੋਂ ਮਿਲੀ ਹੋਈ, ਕਿ ਨਾਮ ਕੀ ਹੈ? ਕਹਿੰਦੇ ਜੀ ਮੈਂ ਬੂੜਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਤੂੰ ਤੇ ਬੁੱਢਾ ਹੈ। ਬੁੱਢਾ ਮਤਲਬ ਨਹੀਂ ਕਿ ਝੁਰੜੀਆਂ ਪਈਆਂ, ਕੇਸ ਚਿੱਟੇ ਹੋਏ। ਬੁੱਢਾ ਮਤਲਬ ਗੈਰ ਗੰਭੀਰਤਾ, ਦੀਰਘ ਸੋਚ, ਬਜ਼ੁਰਗੀ। ਮਹਾਰਾਜ ਨੇ ਜਿਨ੍ਹਾਂ ਨੂੰ ਦਾਨੇ ਕਹਿ ਦਿੱਤਾ ਹੋਵੇ, ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ ਬਜ਼ੁਰਗ ਤੇ ਗੈਰ ਗੰਭੀਰ ਕਹਿ ਦਿੱਤਾ ਹੋਵੇ, ਉਹ ਕਿੰਨੇ ਕੁ ਸੂਝਵਾਨ ਹੋਣਗੇ ਜੀ। ਸਿੱਖ ਪੰਥ ਦੀ ਵੱਡੀ ਸੇਵਾ, ਵੱਡੀਆਂ ਜ਼ਿੰਮੇਵਾਰੀਆਂ, ਔਰ ਔਖੇ ਵੇਲਿਆਂ ਵੇਲੇ ਬਾਬਾ ਬੁੱਢਾ ਜੀ ਨਿਭਾਉਂਦੇ ਰਹੇ। ਸਮਾਂ ਆਪਣੀ ਚਾਲੇ ਚੱਲਦਾ ਜਾਂਦਾ। ਬਹੁਤ ਸਾਰੇ ਕੌਤਕ ਹੁੰਦੇ ਆ ਸਾਧ ਸੰਗਤ। ਤੇ ਫਿਰ ਇੱਕ ਦਿਨ ਉਹ ਘੜੀ ਆਉਂਦੀ ਜਿਸ ਦਿਨ ਵਾਹਿਗੁਰੂ ਜੀ ਦਾ ਵਿਧਾਨ ਹੈ ਜੀ, ਇਹ 5 ਤੱਤਾਂ ਨੇ, 5 ਤੱਤਾਂ 'ਚ ਲੀਨ ਹੋਣਾ, ਕੋਈ ਫਰਕ ਨਹੀਂ ਪੈਂਦਾ ਜੀ। ਸਰੀਰ ਸਾਰਿਆਂ ਨੂੰ ਮਿਲਿਆ, ਇਹੀ ਕੁਝ ਗੁਰੂ ਕੇ ਕੀਰਤਨੀਏ ਸੁਣਾ ਰਹੇ ਸਨ। ਸਾਰਿਆਂ ਦੇ ਸਰੀਰ ਨੇ ਮਿੱਟੀ 'ਚ ਮਿਲਣਾ ਜੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਮਿੱਟੀ ਨੂੰ, ਢੇਰੀ ਨੂੰ ਇਕੱਠਿਆਂ ਕੀਤਾ ਤੇ ਮਿੱਟੀ 'ਚ ਹੀ ਖੱਪ ਜਾਣਾ। ਕਬੀਰ ਧੂਲ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ। ਅਸੀਂ ਇਸ ਖੇ ਤੋਂ ਕਰਵਾਇਆ ਕੀ ਹੈ ਸਾਧ ਸੰਗਤ ਜੀ, ਕਿ ਜਾਂ ਖੇ ਨੂੰ ਹੀ ਵੇਖਦੇ ਰਹੇ। ਧੰਨ ਉਹ ਤਾਂ ਹੋਏ ਕਿਉਂਕਿ ਉਹਨਾਂ ਨੇ ਇਸ ਮਿੱਟੀ ਦੀ ਮਡੋਲੀ ਨੂੰ, ਉਹਦਾ ਸਦ ਉਪਯੋਗ ਕਰ ਲਿਆ, ਸਹੀ ਵਰਤੋਂ ਕਰ ਲਈ ਜੀ, ਇਸ ਲਈ ਉਹ ਧੰਨ ਹੋਏ। ਵਕਤ ਆ ਗਿਆ ਜੀ, ਜਿਹੜੀ ਕਾਇਆ ਮਿਲੀ ਸੀ, ਉਹ ਕਾਇਆ ਨੇ 5 ਤੱਤਾਂ 'ਚ ਲੀਨ ਹੋਣਾ। ਵਾਹਿਗੁਰੂ ਦਾ ਵਿਧਾਨ ਹੈ। 9ਵੇਂ ਪਾਤਸ਼ਾਹ ਕਹਿੰਦੇ, 5 ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਉਸ ਕੁਦਰਤ ਦੇ ਨੇਮ ਨੂੰ ਨਹੀਂ ਤੋੜਨਾ ਜੀ। ਰਮਦਾਸ ਦੀ ਧਰਤੀ, ਉਹ ਭਾਰਤ ਦਾ ਆਖਰੀ ਪਿੰਡ, ਪੰਜਾਬ ਦਾ ਬਾਰਡਰ ਪਾਕਿਸਤਾਨ ਦੇ ਨਾਲ, ਤੁਸੀਂ ਦੇ ਕੰਢੇ ਤੇ, ਆਖਰੀ ਸਵਾਸ। ਤੇ ਇੱਕ ਤਮੰਨਾ, ਇੱਕ ਆਸ ਅੰਦਰ ਉੱਠਦੀ ਹੈ ਵੀ ਹੇ ਮਾਲਕ ਜੀ, ਇਸ ਕਾਇਆ ਨੇ ਸਾਰਾ ਜੀਵਨ ਤੁਹਾਡੇ ਚਰਨਾਂ 'ਚ ਟਹਿਲ ਕਮਾਈ, ਹੁਣ ਮੈਂ ਇਹ ਕਾਇਆ ਨੂੰ ਛੱਡਣ ਲੱਗਾ, ਤੇ ਮੇਰੀ ਇੱਕ ਚਾਹਤ ਹੈ ਕਿ ਕਾਇਆ ਤੁਹਾਡੇ ਚਰਨਾਂ ਵਿੱਚ ਹੀ ਸਮਾਪਤ ਕਰਾਂ। 6ਵੇਂ ਪਾਤਸ਼ਾਹ ਉਸ ਵੇਲੇ ਸ਼੍ਰੀ ਹਰਗੋਬਿੰਦਪੁਰ ਸਨ। ਮਹਾਰਾਜ ਘੋੜੇ 'ਤੇ ਸਵਾਰ ਹੁੰਦੇ ਆ। ਵੇਖੋ ਕੈਸਾ ਰੂਹਾਨੀ ਰਿਸ਼ਤਾ ਹੈ ਜੀ ਅੰਦਰੋਂ। ਸਿੱਖ ਕਲਪਨਾ ਕਰਦਾ, ਸਿੱਖ ਦੇ ਅੰਦਰ ਭਾਵਨਾ ਬਣਦੀ ਹੈ, ਤੇ ਗੁਰੂ ਪੂਰੀ ਕਰਨ ਵਾਸਤੇ ਤੁਰ ਪੈਂਦਾ। ਇਹੀ ਉਲਟਾ ਖੇਲ ਪਿਰਮਦਾ ਜੀ। ਦੁਨੀਆ ਦਾ ਵਿਧਾਨ ਕਹਿੰਦਾ, ਅਸੀਂ ਨਾ ਕਈ ਵਾਰੀ ਸੋਚਦੇ ਹਾਂ ਇਹ ਹੋ ਨਹੀਂ ਸਕਦਾ। ਉਹ ਨਹੀਂ ਗੁਰਮੁਖ ਪਿਆਰਿਓ, ਮੇਰੇ ਗੁਰੂ ਨਾਨਕ ਦੇ ਘਰ ਜਦੋਂ ਕੋਈ ਉਹਨੂੰ ਆਪਣੇ ਵੱਸ 'ਚ ਪ੍ਰੇਮ ਦੀਆਂ ਡੋਰੀਆਂ ਪਾ ਕੇ ਵੱਸ 'ਚ ਕਰ ਲੈਂਦਾ ਨਾ, ਤੇ ਜਿਹੜਾ ਨਹੀਂ ਹੋ ਸਕਦਾ ਨਾ, ਉਹ ਵੀ ਹੋਣ ਲੱਗ ਪੈਂਦਾ। ਇੰਪੋਸੀਬਲ ਸ਼ਬਦ ਗੁਰੂ ਨਾਨਕ ਦੀ ਡਿਕਸ਼ਨਰੀ ਵਿੱਚ ਹੀ ਨਹੀਂ ਹੈ। ਇੱਥੇ ਧਰਤੀ ਤੋਂ ਆਕਾਸ਼ ਚੜ੍ਹਾਇਆ ਜਾ ਸਕਦਾ, ਆਕਾਸ਼ ਤੋਂ ਧਰਤੀ, ਜਲ ਤੋਂ ਥਲ, ਥਲ ਤੇ ਖੂਹ ਵੀ ਹੋ ਸਕਦੇ। ਇਹਨੂੰ ਕਿਹਾ ਸੀ ਉਲਟਾ ਖੇਲ ਪਿਰਮਦਾ। ਦੁਨੀਆ ਦਾ ਵਿਧਾਨ ਹੈ ਕਿ ਪਿਆਸਾ ਖੂਹ ਦੇ ਕੋਲ ਜਾਂਦਾ ਹੈ, ਇੱਥੇ ਖੂਹ ਪਿਆਸੇ ਕੋਲ ਚੱਲ ਕੇ ਆਉਂਦਾ। ਪਿਆਸ ਲੱਗੇ ਤੇ ਸਹੀ। ਮਹਾਰਾਜ ਜੀ ਚੱਲ ਕੇ ਰਮਦਾਸ ਪਹੁੰਚੇ। ਗੋਦੀ 'ਚ ਸੀਸ ਰੱਖ ਕੇ ਨਾ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਮਹਾਂਪੁਰਖ ਦਾ ਆਪਣੀ ਗੋਦੀ 'ਚ ਸੀਸ ਰੱਖ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਲੈਣ ਵਾਲੇ, ਪਹਿਲਾ ਪ੍ਰਕਾਸ਼ ਕਰਨ ਵਾਲੇ, ਪਹਿਲੀ ਸੇਵਾ ਸੰਭਾਲ ਕਰਨ ਵਾਲੇ, ਜਿਹੜਾ ਤੁਸੀਂ ਪੁਰਬ ਏਡਾ ਸਾਹਿਬ ਦਾ ਮਨਾ ਰਹੇ ਹੋ, ਨਮਸਕਾਰ ਕਰੀ ਉਸ ਪਵਿੱਤਰ ਆਤਮਾ ਨੂੰ। ਤੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੀ ਗੋਦੀ 'ਚ ਸੀਸ ਰੱਖ ਕੇ ਜਪਜੀ ਸਾਹਿਬ ਆਰੰਭ ਕੀਤਾ। ਬਾਬਾ ਬੁੱਢਾ ਜੀ ਦੀ ਸੁਰਤ ਬਾਣੀ 'ਚ ਅਭੇਦ ਹੋ ਰਹੀ, ਲੀਨ ਹੋ ਰਹੀ। ਇੱਕ ਇੱਕ ਬਚਨ ਸਿੱਖ ਦੀ ਜ਼ਿੰਦਗੀ ਤੇ ਢੁੱਕ ਰਿਹਾ। ਨਾਨਕ ਭਗਤਾਂ
ਸਦਾ ਵਿਗਾਸ। ਸੁਣਿਆ ਬਣ ਰਹੀ ਹੈ ਨਾ ਅਵਸਥਾ ਜੀ, ਐ ਸੁਰਤ ਉੱਡਦੀ ਜਾਂਦੀ ਹੈ। ਤੇ ਫਿਰ ਉਸ ਮੁਕਾਮ ਤੇ ਜਪਜੀ ਪਹੁੰਚਿਆ। ਸਾਹਿਬ ਬੋਲਦੇ ਨੇ, ਜਿਹੜਾ ਬਾਬਾ ਜੀ ਦੇ ਜੀਵਨ ਚੋਂ ਹੀ ਪ੍ਰਗਟ ਹੋ ਰਿਹਾ ਸੀ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ। ਨਾਨਕ ਤੇ ਮੁਖ ਉਜਲੇ, ਉਜਲੇ ਮੁਖ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ। ਅਸੀਂ ਤੇ ਬੰਦਿਆਂ ਨੂੰ ਆਪਣੀ ਵਡਿਆਈ ਦੱਸਣ ਪਿੱਛੇ ਪਏ ਹੋਏ ਹਾਂ। ਇਹ ਬੰਦੇ ਕੀ ਨੇ? ਜਿੱਦਣ ਉਜਲੇ ਮੁਖ ਲੈ ਕੇ ਗਏ, ਜਿੱਦਣ ਪੱਤ ਨਾਲ ਜਨਮ ਸਵਾਰ ਕੇ ਗਏ। ਇਹ ਸੰਸਾਰ ਤੇ ਬਹੁਤ ਛੋਟੀ ਚੀਜ਼ ਹੈ, ਤ੍ਰੈ ਲੋਕੀ 'ਚ ਉਹਨਾਂ ਦੀ ਸਿਫਤ ਦੇ ਵਾਜੇ ਵੱਜਦੇ ਆ। ਫਿਰ ਮਾਨਸ ਕਿਆ ਵਿਚਾਰਾ, ਤਿਹ ਲੋਕ ਸੁਣਾਏ ਸੀ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤੇ ਜਦੋਂ ਇਹ ਪੜ੍ਹਿਆ ਨਾ, ਆਖਰੀ ਦੀਦ ਸਾਹਿਬ ਦੇ ਕੀਤੇ, ਸੰਪੂਰਨਤਾ ਹੋਈ, ਸਿਰ ਝੁਕਿਆ, ਤੇ ਮਹਾਰਾਜ ਨੇ ਇੱਕ ਬਚਨ ਕੀਤਾ, ਪੱਲੇ 'ਚ ਬੰਨ ਲਿਓ, ਮੈਂ ਸਮਾਪਤੀ ਕਰਦਾ ਸਾਧ ਸੰਗਤ। ਗੁਰੂ ਸਾਹਿਬ ਜੀ ਕਹਿਣ ਲੱਗੇ, ਬੁੱਢਾ ਸਾਹਿਬ, ਭਾਈ ਬੁੱਢਾ ਜਾਂ ਬੁੱਢਾ ਸਾਹਿਬ ਸ਼ਬਦ ਵੀ ਇਤਿਹਾਸ 'ਚ ਆਉਂਦੇ ਜੀ, ਮਹਾਰਾਜ ਬੋਲਦੇ ਹੁੰਦੇ ਸਨ। ਬੁੱਢਾ ਸਾਹਿਬ ਕੋਈ ਆਖਰੀ ਚਾਹਤ, ਤੇ ਬੜੀ ਹੈਰਾਨੀ ਦੀ ਗੱਲ ਹੈ ਜੀ। ਗੁਰੂ ਚਰਨਾਂ 'ਚ ਅਭੇਦ ਹੋਈ ਰੂਹ, ਤੇ ਉਹਨਾਂ ਨੇ ਕਿਹਾ ਹਾਂ ਆਖਰੀ ਚਾਹਤ ਹੈ। ਅਧਿਆਤਮਕ ਤੌਰ 'ਤੇ ਸਵਾਲ ਜਿਹੜਾ ਨਾ ਬਹੁਤ ਵੱਡਾ ਹੈ ਕਿ ਕੀ ਅਜੇ ਚਾਹਤਾਂ ਮਰੀਆਂ ਨਹੀਂ ਸੀ? ਅਜੇ ਇਸ ਮੁਕਾਮ 'ਤੇ ਨਹੀਂ ਪਹੁੰਚੇ ਵੀ ਚਾਹਤਾਂ ਮੁੱਕ ਗਈਆਂ ਹੋਣ। ਸਾਨੂੰ ਸਮਝਾਉਣ ਵਾਸਤੇ ਹੈ ਜੀ, ਸਾਡੇ ਵਾਸਤੇ ਸ਼ੀਸ਼ਾ ਹੈ। ਮਹਾਰਾਜ ਕਹਿਣ ਲੱਗੇ ਕੀ ਚਾਹਤ ਹੈ? 125 ਵਰਿਆਂ ਦੀ ਆਰਬਲਾ ਭੋਗ ਕੇ ਇੱਕ ਇੱਕ ਛਿਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਨ ਵਾਲੇ, ਜਿਨ੍ਹਾਂ ਵਰਗਾ ਦੁਨੀਆ ਵਿੱਚ ਦੂਜਾ ਲੱਭਣਾ ਔਖਾ ਹੈ, ਤੇ ਉਹਨਾਂ ਨੇ ਹੱਥ ਜੋੜ ਕੇ ਆਖਰੀ ਬਚਨ ਕਿਹਾ, ਹੇ ਸੱਚੇ ਪਾਤਸ਼ਾਹ, ਹੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਇੱਕ ਵਾਰੀ ਆਪਣੀ ਰਸਨਾ ਤੋਂ ਕਹਿ ਦਿਓ ਕਿ ਬੁੱਢਿਆ ਤੂੰ ਸਿੱਖ ਬਣ ਗਿਆ। ਸਿੱਖ ਹੋਣ ਦਾ ਸਰਟੀਫਿਕੇਟ ਅਸੀਂ ਤੇ ਆਪੇ ਹੀ ਗਿਆਨੀ, ਆਪੇ ਹੀ ਬ੍ਰਹਮ ਗਿਆਨੀ, ਆਪੇ ਹੀ 108 1008 ਜਿੰਨਾ ਮਰਜ਼ੀ ਖਵਾਈ ਜਾਓ, ਆਪ ਹੀ ਬਣਨਾ ਕਿ ਸਾਰੀ ਜ਼ਿੰਦਗੀ ਇੱਕ ਆਦਰਸ਼ ਬਣ ਕੇ ਜਿਉਣ ਵਾਲੇ। ਤੇ ਆਖਰੀ ਸਿੱਖਿਆ ਸਾਨੂੰ ਦੇ ਰਹੇ ਆ ਵੀ ਮਹਾਰਾਜ ਜੀ ਹੁਣ ਇਹ ਸਰੀਰ ਬਿਨਸਣ ਲੱਗਾ, ਮੈਂ ਸੁਰਖਰੂ ਹੋ ਕੇ ਜਾਵਾਂਗਾ, ਇੱਕ ਵਾਰੀ ਇਹ ਮੋਹਰ ਲਾ ਦਿਓ ਕਿ ਬੁੱਢਿਆ ਤੂੰ ਸਿੱਖ ਬਣ ਗਿਆ। ਚੌਧਰੀ ਬਣਨਾ ਸੌਖਾ, ਗੁਰਮੁਖੋ ਸਿੱਖ ਬਣਨਾ ਬੜਾ ਔਖਾ। ਅੱਜ ਸਿੱਖ ਬਣਨ ਵੱਲ ਘੱਟ ਜ਼ੋਰ ਲੱਗ ਰਿਹਾ, ਬਾਕੀ ਸਭ ਕੁਝ ਬਣਨ ਵੱਲ ਮੇਰਾ ਜ਼ੋਰ ਲੱਗਿਆ ਹੋਇਆ। ਸਾਹਿਬ ਨੇ ਗਲ ਨਾ ਲਾਇਆ, ਸਿੱਖੀ ਦੀ ਮੰਜ਼ਿਲ ਬਣ ਗਈ। ਬਾਬਾ ਬੁੱਢਾ ਜੀ ਦਾ ਜੀਵਨ ਪੌੜੀਆਂ ਬਣ ਗਈਆਂ ਸਾਡੇ ਲਈ। ਤੇ ਫਿਰ ਵੇਖੋ, ਆਪਣੇ ਹੱਥਾਂ ਦੇ ਨਾਲ ਇਸ਼ਨਾਨ ਕਰਵਾਇਆ। ਬਾਬਾ ਬੁੱਢਾ ਜੀ ਦੀ ਪਵਿੱਤਰ ਅਰਥੀ ਨੂੰ ਆਪ ਮੋਢਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ। ਵੇਖੋ ਸਰੋਤ ਠੀਕ ਹੈ, ਕੁਝ ਗੱਲਾਂ ਨਾਲ ਤੁਸੀਂ ਸਹਿਮਤ ਹੋਵੋ ਨਾ ਹੋਵੋ, ਪਰ ਸਰੋਤਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਹੁੰਦਾ ਪੂਰਨ ਤੌਰ 'ਤੇ। ਗੁਰਬਿਲਾਸ ਪਾਤਸ਼ਾਹ ਛੇਵੀਂ ਦੇ ਬੋਲ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਪਿਆਰ ਕਰਦੇ ਸੀ ਜੀ ਬਾਬਾ ਬੁੱਢਾ ਜੀ ਨੂੰ। ਜਦੋਂ ਤੁਸੀ ਦੇ ਕਿਨਾਰੇ ਗੁਰਦੁਆਰਾ ਸਮਾਧਾਂ ਸਾਹਿਬ ਅੱਜ ਬਣਿਆ, ਚਿਖਾ ਦੇ ਉੱਤੇ ਬਾਬਾ ਬੁੱਢਾ ਜੀ ਦੇ ਪਵਿੱਤਰ ਸਰੀਰ ਨੂੰ ਟਿਕਾਇਆ ਨਾ, ਤੇ ਹੈ ਤੇ ਭਾਵੇਂ ਮਿੱਟੀ ਦੀ ਮਡੋਲੀ ਹੈ, ਪਰ ਇਹ ਮਿੱਟੀ ਬੜੀ ਪਵਿੱਤਰ ਸੀ। ਅੰਤਰ ਗੁਰੇ ਆਰਾਧਨਾ ਜਿਨ੍ਹਾਂ ਨੇ ਇਸ ਪਾਸੇ ਨੂੰ ਲਾਇਆ। ਤੇ ਇਹ ਸਰੀਰ ਹੁਣ ਜਦੋਂ ਅੱਖਾਂ ਤੋਂ ਓਹਲੇ ਹੋਣ ਲੱਗਾ ਨਾ, ਤੇ ਸਾਡਾ ਇਤਿਹਾਸ ਬੋਲਦਾ ਕਿ ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ। ਬਾਬਾ ਬੁੱਢਾ ਜੀ ਦੀ ਦੇਹ ਛੇਵੇਂ ਪਾਤਸ਼ਾਹ ਹਜ਼ੂਰ ਨੇ ਜਦੋਂ ਚਿਖਾ ਤੇ ਟਿਕਾਈ, ਤੇ ਮੁੱਖੋਂ ਕੁਝ ਨਾ ਮਹਾਰਾਜ ਬੋਲੇ, ਪਰ ਅੰਦਰ ਦੀ ਜਿੰਨੇ ਜਜ਼ਬਾਤ ਸੀ ਨਾ, ਦੋ ਹੰਝੂ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ 'ਚੋਂ ਵਹਿ ਗਏ। ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਸ਼੍ਰੀ ਹਰਗੋਬਿੰਦ ਕੇ ਨੈਣ ਤੇ ਚੱਲਿਓ ਨੀਰ ਅਸਨੇ। ਬਸ ਇਹ ਦੋ ਹੰਝੂ ਬਾਬਾ ਬੁੱਢਾ ਜੀ ਦੀ ਜ਼ਿੰਦਗੀ ਦੀ ਕਮਾਈ ਸੀ। ਸਾਧ ਸੰਗਤ ਕਿੱਦਾਂ ਨਸੀਬ ਹੁੰਦੇ ਆ, ਕਿੱਦਾਂ ਸਿੱਖ ਪ੍ਰਵਾਨ ਚੜ੍ਹਦਾ, ਕਿੱਦਾਂ ਜ਼ਿੰਮੇਵਾਰੀ ਨਿਭਾਉਂਦਾ ਸਿੱਖ, ਕਿਸ ਤਰ੍ਹਾਂ ਸਿੱਖਾਂ ਨੂੰ ਗੁਰੂ ਨਾਲ ਜੋੜਦਾ ਸਿੱਖ ਜੀ। ਅਸੀਂ ਉਹਨਾਂ ਸਿੱਖਾਂ ਨੂੰ ਨਮਸਕਾਰ ਕਰੀਏ। ਧੰਨ ਨੇ ਉਹ, ਆਦਰਸ਼ ਨੇ ਸਾਡਾ। ਆਪਣਾ ਇਤਿਹਾਸ ਵੇਖਾਂਗੇ, ਵਾਚਾਂਗੇ ਨਾ ਜੀ, ਸਾਨੂੰ ਸਿੱਖ ਬਣਨ ਦੀ ਜਾਚ ਆਏਗੀ। ਕਿੱਦਾਂ ਸਾਨੂੰ ਗੁਰੂ ਨਾਲ ਜੋੜਿਆ, ਅਸੀਂ ਵੀ ਜੁੜੀਏ ਪਾਤਸ਼ਾਹ ਜੀ ਦੇ ਚਰਨਾਂ ਨਾਲ। ਫਿਰ ਮੈਂ ਵੀ ਤੁਹਾਨੂੰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀ ਬਹੁਤ ਮੁਬਾਰਕ ਦਿੰਦਾ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉ ਲੈਣ ਮਿਲਾਇਓ। ਆਪ ਜੁੜੇ ਆ ਤੇ ਦੂਜਿਆਂ ਨੂੰ ਵੀ ਜੋੜਦੇ ਆ। ਗੁਰੂ ਸਾਹਿਬ ਜੀ ਤੁਹਾਡਾ ਆਇਆ ਸਫਲ ਕਰਨ,
ਜਿਵੇਂ ਜਿਵੇਂ ਗੁਰਮੁਖ ਪਿਆਰੇ ਪ੍ਰਬੰਧਕ ਸਾਹਿਬਾਨ ਹੁਕਮ ਲਾਉਣਗੇ ਤੁਹਾਡੇ ਦਰਸ਼ਨ 5 ਨਵੰਬਰ ਤੱਕ ਕਰਦੇ ਰਹਿਣਾ। ਗੁਰੂ ਕੇ ਵਜ਼ੀਰ ਸਾਹਿਬਾਨ, ਸਾਰੇ ਸੇਵਾਦਾਰ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਨੂੰ ਏਕਤਾ ਇਤਫਾਕ ਬਖਸ਼ਣ, ਭਾਵਨਾ ਸ਼ਰਧਾ ਬਖਸ਼ਣ, ਗੁਰੂ ਕੀ ਟਹਿਲ ਸੇਵਾ ਕਮਾਉਂਦੇ ਰਹਿ ਸਕੋ। ਅਸੀਸ ਦਿੰਦੇ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਅੱਜ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਇਤਿਹਾਸ ਆਪ ਸੰਗਤ ਨਾਲ ਸਾਂਝਾ ਕੀਤਾ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸਾਧ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਿੰਘ ਸਾਹਿਬ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਇਆ ਕਰਨਗੇ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਪਰਿਵਾਰਾਂ ਸਮੇਤ ਹਰ ਰੋਜ਼ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਹਾਜ਼ਰੀ ਲਵਾਇਆ ਕਰੋ। ਸੋ ਅਰਦਾਸ ਬੇਨਤੀ ਕਰਦਾ ਢਾਡੀ ਭਾਈ ਸੁਖਵਿੰਦਰ ਸਿੰਘ ਜੀ ਅਨਮੋਲ, ਉਹਨਾਂ ਦਾ ਜਥਾ 8:45 ਤੱਕ ਆਪ ਸੰਗਤਾਂ ਨੂੰ ਢਾਡੀ ਵਾਲਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। Thank you.
दाता तू दाता दाता दातिया मेर करी मैं पापी पापी भुलनहार दातिया मेर करी पसारा तेरा रहम पसारा होवे ना सिफती उचा दातिया मेर करी मैं पापी पापी भुलनहार दातिया मेर करी दे मस्तक उत्ते लिखियां तू तकदीरा तू कौन है जग नू दसिया गुरु संत फकीरा हर जीव दे मस्तक उत्ते लिखियां तू तकदीरा तू कौन है जग नू दसिया गुरु संत फकीरा तू कृपा कृपा करी अपा दातिया मेर करी मैं पापी पापी भुलनहार दातिया मेर करी सदके जावां ना उचिया तो ते जिना नीविया नाल निभाई हो वाला पत्थर तेरी बख्शिश वाला पत्थर हर थामे है वरदा हर थामे है वरदा सब तैथों पाके बंदा शुक्र अदा ना करदा शुक्र अदा ना करदा लोगड़िया गुनहगार दातिया मेर करी मैं पापी
पापी भुल्लणहार दातिया मेहर करी मैं पापी भुल्लणहार दातिया मेहर करी हो। वाहिगुरु जी। तुम दाते ठाकुर प्रतिपालक नायक खसम हमारे निमख निमख तुम ही प्रतिपालो हम बारक तुमरे तारे। दीखिया आख बुझाया सिफती सच समयो तिन को क्या उपदेसिया जिन गुरु नानक देव। हाजरा हजूर ज़हरा जहूर चवर छत्र तखत दे मालक सतगुरु श्री गुरु ग्रंथ साहिब महाराज जी की पावन पवित्र मुकदस हजूरी अंदर गुरुद्वारा साहिब यूबा सिटी विखे या गुरुद्वारा साहिब के यूट्यूब चैनल के राही देश विदेशों अंदर अपने घरां अंदर अपने कामां कारां ते मन करके गुरु चरनां नाल प्रीत बना के बैठे सरबत माई भाई सिख संगत सतगुरां दे चरनां विच सीस झुका के सतगुरां दे हुक्म की पालना करिए। जो पहला उपदेश सिੱਖੀ ਦਾ ਮੁੱਢਲਾ ਸਿਧਾਂਤ है आगे आवत सिख जो पावे वाहिगुरु जी की फतेह बुलावे। सरबत संगत बुलंद आवाज विच गज के फतेह बुलाओ आखो जी वाहिगुरु जी का खालसा वाहिगुरु जी की फतेह। इलाही बाणी दे कीर्तन हजूरी रागी सन्मानयोग भाई साहब भाई सिमरनजीत सिंह जी उन्हां तो उपरंत और ढाडी जत्थे तो पहला सिख कौम की वो महान शख्सियत जो किसी जान पहचान के मुथाज नहीं सन्मानयोग आदरणीय भाई साहब भाई ज्ञानी हरपाल सिंह जी फतेहगढ़ साहब वाले अक्सर आप दर्शन करते हैं। समा सतगुरां ने दिता है वो आप जी के रूबरू होके गुरबाणी विचार इतिहासक विचार सरवण करवा रहे सन। मैं दिल दी गहराइयां तो धन्यवाद करदा जी आया कहना इस समय दौरान अज का आप जी का पहला दीवान है इत्थे बड़ा आनंद मानना आप प्रसन्नता हुई है खुशी हुई है। वाहिगुरु सच्चे पातशाह कृपा करे। मन अंदर बेअंत विचारां सन पर विचारां विचों चलदी विचार निर्णय तक इत्थों तक पहुंचिया। जे किसी होर अगेरे जंग युद्ध का जिक्र करा क्योंकि पिछले दिनों में मैं जंगा युद्धां का जिक्र करता आ रहा तो जे मैं अज ब्रह्म ज्ञानी बाबा बुढ़ा साहब जी के जीवन की बात काव रूप के राही जथे नाल मिल के संगत की सेवा में ना कह सकिया तो मैनू अपने आप इंज लगेगा जिवें मैं बेन्याई की है। आप जी ने बेअंत विचार सरवण किए ने सिंह साहब जी के पासों पर मैं काव रूप के बाबा जी के जीवन संबंधी कुछ क विचारां देखो उन्हों का जीवन अमोक है वो बेअंत है अंत नहीं। गुरमुख प्यारे उन्हों की वडियाई जिन्नी मर्जी करी चली है थोड़ी है उन्हों की वडियाई करदियां करदियां साडा समा सफला हो सकता है। बड़ी अच्छी विचार आप सरवण कर रहे सी कि गुरु हरगोबिंद साहब सच्चे पातशाह महाराज जी ने गुरसिखो अखीरले समय ते बाबा बुढ़ा साहब जी नूं आप अर्थी नूं मोढा दिता है। मन विच आ रहा सी गुरु नानक दे घर अंदर बाबा बुढ़ा साहब जी का किन्ना को सत्कार किन्ना को मान है। बिरध हो चुके सन ਝਬਾਲ आप जी सारे जाते हो जिथे गुरुद्वारा साहब बीड़ बाबा बुढ़ा साहब सुभाईमान है मौजूद है तो सतगुरां दा हुक्म सी भी हुण बिरध हो गए ने जदों भी इन्हां ने आउणा है सिख नाल होण ते उन्हां नूं पालकी विच बिठा के लिआंदा जाए। अज ब्रह्म ज्ञानी बाबा बुढ़ा साहब जी पालकी विच सुभाईमान होए सिखां ने पालकी मोढियां ते चुक लई चार चफेरे परदे लगे हुए ने चलदे चलदे अमृतसर साहिब विखे पहुंच गए। गुरु हरगोबिंद साहब महाराज अकाल तखत साहब ने जदों सतगुरां नूं पता लगा भी बाबा बुढ़ा साहब जी नज़दीक पहुंच चुके ने छेवें पातशाह आप उठे अगलवांडी नेड़े चले गए जिथे पालकी आ रही है तो जिन्हां ने मोढा दिता ना पालकी नूं उन्हां सिखां नूं ऐसता जे इशारा करके कहण लगे बोलना कुछ नहीं आवाज़ ना दिओ ताकि बाबा जी नूं इस गल दा पता ना लग जाए। एक सिख पालकी दा जिहड़ा पावा है वह मेरे मोढे ते कंधे ते रख दिओ मैं भी सेवा करा। गुरमुखो सिखां ने कोई आवाज़ ना दिती छेवें पातशाह महाराज ने जाके पालकी नूं मोढा दे दिता।
ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੋਢਾ ਦਿੱਤਾ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ 4 ਚਫੇਰੇ ਪਰਦੇ ਲੱਗੇ ਪਾਲਕੀ ਨੂੰ, ਆਵਾਜ਼ ਦੇ ਕੇ ਕਹਿਣ ਲੱਗੇ, ਮਹਾਰਾਜ ਐਸਾ ਨਾ ਕਰੋ, ਆਪ ਜੀ ਕਿਰਪਾ ਕਰਕੇ ਪਾਲਕੀ ਦਾ ਪਾਵਾ ਸਿੱਖਾਂ ਦੇ ਮੋਢੇ ਤੇ ਰਹਿਣ ਦਿਓ। ਤੇ 6ਵੇਂ ਪਾਤਸ਼ਾਹ ਮਹਾਰਾਜ ਇੱਕ ਬਚਨ ਕਰਦੇ ਨੇ, ਕਹਿੰਦੇ ਬਾਬਾ ਜੀ ਕਿਸੇ ਸਿੱਖ ਨੇ ਆਵਾਜ਼ ਨਹੀਂ ਦਿੱਤੀ ਇਸੇ ਕਰਕੇ ਤਾਂ ਕਿ ਤੁਹਾਡੇ ਕੰਨਾਂ ਤੱਕ ਕੋਈ ਬੋਲ ਨਾ ਪਹੁੰਚੇ, ਤੁਹਾਨੂੰ ਫਿਰ ਵੀ ਪਤਾ ਲੱਗ ਗਿਆ। ਬਾਬਾ ਬੁੱਢਾ ਸਾਹਿਬ ਜੀ ਪਿਆਰੀ ਤੇ ਮਿੱਠੀ ਆਵਾਜ਼ ਵਿੱਚ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਛੁਪਿਆ ਹੋਇਆ ਵੀ ਕੁਝ ਨਹੀਂ। ਮਹਾਰਾਜ ਪਤਾ ਤਾਂ ਉਦੋਂ ਲੱਗ ਗਿਆ ਸੀ ਜਦੋਂ ਅਕਾਲ ਤਖਤ ਸਾਹਿਬ ਤੋਂ ਤੁਸੀਂ ਉੱਠ ਕੇ ਤੁਰੇ ਸੀ। ਮਹਾਰਾਜ ਨਾਲੇ ਤੁਹਾਡਾ ਹੀ ਤਾਂ ਬਚਨ ਹੈ, ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਬਖਸ਼ੀ ਸੀ ਨਾ ਬਾਬਾ ਲਹਿਣਾ ਜੀ ਤੋਂ, ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤੇ ਸਨ, ਤੈਥੋਂ ਓਲੇ ਨਾ ਹੋਸਾਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਤੁਹਾਡਾ ਹੀ ਤਾਂ ਵਰਦਾਨ ਹੈ, ਤੁਹਾਡਾ ਹੀ ਤਾਂ ਬਚਨ ਹੈ ਵੀ ਤੈਥੋਂ ਓਲੇ ਨਾ ਹੋਸਾਂ, ਤੇ ਫਿਰ ਮੇਰੀਆਂ ਅੱਖਾਂ ਤੋਂ ਓਲੇ ਹੋ ਵੀ ਕਿਵੇਂ ਸਕਦੇ ਹੋ। ਮਹਾਰਾਜ ਕਿਰਪਾ ਕਰਕੇ ਅੱਜ ਇਹ ਪਾਲਕੀ ਦਾ ਪਾਵਾ ਮੋਢੇ ਤੇ ਨਾ ਰੱਖੋ, ਅਜੇ ਥੋੜਾ ਜਿਹਾ ਸਮਾਂ ਬਾਕੀ ਹੈ, ਜਿਸ ਦਿਨ ਸਮਾਂ ਆਏਗਾ ਉਸ ਦਿਨ ਮੋਢਾ ਵੀ ਲਾ ਲਿਓ, ਉਸ ਦਿਨ ਮੈਂ ਰੋਕਾਂਗਾ ਨਹੀਂ। ਗੁਰਮੁਖੋ ਉਹ ਵਿਚਾਰ ਆਪਾਂ ਸਰਵਣ ਕਰ ਰਹੇ ਸੀ। ਰਮਦਾਸ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪ ਅਰਥੀ ਨੂੰ ਮੋਢਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਮਹਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਇਹ ਵਾਰਤਾ ਲੰਬੀ ਹੈ, ਸਿਰਫ ਮੈਂ 2 ਰਚਨਾਵਾਂ ਵੀ ਕਹਾਉਣੀਆਂ ਨੇ, ਵਕਤ ਤੇਜ਼ੀ ਨਾਲ ਅੱਗੇ ਪਲਾਂਘਾ ਪੁੱਟਦਾ ਜਾ ਰਿਹਾ ਹੈ। ਗੁਰਮੁਖੋ ਕੱਲ ਰਾਤ ਦੇ ਦੀਵਾਨ ਵਿੱਚ ਵੀ ਮੈਂ ਇਹ ਬੇਨਤੀ ਕੀਤੀ ਸੀ, ਮੌਤ ਜੇ ਵੇਖੀਏ ਤੇ ਸੰਸਾਰ ਦੇ ਅੰਦਰ ਉਹ ਇੱਕ ਅਟਲ ਸਚਾਈ ਹੈ। ਸਤਿਗੁਰਾਂ ਦਾ ਬਚਨ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਅੱਜ ਕੈ ਕਾਲ। ਤੇ ਦੂਜੀ ਮੌਤ ਉਹ ਹੈ, ਆਖਾਂ ਜੀਵਾਂ ਵਿਸਰੇ ਮਰ ਜਾਓ। ਤੇ ਤੀਜਾ ਸ਼ਬਦ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਦੁਹਰਾਇਆ ਸੀ, ਸ਼ਬਦ ਮਰੋ ਫਿਰ ਜੀਵੋ ਸਦ ਹੀ। ਉਹਨਾਂ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰਕ ਤੌਰ ਤੇ ਗਏ, ਪਰ ਅੱਜ ਉਹਨਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ। ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਆਏ। ਗੁਰਮੁਖੋ ਭਾਵੇਂ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਬਾਬਾ ਜੀ ਕਹਿੰਦੇ ਸਨ ਵੀ ਅਸੀਂ ਗ੍ਰਸਤੀ ਜੀਵਨ ਨਾ ਧਾਰਨ ਕਰੀਏ, ਵਿਆਹ ਨਾ ਕਰਾਈਏ, ਪਰ ਮਾਪਿਆਂ ਦੀ ਰੀਝ ਤਾਂ ਹੁੰਦੀ ਆ ਨਾ। ਪਿਤਾ ਬਾਬਾ ਸੁੱਗਾ ਜੀ, ਮਾਤਾ ਗੌਰਾ ਜੀ 1506 ਵਿੱਚ ਜਨਮ ਹੋਇਆ ਸੀ ਨਾ ਕੱਥੂ ਨੰਗਲ। ਮਾਪਿਆਂ ਦੇ ਦਿਲ ਦੀ ਰੀਝ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਧਰਮ ਹੈ, ਗ੍ਰਸਤੀਆਂ ਦਾ ਤੇ ਕਿਰਤੀਆਂ ਦਾ। ਮਹਾਰਾਜ ਕਹਿਣ ਲੱਗੇ, ਭਾਈ ਬੁੱਢਾ ਵਿਆਹ ਕਰਾਓ, ਇਹ ਗ੍ਰਸਤੀਆਂ ਦਾ ਧਰਮ ਹੈ। ਗ੍ਰਸਤ ਦੇ ਵਿੱਚੋਂ ਭਗੌੜੇ ਨਹੀਂ ਹੋਣਾ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੇ ਨਾਲ ਜੁੜਨਾ ਹੈ। ਬੀਬੀ ਮਰੋਆ ਜੀ ਦੇ ਨਾਲ ਆਪ ਜੀ ਦਾ ਵਿਆਹ ਹੋਇਆ ਸੀ, ਬਾਬਾ ਬੁੱਢਾ ਸਾਹਿਬ ਜੀ ਦਾ। ਗੁਰਮੁਖੋ ਪਰਿਵਾਰ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨੇ। 4 ਸੁਪੁੱਤਰ ਵੀ ਹੋਏ ਬਾਬਾ ਬੁੱਢਾ ਸਾਹਿਬ ਜੀ ਦੇ, ਭਾਈ ਮਹਿਮੂ ਜੀ, ਭਾਈ ਭਾਨਾ ਜੀ, ਭਾਈ ਭਿਖਾਰੀ ਜੀ ਤੇ ਭਾਈ ਸਿਧਾਰੀ ਜੀ। 4 ਸਾਹਿਬਜ਼ਾਦੇ, 4 ਸੁਪੁੱਤਰ ਬਾਬਾ ਬੁੱਢਾ ਸਾਹਿਬ ਜੀ ਦੇ ਹੋਏ ਨੇ। ਗੁਰਮੁਖੋ ਜਿੱਥੇ ਉਹਨਾਂ ਦੀ ਸੰਤ ਤਾਈ ਦੀ ਗੱਲ ਸਿੰਘ ਸਾਹਿਬ ਜੀ ਕਰ ਰਹੇ ਸਨ, ਉਹਦੇ ਨਾਲ ਨਾਲ ਉਹ ਸਿਪਾਹੀ ਵੀ ਨੇ, ਉਹ ਇੱਕ ਪਹਿਰੇਦਾਰ ਵੀ ਨੇ, ਤਾਂ ਕਿ ਸਿੱਖੀ ਦੇ ਵਿਹੜੇ ਦੇ ਅੰਦਰ ਕੋਈ ਚੋਰ ਨਾ ਆਣ ਵੜੇ। ਐਸਾ ਉਹਨਾਂ ਦਾ ਬੋਲ ਬਾਲਾ ਵੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੱਕ ਦਾ ਸਮਾਂ ਆ ਗਿਆ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਆਪਣੇ ਸਾਰਿਆਂ ਤੋਂ ਛੋਟੇ ਸਾਹਿਬਜ਼ਾਦੇ ਸਾਹਿਬ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੁਭਾਏਮਾਨ ਹੋ ਗਏ। ਗੁਰਮੁਖੋ ਜਦੋਂ ਗੁਰੂ ਅਰਜਨ ਸਾਹਿਬ ਸੁਭਾਏਮਾਨ ਹੋ ਗਏ ਤੇ ਵੱਡਾ ਸਾਹਿਬਜ਼ਾਦਾ ਸਤਿਗੁਰਾਂ ਦਾ ਅੱਗ ਬਬੋਲਾ ਹੋਇਆ। ਮੈਂ ਇੱਥੇ ਇੱਕ ਖਿੰਨ ਵਾਸਤੇ ਰੋਕ ਕੇ ਭਾਈ ਸਾਹਿਬ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਵੀ ਹਰਿਮੰਦਰ ਸਾਹਿਬ ਦੀ ਉਹ ਸਾਰੀ ਸੱਚੇ ਪਾਤਸ਼ਾਹ ਨੇ ਕਰਵਾਈ ਹੈ, ਤੇ ਸਰਕਾਰ ਦੀ ਸ਼ਹਿ ਦੇ ਉੱਤੇ ਪਿਰਥੀ ਚੰਦ ਨੇ ਹਰਿਮੰਦਰ ਸਾਹਿਬ ਹੇਰਾਂ ਵਿੱਚ ਬਣਵਾਇਆ। ਇੱਥੇ ਬਸ ਨਹੀਂ, ਨਕਲਾਂ ਕਰਨ ਵਾਲੇ ਜਿੰਨੇ ਮਰਜ਼ੀ ਹੋ ਜਾਣ, ਪਰ ਸੱਚਾਈ ਦਾ ਸਾਹਮਣਾ ਨਹੀਂ ਕਦੇ ਕਰ ਸਕਦੇ। ਮਾਲਵੇ ਦੀ ਧਰਤੀ ਤੇ ਵੀ ਤਾਂ ਬਣਿਆ ਨਾ। ਤੁਸੀਂ ਦੁਆਬੇ ਦੀ ਧਰਤੀ ਤੇ ਭਾਈ ਸਾਹਿਬ ਜੀ ਵੀਰਿੰਦਰ ਸਿੰਘ ਬੈਠੇ ਨੇ, ਆਪਣੇ ਬਿਲਕੁਲ ਨਜ਼ਦੀਕ ਧਿਆਨ ਮਾਰ ਕੇ ਵੇਖਿਓ, ਉਹ ਗੱਲ ਵੈਸੇ ਕਦੇ ਆਈ ਨਹੀਂ ਸਾਹਮਣੇ। ਜ਼ਿਲ੍ਹੇ ਹੁਸ਼ਿਆਰਪੁਰ ਦੇ ਅੰਦਰ ਕੋਟ ਫਤੂਹੀ ਦੇ ਨਾਲ, ਕਾਲੇਵਾਲ ਫਤੂ ਤੋਂ ਭਾਈ ਸਾਹਿਬ ਹਾਜ਼ਰੀ ਭਰਦੇ ਨੇ, ਕੋਟ ਫਤੂਹੀ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਚਨੰਗਲਾ ਪਿੰਡ ਹੈ। ਗੁਰਮੁਖ ਪਿਆਰਿਓ, ਉਸ ਅਸਥਾਨ ਦੇ ਉੱਤੇ ਵੀ ਇੱਕ ਐਸਾ ਸ਼ਖਸ ਪੈਦਾ ਹੋਇਆ ਜਿਨੇ ਹਰਿਮੰਦਰ ਸਾਹਿਬ ਉਸੇ ਤਰ੍ਹਾਂ ਅੱਜ ਵੀ ਬਣਿਆ ਹੋਇਆ 4 ਚੁਫੇਰੇ ਸਰੋਵਰ ਨੁਮਾ ਬਣਿਆ ਹੋਇਆ ਹੈ,
ਔਰ ਵਿਚਕਾਰ ਹਰਮੰਦਰ ਸਾਹਿਬ ਦੀ ਨਕਲ ਦੇ ਉੱਤੇ ਉਹ ਬਿਲਡਿੰਗ ਬਣੀ ਹੈ, ਪੁਲ ਵੀ ਬਣਿਆ ਹੋਇਆ ਹੈ। ਪਰ ਪਿਆਰੇ ਗੁਰਸਿੱਖੋ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਏ ਮਾਲਪੁਰ ਇਲਾਕੇ ਦੇ ਅੰਦਰ, ਗੋਂਦਪੁਰ ਨਗਰ ਦੇ ਅੰਦਰ, ਉਸ ਵਕਤ ਫਿਰ ਇਸ ਜ਼ਾਲਮ ਦੀ ਸੁਧਾਈ ਕੀਤੀ ਗਈ। ਪਰ ਉਹ ਬਿਲਡਿੰਗ ਅੱਜ ਵੀ ਉੱਥੇ ਕਬੂਤਰ ਹੀ ਬੋਲਦੇ ਨੇ, ਬੋਲਣੇ ਹਰ ਥਾਂ ਹੀ ਨੇ, ਸਿਰਫ ਇੱਕੋ ਹੀ ਥਾਂ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜੇ, ਪਾਵਨ ਦਰਬਾਰ ਹਰਮੰਦਰ ਸਾਹਿਬ। ਖੈਰ, ਪਿਰਥੀ ਚੰਦ ਦੀ ਅੱਗ ਬਬੋਲਾ ਹੋਏ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਮਰਿਆਦਾ ਪੂਰਨ ਕੀਤੀ ਸੀ। ਤੇ ਬਾਬਾ ਪਿਰਥੀ ਚੰਦ ਪਤਾ ਕੀ ਕਹਿੰਦੇ ਨੇ? ਖਿਮਾ ਕਰਿਓ, ਸਾਡੀ ਜ਼ੁਬਾਨ ਚੋਂ ਐਸਾ ਕੁਰਖਤ ਸ਼ਬਦ ਨਹੀਂ ਨਿਕਲ ਸਕਦਾ, ਪਰ ਸਾਡੀ ਮਜਬੂਰੀ ਹੈ, ਸਾਨੂੰ ਉਹਨਾਂ ਦੀ ਗੱਲ ਕਰਨੀ ਪੈਂਦੀ ਹੈ। ਪਿਰਥੀ ਚੰਦ ਕਹਿਣ ਲੱਗਾ, ਬੁੱਢਿਆ ਤੂੰ ਚੰਗਾ ਨਹੀਂ ਕੀਤਾ, ਜੇ ਪਿਤਾ ਜੀ ਨੇ ਨਿਆਂ ਨਹੀਂ ਕੀਤਾ, ਮੈਂ ਵੱਡਾ ਸੀ, ਗੁਰਤਾ ਗੱਦੀ ਦਾ ਹੱਕ ਮੇਰਾ ਸੀ, ਪਰ ਤੁਸੀਂ ਵੀ ਉਹਨਾਂ ਦਾ ਪੱਖ ਪੂਰਿਆ, ਮੇਰੇ ਤੋਂ ਛੋਟੇ ਨੂੰ ਗੁਰਿਆਈ ਬਖਸ਼ ਦਿੱਤੀ ਹੈ, ਮੈਂ ਗੁਰੂ ਬਣਨਾ ਸੀ। ਜਦੋਂ ਇਹ ਗੱਲਾਂ ਕਰਦਾ ਕਰਦਾ ਗੁਰੂ ਨਾਨਕ ਦੇ ਘਰ ਦੀ ਤੋਹੀਨ ਤੇ ਵੱਡਿਆਂ ਦਾ ਸਤਿਕਾਰ ਭੁੱਲ ਗਿਆ ਪਿਰਥੀ ਚੰਦ। ਫਿਰ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੰਤ ਸਨ, ਸੰਤ ਦੇ ਨਾਲ ਨਾਲ ਸਿਪਾਹੀ ਉਹ ਇੱਕ ਜੋਸ਼ ਵਿੱਚ ਆ ਗਏ, ਕਹਿਣ ਲੱਗੇ, ਉਹ ਪਿਰਥੀ ਚੰਦ ਤੂੰ ਗੁਰੂ ਬਣਨਾ ਚਾਹੁੰਦਾ? ਯਾਦ ਰੱਖ, ਗੁਰੂ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ, ਅਜੇ ਤੱਕ ਤੂੰ ਸਿੱਖ ਵੀ ਨਹੀਂ ਬਣ ਸਕਿਆ। ਆਓ ਸਰਵਣ ਕਰਿਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋਸ਼ ਵਿੱਚ ਆ ਕੇ ਸਾਰਿਆਂ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੱਡੇ ਭਰਾ, ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਪੁੱਤਰ ਪਿਰਥੀ ਚੰਦ, ਜਿਹੜਾ ਬਗਾਵਤ ਕਰ ਬੈਠਾ ਹੈ, ਕੌੜੇ ਤੇ ਫਿੱਕੇ ਬੋਲ ਬੋਲਦਾ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਰੋਹ ਵਿੱਚ ਆਣ ਕੇ ਕੁਝ ਇਹ ਸ਼ਬਦਾਂ ਵਿੱਚ ਕਹਿ ਰਹੇ ਨੇ। ਸਰਵਣ ਕਰੋ, ਢਾਡੀ ਜੱਥਾ ਇਹੋ ਬੇਨਤੀ ਕਰ ਰਿਹਾ। बख्शिश है नहीं ये जायदाद कोई जत्ती। तू बड़ा हंकारी पाले गुरु नानक दी गद्दी। ये रब्बी बख्शिश है नहीं जायदाद कोई जत्ती। तू जपदा नाम नहीं, तू जपदा नाम नहीं, फिर तै विच ईरखा मचिया। गुरु बनना औखा है, तू ते सिख भी नहीं बन सकिया। गुरु बनना औखा है, तू ते सिख भी नहीं बन सकिया।
ਫਿਰਦਾ ਚਿੱਟਾ ਚੋਲਾ ਪਾ ਕੇ ਰਹਿ ਜੇ ਪਾਪੀ ਤੇ ਟੁੱਟੂ ਕਾਲ ਕਹਿਰਦਾ ਆ ਕੇ ਨਾ ਭਲਾ ਹੋਊ ਉਸਦਾ ਨਾ ਭਲਾ ਹੋਊ ਉਸਦਾ ਜਿਸ ਨੂੰ ਇਸ ਦਰੋਗੇ ਅਟਕਿਆ ਗੁਰੂ ਬਣਨਾ ਔਖਾ ਏ ਤੂੰ ਤੇ ਸਿੱਖ ਵੀ ਨਹੀਂ ਬਣ ਸਕਿਆ ਗੁਰੂ ਬਣਨਾ ਔਖਾ ਏ ਤੂੰ ਤੇ ਸਿੱਖ ਵੀ ਨਹੀਂ ਬਣ ਸਕਿਆ ਬਖਸ਼ਾਏ ਜਾਂਦੇ ਨਾ ਬਖਸ਼ੇ ਜਾਣ ਕਦੇ ਜਿਹੜੇ ਇੱਥੇ ਪਾਪ ਕਮਾਂਦੇ ਨੂੰ ਕਿਧਰੇ ਪੇਖੀ ਨਹੀਂ ਓ ਪਾਉਂਦਾ ਕਟਿਆਣਾ ਸੱਚ ਕਹੇ ਤੈਨੂੰ ਫਿਰਦਾ ਕਾਲੇ ਨਚਾਉਂਦਾ ਤੇਰੇ ਜਿਹਾ ਮਾਲਕ ਨੂੰ ਕਿਧਰੇ ਪੇਖੀ ਨਹੀਂ ਓ ਪਾਉਂਦਾ ਕਟਿਆਣਾ ਸੱਚ ਕਹੇ ਤੈਨੂੰ ਫਿਰਦਾ ਕਾਲੇ ਨਚਾਉਂਦਾ ਇਹ ਬਚਨ ਹੈ ਬੁੱਢੇ ਨੇ ਬੁੱਢੇ ਨੇ ਤੈਨੂੰ ਤਾਰੀਖ ਚੋਂ ਦੱਸਿਆ ਗੁਰੂ ਬਣਨਾ ਔਖਾ ਏ ਤੂੰ ਤੇ ਸਿੱਖ ਵੀ ਨਹੀਂ ਬਣ ਸਕਿਆ ਗੁਰੂ ਬਣਨਾ ਔਖਾ ਏ ਤੂੰ ਤੇ ਸਿੱਖ ਵੀ ਨਹੀਂ ਬਣ ਸਕਿਆ ਗੁਰੂ ਬਣਨਾ ਔਖਾ ਏ ਤੂੰ ਤੇ ਸਿੱਖ ਵੀ ਨਹੀਂ ਬਣ ਸਕਿਆ ਹੋ ਇੱਕ ਵਾਰ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵੱਡੀ ਗਿਣਤੀ ਵਿੱਚ ਲੰਬੇ ਸਮੇਂ ਤੋਂ ਚੌਂਕੜੇ ਲਾ ਕੇ ਤੁਸੀਂ ਭਗਤੀ ਕਰ ਰਹੇ ਹੋ। ਗੁਰੂ ਘਰ ਦੇ ਸਾਰੇ ਪ੍ਰਬੰਧਕ ਜਨ, ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਹੁਣੇ ਸਾਰੇ ਹੀ, ਔਰ ਵੀਰ ਸਰਪੰਚ ਜੀ ਸਰਦਾਰ ਮਹਾ ਸਿੰਘ ਜੀ, ਸਰਦਾਰ ਪ੍ਰੀਤਮ ਸਿੰਘ ਜੀ, ਸਤਿਕਾਰਯੋਗ ਵੀਰ ਅਜੈਬ ਸਿੰਘ ਜੀ, ਸਾਰੇ ਗੁਰਮੁਖ ਪਿਆਰੇ, ਕਾਲਕਟ ਜੀ ਸਰਪੰਚ ਸਾਹਿਬ ਸਾਰੇ ਬੈਠੇ ਹੋ। ਉੱਥੇ ਮੈਂ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਬੜੇ ਚਿਰ ਤੋਂ ਦਿਲ ਦੀ ਰੀਝ ਸੀ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ ਬੋਇਲ, ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੇ ਬੇਟੇ ਨਗਰ ਮਕਸੂਦਪੁਰ ਸੂੰਢ ਤੋਂ, ਇਸੇ ਹੀ ਅਸਥਾਨ ਤੋਂ 2 ਵਾਰੀ ਯਤਨ ਕੀਤਾ ਕਿ ਇਸ ਢਾਡੀ ਜੱਥੇ ਨੂੰ ਸੰਗਤਾਂ ਦੇ ਦਰਸ਼ਨ ਹੋ ਜਾਣ। ਅੱਜ ਨਹੀਂ, 2009 ਵਿੱਚ, ਫਿਰ 2015 ਵਿੱਚ, ਪਰ ਸਫਲਤਾ ਮਿਲੀ 2019 ਵਿੱਚ ਜਦੋਂ ਭਾਈ ਸਾਹਿਬ ਜੀ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਸੀ। ਤਾਂ ਉਸ ਸਮੇਂ ਤੋਂ ਇਹਨਾਂ ਨੇ ਉਦਮ ਉਪਰਾਲਾ ਕੀਤਾ ਤੇ ਤੁਸਾਂ ਨੇ ਜਿਹੜਾ ਉਹ ਇੱਥੋਂ ਦਾ ਵੀਜ਼ਾ ਲੈ ਕੇ ਦਿੱਤਾ USA ਦਾ। ਤੋਂ ਅੱਜ ਉਚੇਚੇ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਉਹ ਵੀ ਪਹੁੰਚੇ ਨੇ, ਉਹਨਾਂ ਵੱਲੋਂ ਵੱਡਾ ਮਾਣ ਸਨਮਾਨ ਮਿਲਿਆ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹਾਂ। ਸਰਦਾਰ ਜਗੀਰ ਸਿੰਘ ਜੀ ਬੈਠੇ ਨੇ, ਸ਼੍ਰੀਨਗਰ ਤੋਂ ਮੈਂ ਦਰਸ਼ਨ ਕਰ ਰਿਹਾ, ਸਰਦਾਰ ਮਹਿੰਦਰ ਸਿੰਘ ਜੀ, ਸਰਦਾਰ ਸੰਤੋਖ ਸਿੰਘ ਜੀ ਬਹਿਰਾਮ ਤੋਂ, ਭਾਜੀ ਰਮੇਲ ਸਿੰਘ ਜੀ ਬਲਾਕੀਪੁਰ ਤੋਂ, ਹਰਵਿੰਦਰ ਸਿੰਘ ਜੀ, ਦਲਵੀਰ ਸਿੰਘ ਜੀ ਹੁਣੇ, ਔਰ ਸਾਰੇ ਇਲਾਕੇ ਵਿੱਚੋਂ ਪੁੱਲਾ ਰਾਈ ਨਗਰ ਤੋਂ, ਕਿ ਉਹ ਸਾਰਾ ਇਲਾਕਾ ਜਿਹੜਾ ਉਹ ਇਸ ਅਸਥਾਨ ਤੇ ਗੁਰੂ ਹਜ਼ੂਰੀ ਵਿੱਚ ਹਾਜ਼ਰੀ ਭਰਦਾ ਹੈ। ਚਾਹੇ
ਪੰਜਾਬ ਨਹੀਂ ਬਲਕਿ ਭਾਰਤ ਦੀ ਧਰਤੀ ਤੋਂ ਕਿਤੋਂ ਕਿਤੋਂ ਵੀ ਵਸਣ ਵਾਲਾ ਹੈ ਕੋਈ ਗੁਰਮੁਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਆਣ ਕੇ ਜਦੋਂ ਗੁਰੂ ਹਜ਼ੂਰੀ ਵਿੱਚ ਬੈਠ ਜਾਂਦਾ, ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵੇ, ਗੁਰਮੁਖੋ ਸੰਗਤ ਰੂਪ ਵਿੱਚ ਸਭ ਤੋਂ ਨੇੜੇ ਦਾ ਰਿਸ਼ਤਾ ਹੀ ਉਹ ਬਣ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਨੇ, ਆਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਗੁਰਮੁਖੋ ਜਿਹੜਾ ਸਾਧ ਸੰਗਤ ਦਾ ਰਿਸ਼ਤਾ, ਇਹਦੇ ਵਰਗਾ ਨਾਤਾ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ। ਇੱਕ ਰਚਨਾ ਮੈਂ ਤੁਹਾਡੀ ਸੇਵਾ ਵਿੱਚ ਹੋਰ ਕਹਾਂ। ਅੱਛਾ ਜੀ, ਆ ਭਾਈ ਸਾਹਿਬ ਜੀ ਇੱਥੇ ਇੱਕ ਚਾਬੀ ਆ ਗੱਡੀ ਦੀ ਹੈ, ਕਿਸੇ ਭੈਣ ਦੀ ਕਿਸੇ ਵੀਰ ਦੀ ਸ਼ਾਇਦ ਕਿਤੇ ਜੇਬ ਚੋਂ ਨਿਕਲ ਗਈ ਹੋਏਗੀ, ਤੋ ਜਿਨ੍ਹਾਂ ਦੀ ਵੀ ਹੋਵੇ ਉਹ ਸਟੇਜ ਤੋਂ ਆਣ ਕੇ ਪ੍ਰਬੰਧਕਾਂ ਦੇ ਪਾਸੋਂ ਪ੍ਰਾਪਤ ਕਰ ਲੈਣ, ਇਹ ਬੇਨਤੀ ਹੈ। ਬਾਬਾ ਬੁੱਢਾ ਸਾਹਿਬ ਜੀ ਬਾਬਾ ਪਿਰਥੀ ਚੰਦ ਨੂੰ ਕਹਿਣ ਲੱਗੇ, ਉਹ ਤੂੰ ਗੁਰੂ ਬਣਨ ਦੀ ਗੱਲ ਕਰਦਾ ਹੈ, ਅਜੇ ਤਾਂ ਤੂੰ ਸਿੱਖ ਨਹੀਂ ਬਣ ਸਕਿਆ। ਗੁਰਮੁਖੋ ਸਿੱਖੀ ਦਾ ਕਿਰਦਾਰ ਬੜਾ ਉੱਚਾ ਮਿਆਰ ਸਿੱਖੀ ਦਾ। ਜੇ ਸਿੱਖੀ ਦੇ ਮਿਆਰ ਦੀ ਗੱਲ ਕਰਨ ਲੱਗੀਏ, ਸਾਰੀ ਜ਼ਿੰਦਗੀ ਲਾ ਕੇ ਤੇ ਫਿਰ ਵੀ ਸਿੱਖ ਗੁਰਸਿੱਖੀ ਮੰਗਦੇ ਨੇ। ਬਾਬਾ ਬੁੱਢਾ ਸਾਹਿਬ ਦਾ ਤੁਸੀਂ ਬਚਨ ਸੁਣਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਹੋਇਆ, ਡੱਲੇ ਦੇ ਰਹਿਣ ਵਾਲਾ। ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿਣ ਲੱਗੇ ਸਾਡਾ ਦਿਲ ਕਰਦਾ ਹੈ ਅਸੀਂ ਤੈਨੂੰ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਤੇ ਸੇਵਾ ਬਖਸ਼ਿਸ਼ ਕਰਦੀ ਹੈ। ਜਿਸ ਸਿੱਖ ਦਾ ਨਾਂ ਸੀ ਭਾਈ ਭਾਰੋ ਜੀ, ਬੈਠੇ ਨੇ ਡੱਲੇ ਤੋਂ ਨਜ਼ਦੀਕ ਤੋਂ ਤੀਰ ਸਾਹਿਬ ਜੀ ਯਾਨੀ ਤਰਲੋਚਨ ਸਿੰਘ ਜੀ ਔਰ ਭਾਈ ਜਸਵਿੰਦਰ ਸਿੰਘ ਜੀ ਹੋਣੇ। ਕਹਿੰਦੇ ਸਾਡਾ ਦਿਲ ਕਰਦਾ ਤੈਨੂੰ ਅਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਬਖਸ਼ਦੀ ਹੈ। ਪਰ ਭਾਈ ਭਾਰੋ ਕਹਿੰਦਾ ਦਾਤਾ ਬਸ ਕਿਰਪਾ ਕਰਿਓ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਆਪਣਾ ਸਿੱਖ ਬਣਾ ਲਿਓ। ਬੇਅੰਤ ਸਾਰੀਆਂ ਐਸੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਪਰ ਮੈਂ ਸਮੇਂ ਦੀ ਨਜਾਕਤ ਨੂੰ ਸਮਝਦੇ ਅੱਗੇ ਚੱਲੇ ਹਾਂ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਹੋਰ ਵੱਡਾ ਜਿਹੜਾ ਕਾਰਜ ਜਿਸ ਦਾ ਜ਼ਿਕਰ ਤੁਸੀਂ ਸੁਣਿਆ ਹੈ, ਗੁਰਮੁਖੋ ਗੁਰੂ ਅਰਜਨ ਸਾਹਿਬ ਜਦੋਂ ਗੁਰਤਾ ਗੱਦੀ ਤੇ ਸੁਭਾਏਮਨ ਹੋ ਗਏ, ਪਿਰਥੀ ਚੰਦ ਨੇ ਮਸੰਦਾਂ ਨੂੰ ਵੱਧ ਮਾਇਆ ਦਾ ਲਾਲਚ ਦੇ ਕੇ ਆਪਣੇ ਵੱਲੇ ਪ੍ਰੇਰ ਲਿਆ। ਜਿੰਨੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਸੀ, ਗੁਰਮੁਖੋ ਸਾਰੀ ਸੰਗਤ ਦੇ ਕੋਲੋਂ ਜੋ ਭੇਟਾ ਹੋਣੀ ਉਹ ਆਪਣੇ ਕੋਲ ਰੱਖ ਲੈਣੀ, ਤੇ ਜਦੋਂ ਲੰਗਰ ਦਾ ਟਾਈਮ ਹੋਣਾ ਉਦੋਂ ਗੁਰੂ ਅਰਜਨ ਸਾਹਿਬ ਵੱਲੇ ਤੋਰ ਦੇਣਾ। ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਵੀ ਵੇਖ ਰਹੇ ਸਨ। ਪ੍ਰਸ਼ਾਂਤ ਸੁਭਾਅ ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ, ਮਾਓ ਨਿਵਾਸੀ ਦੁਆਬੇ ਦੀ ਧਰਤੀ ਦਾ ਉਮਾਨ ਹੈ। ਜਦੋਂ ਭਾਈ ਗੁਰਦਾਸ ਸਾਹਿਬ ਜੀ ਆਗਰੇ ਤੋਂ ਆਏ, ਭਾਈ ਗੁਰਦਾਸ ਸਾਹਿਬ ਜੀ ਦਾ ਬਹੁਤ ਵੱਡਾ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰਸਿੱਖੋ, ਇਹ ਤੋਂ ਵੱਡੀ ਕਿਹੜੇ ਸੇਵਾ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਿੱਖ ਜਗਤ ਦੇ ਉਹ ਵੇਦ ਵਿਆਸ ਨੇ ਭਾਈ ਗੁਰਦਾਸ ਸਾਹਿਬ ਜੀ, ਉਹ ਵੀ ਪਹੁੰਚੇ ਅੰਮ੍ਰਿਤਸਰ ਸਾਹਿਬ ਵਿਖੇ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲ ਕੇ ਵੇਖ ਕੇ ਹੈਰਾਨ ਹੋਏ, ਕਿਉਂਕਿ ਲੰਗਰ ਦੇ ਇੰਨਾ ਮਸਤਾਨਾ ਹੋ ਗਿਆ। ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਜੀ ਕਈ ਵਾਰੀ ਭੁੱਜੇ ਛੋਲੇ ਛਕ ਕੇ ਗੁਜ਼ਾਰਾ ਕਰਦੇ ਰਹੇ, ਪਰ ਫਿਰ ਵੀ ਕਦੇ ਉਜਰ ਨਾ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਸਲਾਹ ਕੀਤੀ ਭਾਈ ਗੁਰਦਾਸ ਜੀ ਦੇ ਨਾਲ, ਕਹਿਣ ਲੱਗੇ ਹੁਣ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ, ਹੁਣ ਸਾਨੂੰ ਹਿੰਮਤ ਕਰਨੀ ਚਾਹੀਦੀ ਹੈ, ਨਹੀਂ ਤਾਂ ਜਿਹੜੇ ਗੁਰੂ ਘਰ ਦੇ ਦੋਖੀ ਨੇ ਸਿੱਖੀ ਦੇ ਵਿਹੜੇ ਵਿੱਚ ਖਲਾਰਾ ਪਾਉਂਦੇ ਨੇ ਉਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਏਗਾ। ਫਿਰ ਬਾਬਾ ਬੁੱਢਾ ਸਾਹਿਬ ਜੀ ਉੱਠੇ ਤੇ ਭਾਈ ਗੁਰਦਾਸ ਸਾਹਿਬ ਜੀ ਰਸਤੇ ਦੇ ਉੱਤੇ ਦੋਹਾਂ ਪਾਸਿਆਂ ਤੇ ਸਿੱਖ ਬਿਠਾਏ, ਜਿਹੜੀ ਸੰਗਤ ਆਉਂਦੀ ਹੈ ਦਰਸ਼ਨ ਕਰਨ ਵਾਸਤੇ। ਫਿਰ ਉਹਨਾਂ ਨੂੰ ਦੱਸਿਆ, ਓ ਗੁਰਮੁਖੋ ਪਖੰਡੀਆਂ ਦਾ ਜ਼ੋਰ ਪੈ ਗਿਆ। ਅੱਜ ਵੀ ਭੇਖੀ ਤੇ ਪਖੰਡੀ ਬਣੇ ਜਿਹੜੇ ਗੁਰੂ ਨਾਨਕ ਦੀ ਸਿੱਖੀ ਨੂੰ ਢਾਹ ਲਾਉਂਦੇ ਨੇ ਨਾ, ਗੁਰਸਿੱਖੋ ਸੱਚ ਦਾ ਹੋਕਾ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਚਾਹੀਦੇ ਨੇ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਨੇ ਹੋਕਾ ਦੇ ਕੇ ਆਖਿਆ, ਦੁਨੀਆ ਦੇ ਲੋਗੋ, ਸਮਰੱਥ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਵੇਂ ਭੇਖੀਆਂ ਤੇ ਪਖੰਡੀਆਂ ਦੇ ਜਾਲ 'ਚ ਨਾ ਫਸੀ ਜਾਓ, ਪ੍ਰਿਥੀ ਚੰਦ ਦੇ ਪੱਲੇ ਕੱਖ ਨਹੀਂ ਜੇ। ਫਿਰ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੋਣ ਲੱਗੀ। ਜਿਸ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਨੂੰ ਗਏ ਤੇ ਗੁਰਦੁਆਰਾ ਕੋਠਾ ਸਾਹਿਬ ਵਿੱਚ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਬਿਠਾਇਆ। ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਇਤਿਆਦਿਕ ਸਾਰੇ ਗੁਰਸਿੱਖ, ਚੌਧਰੀ ਲੰਗਾਹਾ ਜੀ, ਸਾਰਿਆਂ ਦੇ ਸਾਹਮਣੇ ਇਹ ਦੱਸ ਕੇ ਗਏ ਸਾਡੇ ਤੋਂ ਬਾਅਦ ਗੁਰਤਾ ਗੱਦੀ ਤੇ ਸਾਹਿਬਜ਼ਾਦੇ ਹਰਗੋਬਿੰਦ ਹੋਣਗੇ। ਤੇ ਸਾਹਿਬਜ਼ਾਦੇ ਦੀ ਬਾਂਹ ਬਾਬਾ ਬੁੱਢਾ ਸਾਹਿਬ ਦੇ ਹੱਥ ਵਿੱਚ ਫੜਾ ਕੇ ਆਖਿਆ ਸੀ, ਇਹ ਉਮਰ ਵਿੱਚ ਛੋਟੇ ਨੇ, ਗੁਰਤਾ ਗੱਦੀ ਤੇ ਸੁਭਾਈਮਾਨ ਹੋਣਗੇ ਤੇ ਸਿੱਖੀ ਦੀ ਦੀਵਾਰ ਨੂੰ ਕਿਸੇ ਪਾਸੇ ਢਾਹ ਨਾ ਲੱਗਣ ਦੇਣ। ਬਾਬਾ ਬੁੱਢਾ ਸਾਹਿਬ ਜੀ ਸਨ ਜਿਸ ਦਿਨ ਪਹਿਲੇ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਏ। 98 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ, ਧਿਆਨ ਲਾ ਕੇ ਦੇਖਿਓ, 98 ਸਾਲ ਦੀ ਉਮਰ। ਜਿਸ ਦਿਨ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਤੇ ਪਹਿਲਾ ਹੁਕਮਨਾਮਾ ਲਿਆ ਸੀ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਨਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹ ਆਵਾਜ਼ ਸੁਣੇ ਸਭ ਪੰਥ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਗੁਰੂ ਦਾ ਹੁਕਮਨਾਮਾ ਲਿਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਖੈਰ
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਗਏ। ਜੇ ਸੱਚੇ ਪਾਤਸ਼ਾਹ ਦੂਰ ਦੂਰ ਤੱਕ ਜਾਂਦੇ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਤੇ ਬਾਬਾ ਬੁੱਢਾ ਸਾਹਿਬ ਜੀ ਹਰਮੰਦਰ ਸਾਹਿਬ ਰਹਿ ਕੇ ਆਈ ਸੰਗਤ ਦਾ ਸਤਿਕਾਰ ਕਰਦੇ ਨੇ, ਬਾਣੀ ਦੇ ਨਾਲ ਜੋੜਦੇ ਨੇ, ਉਹਨਾਂ ਦੇ ਹਿੰਮਤ ਤੇ ਦਲੇਰੀ ਸਿੱਖੀ ਦੀ ਪਰਪੱਕਤਾ ਭਰਦੇ ਨੇ। ਸਮਾਂ ਆ ਗਿਆ ਗਵਾਲੀਅਰ ਦੇ ਕਿਲੇ ਵਿੱਚ 6ਵੇਂ ਪਾਤਸ਼ਾਹ ਨੂੰ ਜਾਣਾ ਪਿਆ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ। ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਨੇ ਹਿੰਮਤ ਕੀਤੀ, ਸੰਗਤਾਂ ਨੂੰ ਇਕੱਠਿਆਂ ਕਰਕੇ ਰਾਤ ਦੇ ਹਨੇਰੇ ਅੰਦਰ ਮਸ਼ਾਲਾਂ ਜਗਾ ਕੇ ਵਕਤ ਦੀ ਸਰਕਾਰ ਦੇ ਨਾਲ ਟੱਕਰ ਲੈਂਦਿਆਂ ਪਿੰਡੋ ਪਿੰਡੀ ਸਿੱਖਾਂ ਨੂੰ ਲਾਮਬੰਦ ਕੀਤਾ, ਉਤਸ਼ਾਹ ਵਿੱਚ ਲਿਆਂਦਾ। ਉਹ ਡੋਲ ਨਾ ਜਾਇਓ, ਘਬਰਾ ਨਾ ਜਾਇਓ, ਜੇ ਵਕਤ ਦੀ ਸਰਕਾਰ ਤਗੜਾਈਆਂ ਕਰ ਰਹੀ ਹੈ ਤੇ ਤੁਹਾਡਾ ਦਿਲ ਵੀ ਹਿੰਮਤ ਤੇ ਦਲੇਰੀ ਦੇ ਨਾਲ ਭਰਿਆ ਹੋਣਾ ਚਾਹੀਦਾ। ਸੱਚੇ ਗੁਰੂ ਦੇ ਤੁਸੀਂ ਉਪਾਸ਼ਕ ਹੋ। ਗਵਾਲੀਅਰ ਦੀਆਂ ਕੰਧਾਂ ਨੂੰ ਜਾ ਕੇ ਨਮਸਕਾਰ ਕਰਕੇ ਮੁੜਦੇ ਰਹੇ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਵਾਪਸ ਆਏ ਗਵਾਲੀਅਰ ਦੇ ਕਿਲੇ ਵਿੱਚੋਂ, ਪਹੁੰਚੇ ਨੇ ਅੰਮ੍ਰਿਤਸਰ ਸਾਹਿਬ। ਗੁਰਮੁਖੋ ਸਾਰੇ ਅੰਮ੍ਰਿਤਸਰ ਸ਼ਹਿਰ ਦੀ ਸੰਗਤ ਇਕੱਠੀ ਹੋ ਕੇ ਅਗਲਵਾਂਡੀ ਸਤਿਕਾਰ ਕਰਨ ਵਾਸਤੇ ਗਈ। ਘਿਓ ਦੇ ਦੀਵੇ ਬਾਲ ਕੇ ਅੰਮ੍ਰਿਤਸਰ ਸ਼ਹਿਰ ਨੂੰ ਰੁਸ਼ਨਾ ਦਿੱਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਦੇ ਨੇ, ਗੁਰਮੁਖ ਪਿਆਰਿਓ ਦਰਸ਼ਨ ਕਰਦੇ ਨੇ ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਉਸ ਵਕਤ ਇੱਕ ਹੈਰਾਨਗੀ ਵਾਲੀ ਗੱਲ ਹੋਈ, ਜਦੋਂ ਢੋਲਕੀਆਂ ਤੇ ਛੈਣੇ ਫੜ ਕੇ ਸੰਗਤ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੀ ਸਰੋਵਰ ਦੀਆਂ ਪਰਿਕਰਮਾ ਕਰਨ ਲੱਗ ਪਈ। 6ਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਆਹ ਕੀ ਹੈ, ਆਹ ਮਰਿਆਦਾ ਆਹ ਕਦੋਂ ਤੋਂ ਸ਼ੁਰੂ ਹੋ ਗਈ? ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਜਦੋਂ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਚਲੇ ਗਏ ਸੀ, ਸੰਗਤਾਂ ਉਦਾਸੀ ਦੇ ਆਲਮ ਵਿੱਚ ਫਸ ਕੇ ਨਾ ਨੀਵੇਂ ਪੱਧਰ ਤੇ ਚਲੇ ਜਾਣ, ਇਸ ਕਰਕੇ ਸੰਗਤਾਂ ਵਿੱਚ ਉਤਸ਼ਾਹ ਭਰਨ ਵਾਸਤੇ ਇਸ ਚੌਂਕੀ ਦੀ ਆਰੰਭਤਾ ਕੀਤੀ ਗਈ ਸੀ। ਜਦੋਂ ਇਹ ਗੱਲ ਬਾਬਾ ਬੁੱਢਾ ਸਾਹਿਬ ਜੀ ਨੇ ਕਹੀ ਤੇ 6ਵੇਂ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੋਏ, ਨੇੜੇ ਹੋ ਕੇ ਘੁੱਟ ਕੇ ਗੱਲ ਵਕੜੀ ਵਿੱਚ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਜਿਹੜੀ ਰੀਤ ਜਿਹੜੀ ਮਰਿਆਦਾ ਤੁਸਾਂ ਤੋਰੀ ਆ ਨਾ ਚੌਂਕੀਆਂ ਦੀ, ਇਹ ਹਮੇਸ਼ਾ ਚੱਲਦੀ ਰਹੇਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹੜੇ ਬਚਨ ਕਹੇ, ਉਹਨਾਂ ਬੋਲਾਂ ਦਾ ਵਰਣਨ ਕੜਿਆਣਾ ਜੀ ਦੀ ਕਲਮ ਨੇ ਕੀਤਾ ਹੈ। ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਤੇ ਢਾਡੀ ਦੋਵੇਂ ਸਕੇ ਭਰਾ ਹਰਪਾਲ ਸਿੰਘ ਜੋਸਨ, ਰਣਜੀਤ ਸਿੰਘ ਰਾਣਾ ਜੰਡਿਆਲਾ ਮੰਜਕੀ, ਢਾਡੀ ਰਾਜਵਿੰਦਰ ਸਿੰਘ ਮਹੇ ਪਿੰਡ ਲਿੱਦੜਾ ਜਲੰਧਰ, ਸੁਖਵਿੰਦਰ ਸਿੰਘ ਅਨਮੋਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜਥਾ ਗਾ ਕੇ ਜੁਗਾ ਜੁਗਾ ਤਾਈ ਰਹਿਣਗੀਆਂ, ਤੇਰੀਆਂ ਚੌਂਕੀਆਂ ਜੁਗਾ ਜੁਗਾ ਤਾਈ ਰਹਿਣਗੀਆਂ, ਤੇਰੀਆਂ ਚੌਂਕੀਆਂ ਜੁਗਾ ਜੁਗਾ ਤਾਈ ਰਹਿਣਗੀਆਂ, ਤੇਰੀਆਂ ਚੌਂਕੀਆਂ ਜੁਗਾ ਜੁਗਾ ਤਾਈ ਰਹਿਣਗੀਆਂ। ਸੰਗਤਾਂ ਤੇਰੇ ਚਰਨੀ ਪੈਣਗੀਆਂ, ਸਾਡਾ ਬਚਨ ਕੇ ਸੰਗਤਾਂ ਤੇਰੇ ਚਰਨੀ ਪੈਣਗੀਆਂ, ਤੇਰੀਆਂ ਚੌਂਕੀਆਂ ਜੁਗਾ ਜੁਗਾ ਤਾਈ ਰਹਿਣਗੀਆਂ, ਤੇਰੀਆਂ ਚੌਂਕੀਆਂ ਜੁਗਾ ਜੁਗਾ ਤਾਈ ਰਹਿਣਗੀਆਂ।
साथी तेरे वर्गा होर नहीं, गुरु चंद्रमा आखे तेरे जही चकोर नहीं, ओ गुरु चंद्रमा आखे तेरे जही चकोर नहीं। धन धन बाबा बुड्ढा तेनू संगता कहन गिया, धन धन बाबा बुड्ढा तेनू संगता कहन गिया, तेरियां चौंकियां जुगा जुगा ताई रहन गिया, तेरियां चौंकियां जुगा जुगा ताई रहन गिया। ਅਕਾਲ ਤਖਤ ਸਾਹਿਬ ਤੋਂ ਅੱਜ ਵੀ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਆਰੰਭ ਹੋ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ, ਸੰਗਤਾਂ ਸਰੋਵਰ ਦੀ ਪਰਿਕਰਮਾ ਕਰਕੇ ਹਰਮੰਦਰ ਸਾਹਿਬ ਵਿੱਚ ਪਹੁੰਚਦੀਆਂ ਨੇ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਆਰੰਭ ਕੀਤੀ ਚੌਂਕੀ ਦਾ ਸਤਿਕਾਰ ਹੈ। ਇੱਕ ਵਾਰੀ ਕੀਰਤਨ ਦੀ ਸਮਾਪਤੀ ਕਰ ਦਿੱਤੀ ਜਾਂਦੀ ਹੈ। ਇਹ ਸਤਿਕਾਰ ਹੈ ਉਸ ਚੌਂਕੀ ਦਾ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੇ ਆਰੰਭ ਕੀਤੀ। ਗੁਰਮੁਖੋ, ਇਹ ਮਹਾਨ ਸੇਵਾਵਾਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਨੇ। ਇੱਥੇ ਬਸ ਨਹੀਂ, ਮੈਂ ਫਤਿਹ ਅਰਜ ਕਰਨ ਲੱਗਾ। ਗੁਰਮੁਖ ਪਿਆਰਿਓ, ਬਾਬਾ ਬੁੱਢਾ ਸਾਹਿਬ ਜੀ ਸ੍ਰੀ ਹਰਗੋਬਿੰਦਪੁਰ, ਜਿੱਥੇ 6ਵੇਂ ਪਾਤਸ਼ਾਹ ਦਾ ਦੂਸਰਾ ਜੰਗ ਹੋਇਆ, ਇਸ ਅਸਥਾਨ ਤੇ ਜਦੋਂ ਪਿੰਡ ਵਸਾਇਆ ਗਿਆ, ਬਾਬਾ ਬੁੱਢਾ ਸਾਹਿਬ ਜੀ ਵੀ ਆਏ, ਭਾਈ ਗੁਰਦਾਸ ਸਾਹਿਬ ਜੀ ਵੀ ਆਏ, ਤੇ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਇਸ ਪਿੰਡ ਦਾ ਨਾਮ ਤੁਹਾਡੇ ਨਾਂ ਤੇ ਰੱਖਣਾ ਚਾਹੀਦਾ ਹੈ। ਪਰ 6ਵੇਂ ਪਾਤਸ਼ਾਹ ਕਹਿਣ ਲੱਗੇ, ਨਹੀਂ, ਇਸ ਨਗਰ ਦਾ ਨਾਮ ਜੋ ਬਾਬਾ ਬੁੱਢਾ ਸਾਹਿਬ ਜੀ ਕਹਿਣਗੇ ਉਹ ਰੱਖਿਆ ਜਾਏਗਾ। ਸੰਗਤਾਂ ਦੀ ਮੁਹੱਬਤ ਨੂੰ ਵੇਖਦਿਆਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਫਿਰ ਹੁਣ ਸਾਡੀ ਸਾਰਿਆਂ ਦੀ ਸੰਗਤ ਰੂਪ ਵਿੱਚ ਬੇਨਤੀ ਮੰਨ ਲਿਓ, ਇਹਦਾ ਨਾਮ ਤੁਹਾਡੇ ਨਾਂ ਦੇ ਉੱਤੇ ਹੋਣਾ ਚਾਹੀਦਾ ਹੈ। ਅੱਜ ਉਹ ਸ੍ਰੀ ਹਰਗੋਬਿੰਦਪੁਰਾ ਬਿਆਸਾ ਦਰਿਆ ਦੇ ਲਹਿੰਦੇ ਪਾਸੇ ਉਹ ਸ਼ਹਿਰ ਮੌਜੂਦ ਹੈ, ਜਿੱਥੇ 6ਵੇਂ ਪਾਤਸ਼ਾਹ ਦਾ ਦੂਸਰਾ ਜੰਗ ਹੋਇਆ ਭਗਵਾਨ ਦਾਸ ਘੇਰੜ ਦੇ ਨਾਲ। ਸਤਿਗੁਰਾਂ ਨੇ ਇੱਥੇ ਇੱਕ ਮਸੀਤ ਵੀ ਬਣਵਾਈ ਸੀ, ਕਿਉਂਕਿ ਕਿਸੇ ਧਰਮ ਦੇ ਨਾਲ ਵੈਰ ਨਹੀਂ, ਵਿਰੋਧ ਨਹੀਂ। ਧਿਆਨ ਮਾਰ ਕੇ ਵੇਖਿਓ, ਬੰਦਾ 4 ਦਿਨ ਸੇਵਾ ਕਰ ਆਵੇ, ਉਹ ਮੋਢੇ ਮਾਰ ਮਾਰ ਕੇ ਲੰਘਦਾ, ਮੈਂ ਵੱਡਾ ਸੇਵਾਦਾਰ। ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲ ਉਮਰ ਹੋਈ ਹੈ। 125 ਸਾਲਾਂ ਦੇ ਵਿੱਚੋਂ 113 ਸਾਲ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਤੇ ਫਿਰ ਵੀ ਸਦਾ ਆਖਿਆ, ਮਹਾਰਾਜ ਮੈਨੂੰ ਸਿੱਖ ਬਣਾ ਲਿਓ ਜੀ। ਇਹ ਬਾਬਾ ਬੁੱਢਾ ਸਾਹਿਬ ਜੀ ਦਾ ਉੱਚਾ ਸੁੱਚਾ ਪਾਕ ਪਵਿੱਤਰ ਜੀਵਨ ਹੈ। ਉਹਨਾਂ ਦੇ ਜੀਵਨ ਨੂੰ ਨਮਸਕਾਰ ਕਰਦੇ ਹਾਂ। ਆਪ ਸੰਗਤ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਤੁਹਾਡੇ ਕੋਲੋਂ ਆਗਿਆ ਲੈਣਾ ਹੈ। ਬਹੁਤ ਸਾਰਾ ਮਾਣ ਸਨਮਾਨ ਮਾਇਆ ਦੇ ਰੂਪ ਵਿੱਚ ਤੁਸੀਂ ਭੇਜਦੇ ਹੋ, ਵੀਰਾਂ ਵੱਲੋਂ, ਭੈਣਾਂ ਵੱਲੋਂ, ਬਜ਼ੁਰਗਾਂ ਮਾਤਾਵਾਂ ਵੱਲੋਂ ਬਹੁਤ ਸਾਰਾ ਮਾਣ ਸਨਮਾਨ। ਧੰਨਵਾਦ ਜੀ। ਅਗਲਾ ਪ੍ਰੋਗਰਾਮ ਵੀਰ ਅਜੈਬ ਸਿੰਘ ਜੀ ਹੁਣਾਂ ਦੇ ਪਾਸੋਂ ਸਰਵਣ ਕਰੋ। ਆਉਣ ਵਾਲੇ ਜਥੇ ਨੂੰ ਸਤਿਕਾਰ ਸਹਿਤ ਨਿੱਗੀ ਜੀ ਆਇਆ ਕਹਾਂਗਾ। ਸਮਾਂ ਔਰ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਭਾਈ ਅਜੈਬ ਸਿੰਘ ਜੀ ਆਪ ਜੀ ਨੂੰ ਦਰਸਾਉਣਗੇ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾ ਕੇ ਫਤਿਹ ਬੁਲਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਢਾਡੀ ਭਾਈ ਸੁਖਵਿੰਦਰ ਸਿੰਘ ਜੀ ਅਨਮੋਲ ਤੇ ਉਹਨਾਂ ਦੇ ਪੂਰੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਢਾਡੀ 12 ਸਰਵਣ ਕਰਾਈਆਂ। ਆਪ ਦਾਸ ਬੇਨਤੀ ਕਰਦਾ ਕਮਿਸ਼ਨਰ ਭਾਈ ਜਸਵਿੰਦਰ ਸਿੰਘ ਜੀ ਉੱਪਲ,
ਅਤੇ ਤਰਸੇਮ ਸਿੰਘ ਮਾਫ ਕਰਨਾ ਤਰਲੋਚਨ ਸਿੰਘ ਤੀਰ 9 ਵਜੇ ਤੱਕ ਆਪ ਸੰਗਤਾਂ ਨੂੰ ਕਵਿਸ਼ਰੀ ਸਰਵਣ ਕਰਾਉਣਗੇ। ਉਸ ਉਪਰੰਤ ਅੱਜ ਦੇ ਦੀਵਾਨ ਦੀ ਸਮਾਪਤੀ ਹੈ ਜੀ। ਆਓ ਕਵਿਸ਼ਰੀ ਜਥੇ ਤੋਂ ਕਵਿਸ਼ਰੀ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਤਰਦੀ ਐ ਡਰ ਮਰਗਾਬੀਆਂ ਦੀ, ਤੇ ਹੰਸ ਹੁੰਦੇ ਨੇ ਕਿਸੇ ਸਰ ਦੇ ਵਿੱਚ। ਹਰ ਹਾਥੀ ਦੇ ਮੱਥੇ ਨਾ ਹੋਣ ਮੋਤੀ, ਕਸਤੂਰੀ ਹੁੰਦੀ ਨਹੀਂ ਹਿਰਨ ਹਰ ਦੇ ਵਿੱਚ। ਹਰ ਪਿੰਡ ਦੇ ਵਿੱਚ ਨਹੀਂ ਸੰਤ ਹੁੰਦੇ, ਤੇ ਚੰਦਨ ਰੁੱਖ ਨਹੀਂ ਹੁੰਦੇ ਹਰ ਘਰ ਦੇ ਵਿੱਚ। ਹੋ ਦਾਨੀ ਭਗਤ ਤੇ ਦਾਨੀ ਭਗਤ ਤੇ ਸੂਰਮੇ ਹੋਣ ਬਿਰਲੇ। ਕਹਿਰ ਜੰਮਦੇ ਨੇ ਘਰ ਘਰ ਦੇ ਵਿੱਚ, ਕਹਿਰ ਜੰਮਦੇ ਨੇ ਘਰ ਘਰ ਦੇ ਵਿੱਚ। ਜਬ ਲਾ ਨਹੀਂ ਪਾਗਲ ਲਾਰ ਉਦੈ, ਤਬ ਲਾ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਕੋਰ ਸਮੁੰਦਰ ਮੈਂ ਬੂਟ ਤਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਆ। ਤਤ ਵਿਚਾਰ यह मथुरा, तत विचार यह मथुरा। जग तारन का अवतार बनाया, जप्यो जिन अर्जुन देव गुरु। फिर संकट जो ना गर्भ ना आयो। हाजरा हजूर सर्व कला भरपूर बाणी के बोध कृपा दे खजाने। चबर छतर तख्त दे मालक धन धन साहब श्री गुरु ग्रंथ साहब महाराज की हजूरी विच गुरु के गुरसिख संगतां जुड़ बैठियां प्यार विच आओ गज बज के बुलाओ फतेह। आखो वाहेगुरु जी का खालसा वाहेगुरु जी की फतेह। अज शामां दे दीवान विच कीर्तन राही कीर्तन जत्थां ने संगतां नूं निहाल कीता। भाई हरपाल सिंह जी जो कि फतेहगढ़ साहब ज्योति स्वरूप गुरु घर दे हैड ग्रंथी, उन्होंने कथा राही संगतां नूं निहाल कीता। उस तो बाद मेरे ढाडी सिंघां ने बड़ा प्रसंग 6वें पातशाह का तुहाडे सामने पेश किया। गुरु कृपा करे अज ब्रह्म ज्ञानी बाबा बुढ़ा साहब का जन्म दिहाड़ा, तुसां सारा इतिहास सुनिया। गुरु कृपा करे 5वें पातशाह गुरु अर्जन देव महाराज सारियां नूं चढ़दी कला ते तंदरुस्तियां महाराज बख्शण। भाई सत्ता जी ते बलवंड जी बेमुख हो गया सन, कोड़ हो गया सी दोनों नूं, ते उन्हां दा कोड़ हटाउण वास्ते लद्दे अपकारी ने 5वें पातशाह दे चरनां विच फेर लिआंदे, ते सच्चे पातशाह गुरु अर्जन देव सच्चे पातशाह ने उन्हां दा कोड़ दूर कीता। गुरु कृपा करे तंदरुस्तियां महाराज बख्शण। आ मेरे वीर नछत्तर सिंह दलाई
ਕਿਉਂਕਿ ਇੰਡੀਆ ਦਾ ਸਾਡੀ ਰਿਸ਼ਤੇਦਾਰੀ ਵੀ ਆ, ਭਾਈਚਾਰਾ ਵੀ ਆ, ਬੜੇ ਚਿਰ ਤੋਂ ਜਾਣਦੇ ਆ। ਇਹਨਾਂ ਦਾ ਸੁਪੁੱਤਰ ਗੁਰਸ਼ਾਨ ਸਿੰਘ 11-12 ਸਾਲ ਦੀ ਉਮਰ ਹੈ, 2 ਮਹੀਨੇ ਤੋਂ ਵੱਧ ਹੋ ਗਿਆ ਹਸਪੀਟਲ ਦੇ ਵਿੱਚ ਦਾਖਲ ਨੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੋ, ਦੁੱਖ ਦਲਿੱਦਰ ਇਸ ਦੇ ਦੂਰ ਕਰੋ। ਉਹਨਾਂ ਨੂੰ, ਉਸ ਬੱਚੇ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਵੇਂ ਲੱਦੇ ਅਪਕਾਰੀ ਨੇ ਸੱਤੇ ਬਲਵੰਡ ਨੂੰ ਤੁਹਾਡੇ ਨਾਲ ਜੋੜਿਆ ਸੀ, ਉਸੇ ਤਰ੍ਹਾਂ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੋ। ਗੁਰੂ ਕਿਰਪਾ ਕਰੇ। 2-2.5 ਮਹੀਨੇ ਹੋ ਗਏ ਹਸਪੀਟਲ ਉਹ ਬੱਚਾ ਦਾਖਲ ਹੈ। ਸੱਚੇ ਪਾਤਸ਼ਾਹ ਲੰਮੀ ਉਮਰ ਕਰੇ, ਚੜ੍ਹਦੀ ਕਲਾ ਕਰੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵੀ ਮਿਹਰ ਕਰਨ ਕਿ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਆਓ ਇੱਕ ਕਵਿਤਾ ਕਹਿ ਕੇ ਤੁਹਾਡੇ ਕੋਲ ਖਿਮਾ ਦੇ ਜਾ ਚੁੱਕਣਾ। ਕੱਥੂ ਨੰਗਲ ਦੀ ਧਰਤੀ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਪਿੰਡ ਗਏ। 8-9 ਸਾਲ ਦੀ ਉਮਰ ਵਿੱਚ ਜਿਹਦੇ ਮਾਂ ਪਿਓ ਨੇ ਉਸ ਬੱਚੇ ਦਾ ਨਾਮ ਬੂੜਾ ਰੱਖਿਆ, ਬੂੜਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਡੰਗਰ ਚਾਰਦੇ ਸਨ। ਬੂੜਾ ਮਹਾਰਾਜ ਮਿਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਨਾਲ ਜੋ ਬਚਨ ਬਲਾਸ ਗੱਲਾਂ ਬਾਤਾਂ ਕੀਤੀਆਂ, ਉਸ ਵੇਲੇ ਦੀ ਕਵਿਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੂੜੇ ਨੂੰ ਕਿਵੇਂ ਗਲ ਨਾਲ ਲਾਇਆ ਤੇ ਕਿਵੇਂ ਬੁੱਢਾ ਬਣਾਇਆ। ਆਓ ਕਵਿਤਾ ਰਾਹੀਂ ਮੈਂ ਤੇ ਮੇਰਾ ਸਾਥੀ ਯਤਨ ਕਰਾਂਗੇ ਕਿ ਵਧੀਆ ਸੁਰ ਵਿੱਚ ਕਹੀ ਜਾਵੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ, ਉਸ ਵੇਲੇ ਦੀ ਕਵਿਤਾ ਹੈ ਇਉਂ ਬਿਆਨ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਭਰਨ ਨਾ ਸਾਕਾਂ, ਤੂੰ ਠਾਕੁਰ ਊਚਾ ਭਗਵਾਨਾ। ਹੱਸ ਕੇ ਗੁਰੂ ਨਾਨਕ ਦੇਵ ਨੇ ਬੂੜੇ ਨੂੰ ਗਲ ਨਾਲ ਲਾ ਲਿਆ, ਉਮਰੋਂ ਤੂੰ ਬੱਚਾ ਜਾਪਦੈ, ਸੁਣ ਬਾਲਕ ਭੋਲੇ ਭਾਲਿਆ, ਉਮਰੋਂ ਤੂੰ ਬੱਚਾ ਜਾਪਦੈ। ਤੂੰ ਸੋਚਾਂ ਬਹੁਤ ਲਮੇਰੀਆਂ, ਤੂੰ ਸੋਚਾਂ ਬਹੁਤ ਲਮੇਰੀਆਂ, ਹਿਰਦੇ ਵਿੱਚ ਬੈਠਾ ਤਾਰਨੇ, ਗੁਰੂ ਕਹਿੰਦੇ ਬਾਲਕ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ, ਗੁਰੂ ਕਹਿੰਦੇ ਬਾਲਕਾ ਬੂੜਿਆ। ਹੱਸ ਕੇ ਗੁਰੂ ਨਾਨਕ ਦੇਵ ਨੇ ਬੂੜੇ ਨੂੰ ਗਲ ਨਾਲ ਲਾ ਲਿਆ, ਉਮਰੋਂ ਤੂੰ ਬੱਚਾ ਜਾਪਦੈ, ਸੁਣ ਬਾਲਕ ਭੋਲੇ ਭਾਲਿਆ, ਉਮਰੋਂ ਤੂੰ ਬੱਚਾ ਜਾਪਦੈ। ਤੂੰ ਸੋਚਾਂ ਬਹੁਤ ਲਮੇਰੀਆਂ, ਹਿਰਦੇ ਵਿੱਚ ਬੈਠੋ ਤਾਰਨੇ, ਗੁਰੂ ਕਹਿੰਦੇ ਬਾਲਕ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ, ਗੁਰੂ ਕਹਿੰਦੇ
ਕਹਿੰਦੇ ਬਾਲਕਾ ਬੂੜਿਆ। ਤੇਰੇ ਜਹਾਨੀ ਪੁੱਤਰਾ ਖੇਡਾਂ ਵਿੱਚ ਵਕਤ ਗੁਜ਼ਾਰਦੇ, ਨਾ ਰੱਖਣ ਸੋਜੀ ਮੌਤ ਦੀ ਬੇਲੀ ਜੋ ਡੰਗਰ ਚਾਰਦੇ, ਨਾ ਰੱਖਣ ਸੋਜੀ ਮੌਤ ਦੀ। ਜੋ ਚੇਤੇ ਰੱਖਣਾ ਮੌਤ ਨੂੰ ਹੁੰਦੇ ਨਾ ਕਦੇ ਖਵਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ। ਤੂੰ ਦੱਸ ਖਾਂ ਕਿਹੜੇ ਪਿੰਡ ਦਾ, ਤੂੰ ਦੱਸ ਖਾਂ ਕਿਹੜੇ ਪਿੰਡ ਦਾ, ਕਿਹੜੇ ਥਾਂ ਤੇਰਾ ਵਾਸ ਹੈ। ਕਿਸ ਜੰਮਿਆ ਧਰਮਣ ਮਾਨੇ, ਕੀ ਨਾ ਉਹ ਤੇਰਾ ਬਾਪ ਹੈ। ਕਿਸ ਜੰਮਿਆ ਧਰਮਣ ਮਾਨੇ। ਕਰ ਕਰਨਾ ਮਾਵਾ ਜੰਮਦੀਆਂ, ਕਰ ਕਰਨਾ ਮਾਵਾ ਜੰਮਦੀਆਂ, ਤੇਰੇ ਜੇ ਬਰਖਰਾ ਦਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ। ਮੈਂ ਕੱਥੂ ਨੰਗਲ ਵਿੱਚ ਜਨਮਿਆ, ਮੈਂ ਕੱਥੂ ਨੰਗਲ ਵਿੱਚ ਜਨਮਿਆ। ਸੁੱਗਾ ਹੈ ਮੇਰਾ ਬਾਪ ਜੀ, ਨਾਮ ਗੌਰਾ ਧਰਮਣ ਮਾਂ ਦਾ। ਰੰਧਾਵੇ ਕੁਲ ਵਿੱਚ ਵਾਸ ਜੀ, ਨਾਮ ਗੌਰਾ ਧਰਮਣ ਮਾਂ ਦਾ। ਤੈਨੂੰ ਸੋਜੀ ਬਖਸ਼ੀ ਬਹੁਤ ਹੈ, ਉਸ ਸੱਚੇ ਪਰਵਦਾ ਗਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ। ਤੈਨੂੰ ਸੋਜੀ ਜਮਣ ਮਰਨ ਦੀ, ਬਾਲਕ ਹੈ ਬੜੇ ਕਮਾਲ ਦਾ। ਤੇਰੇ ਜੀਆਂ ਗੱਲਾਂ ਕਰੇ ਨਾ ਬੁੱਢਾ ਜੋ 70 ਸਾਲ ਦਾ। ਤੇਰੇ ਜਿਹੀਆਂ ਗੱਲਾਂ ਕਰੇ ਨਾ। ਸਾਡਾ ਖੇਤੀਬਾੜੀ ਕੰਮ ਹੈ, ਸਾਡਾ ਖੇਤੀਬਾੜੀ ਕੰਮ ਹੈ। ਕਰਦੇ ਜੋ ਜ਼ਿਮੀਦਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ, ਤੇਰੇ ਬੁੱਢਿਆਂ ਜਿਹੇ ਵਿਚਾਰ ਨੇ। ਗੁਰੂ ਕਹਿੰਦੇ ਬਾਲਕਾ ਬੂੜਿਆ। ਨਾ ਡਰਿਆ ਕਰ ਤੂੰ ਮੌਤ ਤੋਂ, ਮੌਤ ਤੋਂ ਹਾਂ। ਨਾ ਡਰਿਆ ਕਰ ਤੂੰ ਮੌਤ ਤੋਂ, ਤੈਨੂੰ ਤਾਂ ਬ੍ਰਹਮ ਗਿਆਨ ਹੈ।
दुनिया तय कसरा है एक बन आया बन जान है दुनिया तय कसरा है ਜਸਵਿੰਦਰ ਤਰਲੋਚਣਾ ਗਾਉਣਗੇ ਜਸਵਿੰਦਰ ਤਰਲੋਚਣਾ ਗਾਉਣਗੇ ਕਰੀ ਬਖਸ਼ਿਸ਼ ਜੋ ਕਰਤਾਰ ਨੇ ਗੁਰੂ ਕਹਿੰਦੇ ਬਾਲਕਾ ਬੂੜਿਆ ਤੇਰੇ ਬੁੱਢਿਆਂ ਜਿਹੇ ਵਿਚਾਰ ਨੇ ਗੁਰੂ ਕਹਿੰਦੇ ਬਾਲਕ ਬੂੜਿਆ ਸਾਧੂ ਹੁੰਦੇ ਨਿਆਰੇ ਨੇ ਜੱਗ ਨਾਲੋਂ ਵਿੱਚ ਖੇਹ ਦੇ ਮੋਤੀ ਖਿਲਾਰ ਦਿੰਦੇ ਸਾਧੂ ਫਲ ਲਾਉਂਦੇ ਬੇਲਾਂ ਸੁੱਕੀਆਂ ਨੂੰ ਬੂਟੇ ਮੁੱਢ ਤੋਂ ਜੋ ਕੰਡੇ ਖਾਰ ਦਿੰਦੇ ਬਲੀ ਸਿੰਘਾ ਹੋਰ ਛੇਰ ਅਚਰਨੇ ਕੀ ਸਾਧੂ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਲਾ ਕੇ ਛਾਤੀ ਦੇ ਨਾਲ ਬੂੜੇ ਤੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਿੰਘ ਬਣਾ ਦਿੱਤੇ ਅੱਜ ਉਹਨਾਂ ਦਾ ਜਨਮ ਦਿਨ ਦਿਹਾੜਾ ਸੀ ਸਾਰੇ ਜਿੰਨੇ ਵੀ ਕਥਾਵਾਚਕ ਰਾਗੀ ਢਾਡੀ ਸਿੰਘਾਂ ਨੇ ਬਹੁਤ ਵਧੀਆ ਪ੍ਰਸੰਗ ਉਹਨਾਂ ਦੇ ਇਤਿਹਾਸ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜੋ ਅੱਜ ਆਪਾਂ ਦਿਨ ਮਨਾਇਆ ਗੁਰੂ ਕਿਰਪਾ ਕਰੇ ਗੁਰੂ ਕੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ऊंचे ते ऊंचा भगवंत सगल समगरी तुम सूतर धारी तुम ते होए सो आज्ञाकारी तुमरी गात में तुम ही जानी नानक दास सदा कुर्बानी बोलो जी वाहिगुरु वाहिगुरु एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं प्रथम भगवती सिमर का गुरु नानक लई आए। फिर अंगद गुर ते अमरदास रामदासे होए सहाय। अर्जन हर गोबिंदनो सिमरो श्री हराय। श्री हर कृष्ण त्याइया जय डठा सब दुख जाय। तेग बहादुर सिमरै करनौ निधि आवे धाए सब थाई होए सहाय। दसवें पातशाह गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार का ध्यान करके बोलो जी। पंजां प्यारियां चौं साहिबजादियां 40 मुक्तियां हाजियां जपियां तपियां जिन्हां नाम जपिया वंड के छकिया देख चलाई तेग वाह देख के अंडट कीता तिन्हां प्यारियां सचियारियां दी कमाई दा ध्यान करके खालसा जी बोलो जी। जिन्हां ਸਿੰਘਾਂ ਸਿੰਘਣੀਆਂ धर्म हेत सीह दिते ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। प्रथम सरबत खालसा जी की अरदास है जी सरबत खालसा जी को वाहिगुरु 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 चित आवे चित आवन का सदका सर्ब सुख होवे। जहाँ जहाँ खालसा जी साहिब तहाँ तहाँ रखिया रैत। देग तेग फतेह बिरद की पैंज पंथ की जी श्री साहिब जी सहाय।
ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਜੀ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ ਸ਼ਾਮਾਂ ਦੇ ਟਾਈਮ ਵਿਸ਼ੇਸ਼ ਦੀਵਾਨ ਸਜਾਉਂਦਿਆਂ ਹੋਇਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਪਾਤਸ਼ਾਹ ਜੀਓ ਰਾਗੀ ਸਿੰਘਾਂ ਵੱਲੋਂ ਇਲਾਹੀ ਅਤੇ ਦਰਗਾਹੀ ਬਾਣੀ ਦੇ ਸ਼ਬਦ ਕੀਰਤਨ ਕੀਤੇ ਗਏ, ਵਿਚਾਰਾਂ ਹੋਈਆਂ, ਢਾਡੀ ਵਾਰਾਂ ਗਾਈਆਂ ਗਈਆਂ, ਕਵੀਸ਼ਰੀ ਹੋਈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਘਰ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਨੰਦ ਖੇੜੇ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ। ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਰਬੱਤ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਖ ਪਰਿਵਾਰ ਵੱਲੋਂ ਰਵਣਪ੍ਰੀਤ ਸਿੰਘ ਸਿੱਧੂ ਦੀ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੀ ਬਾਣੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਕੱਲ ਰੋਜ਼ ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਜੀ। ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਪਰਿਵਾਰਾਂ ਵੱਲੋਂ ਸੰਗਤਾਂ ਦੀ ਲੰਗਰ ਪਾਣੀ ਦੇ ਨਾਲ ਸੇਵਾ ਕੀਤੀ ਜਾ ਰਹੀ, ਸੇਵਾ ਘਾਲ ਥਾਂ ਪਾਉਣੀ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਕਰੋ ਕਿਰਪਾ ਇਲਾਹੀ ਅਤੇ ਦਰਗਾਹੀ ਫਰਮਾਨ, ਹੁਕਮਨਾਮੇ ਸੁਣਾ ਕੇ ਨਿਹਾਲ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਵਾਰ ਹੋਏ ਸਾ ਮਿਲेंगे बचे शरण जो। वाहिगुरु नाम जहाज है चढ़े सो तरे। जो शरदा कर सेवंदे गुर पारे उतारन। खंडा जाके हाथ में कलगी सो है। सो हमारी रखिया करे गुर कलगी तार जग। बोले सो निहाल सत श्री अकाल। वाहिगुरु जी का खालसा, वाहिगुरु जी की फतेह।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭੂ ਆਰਾਧਿਆ, ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੈ। ਮਨਮੁਖ ਭਰਮੈ ਸਹਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗੈ ਸਭੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਉ। ਪੌੜੀ ਸੇ ਹਰ ਨਾਮ ਧਿਆਵੈ, ਜੋ ਹਰ ਰਤਿਆ। ਹਰ ਇੱਕ ਧਿਆਵੈ ਇੱਕ, ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ, ਇੱਕੋ ਉਤਪਤਿਆ। ਜੋ ਹਰ ਨਾਮ ਧਿਆਵੈ, ਤਿਨ ਡਰ ਸਟ ਘਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਜੋ ਹਰ ਨਾਮ ਧਿਆਵੈ, ਤਿਨ ਡਰ ਸਟ ਘਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਹਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਗੁਰ ਗਾਵੋ ਸੋਹਿਲਾ, ਸਿਮਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸਮਾਲੇ ਅਨਦੇਖੇਗਾ, ਦੇਵਨਹਾਰ ਤੇ ਦਾਨ ਕੀਮਤਾਂ ਪਵੈ, ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਂ ਸੜਿਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਐ ਨਾਨਕ ਸੇਧੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਦੇਸ,
ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਹਿਰ ਕਰਤੇ ਕੀਰਤ ਹੋਏ, ਸੋ ਕਹਿਰਾ ਕੁਡਾਈ ਤੋਇ ਰਹਾਉ। ਵਿਸਵੇ ਚਸਿਆ ਘੜੀਆ ਪੈਰਾ, ਥਿਤੀ ਵਾਰੀ ਮਾਉ ਹੋਆ, ਸੂਰਜ ਕੁਰ ਤਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦੀ ਪਕਵਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਇ ਕਾਉ, ਸਹਸ ਮੂਰਤ ਨਨਾਇਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧਿ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹਿ ਆਹੇ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰਕਾ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋਧ ਨਗਰ ਕੋ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾ ਉਤ ਪੁਨ ਵੱਡਾ ਹੈ। ਰਹਾਉ ਸਾਖਤ ਹਰ ਸਾਧ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਹੈ ਦੁਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ, ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਕਰੋ ਬਿਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਉਸਨ ਸੁਹੇਲਾ। ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ। ਇਹੋ ਰਸ ਅਕਤ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨਹਿ ਵਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਬਾਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ। ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਮੁਖ ਕਰ ਸੰਤਨ ਕੀ ਤੂਰੇ, ਅੰਤਰ ਜਾਮੀ ਪੁਰਖ ਵਿਧਾਤੇ। ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਕਰਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਕਰਕੇ ਬੋਲੋ ਜੀ।
ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਜੀਓ, ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਹਜੂਰ 16 ਸਾਹਿਬ ਦੀ ਬਾਣੀ ਦੇ ਪਾਠ ਕੀਤੇ ਗਏ, ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਕੀਤੀ ਗਈ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਆਪ ਜੀ ਦੇ ਸੁਖ ਆਸਨ ਤਿਆਰ ਹਨ, ਸੁਖ ਆਸਨਾਂ ਤੇ ਬਿਰਾਜਮਾਨ ਹੋਵੋ ਜੀ। ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਤਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ, ਸੋ ਖਾਨ ਪਾਲਿਆ। ਲੈ ਗੁਰਮੁਖ ਲਾਵਾਂ, ਗੁਰਮੁਖ ਲਾਵਾਂ। ਗੁਰ ਸਿੱਖਾਂ ਕੀ ਕਾਲ ਖਾਏ ਪਈ। ਜਿਨ ਹਰ ਨਾਮ ਤੇ ਆਵਾਂ, ਨਾਮ ਤੇ ਆਵਾਂ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾ। ਪੂਜ ਕਰਾਵਾਂ ਵਿਸਰ ਨਾਹੀ, ਦਾਤਾਰ ਵਿਸਰ ਨਾਹੀ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਨਾਨਕ ਚਾਹੇ ਹੋ, ਨਾਨਕ ਚਾਹੇ। ਵਾਹਿਗੁਰੂ 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 ਵਾਹਿਗੁਰੂ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਾਰੀ ਮਹੱਲਾ ਪਹਿਲਾ। ਤਾਰਾ ਚੜਿਆ ਲੰਮਾ, ਕਿਉ ਨਦਰ ਨਿਹਾਲਿਆ ਰਾਮ। ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ। ਗੁਰ ਸ਼ਬਦ ਦਿਖਾਲਿਆ, ਸੱਚ ਸਮਾਲਿਆ। ਐਨਸ ਦੇਖ ਵਿਚਾਰਿਆ, ਸਾਵਤ ਪੰਚ ਰਹੇ ਘਰ ਜਾਣਿਆ। ਕਾਮ ਕ੍ਰੋਧ ਵਿਖ ਮਾਰਿਆ, ਅੰਤਰ ਜੋਤ ਪਈ ਗੁਰ ਸਾਖੀ। ਚੀਨੇ ਰਾਮ ਕਰਮਾ, ਨਾਨਕ ਹਉ ਮੈਂ ਮਾਰ ਪਤੀਣੇ। ਤਾਰਾ ਚੜਿਆ ਲੰਮਾ, ਗੁਰਮੁਖ ਜਾਗ ਰਹੇ। ਚੂਕੀ ਅਬਮਾਨੀ ਰਾਮ, ਅਨ ਦਿਨ ਭੋਰ ਪਿਆ। ਸਾਚ ਸਮਾਨੀ ਰਾਮ, ਸਾਚ ਸਮਾਨੀ। ਗੁਰਮੁਖ ਮਨ ਪਾਨੀ, ਗੁਰਮੁਖ ਸਾਵਤ ਜਾਗੇ। ਸਾਚ ਨਾਮ ਅੰਮ੍ਰਿਤ ਗੁਰ ਦੀਆ, ਹਰ ਚਰਨੀ ਲਿਵ ਲਾਗੇ। ਪ੍ਰਗਟੀ ਜੋਤ, ਜੋਤ ਮਹਿ ਜਾਤਾ। ਮਨ ਮੁਖ ਪਰਮ ਭੁਲਾਣੀ। ਨਾਨਕ ਭੋਰ ਪਿਆ ਮਨ ਮਾਨਿਆ। ਜਾਗਤ ਰਹਿਣ ਬਿਹਾਣੀ। ਔਗਣ ਵਿਸਰਿਆ, ਗੁਣੀ ਕਰ ਕੀ ਆਰਾਮ। ਏਕੋ ਰਬ ਰਹਿਆ, ਅਵਰ ਨਾ ਬੀਆ ਰਾਮ। ਰਬ ਰਹਿਆ ਸੋਈ, ਅਵਰ ਨਾ ਕੋਈ। ਮਨ ਹੀ ਤੇ ਮਨ ਮਾਨਿਆ। ਜਿਨ ਜਲ ਥਲ ਤ੍ਰਿਭਵਨ ਕਾਟ ਕਾਟ ਥਾਪਿਆ। ਸੋ ਪ੍ਰਭ ਗੁਰਮੁਖ ਜਾਣਿਆ। ਕਰਨ ਕਾਰਨ ਸਮਰੱਥ ਅਪਾਰਾ। ਤ੍ਰਿਵਿਧ ਮੇਟ ਸਮਾਈ। ਨਾਨਕ ਅਵਗਣ ਗੁਣ ਸਮਾਣੇ।
ਐਸੀ ਗੁਰਮਤ ਪਾਈ। ਆਵਣ ਜਾਣ ਰਹੇ ਚੂਕਾ ਭੋਲਾ ਰਾਮ, ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ। ਹਉਮੈ ਗੁਰ ਖੋਈ ਪ੍ਰਗਟ ਹੋਈ, ਚੂਕੇ ਸੋਗ ਸੰਤਾਪੇ। ਜੋਤੀ ਅੰਦਰ ਜੋਤ ਸਮਾਣੀ, ਆਪ ਪਛਾਤਾ ਆਪੇ। ਪੀੜੇ ਘਰ ਸ਼ਬਦ ਪਤੀਣੀ, ਸੋਹਰੜੇ ਪਰ ਪਾਣੀ। ਨਾਨਕ ਸਤਿਗੁਰ ਮੇਲ ਮਿਲਾਈ, ਚੂਕੀ ਕਾਣ ਲੁਕਾਣੀ। ਤੁਖਾਰੀ ਮਹੱਲਾ ਪਹਿਲਾ। ਭੋਲਾ ਵੜੇ ਭੁਲੀ ਪੁਲ ਪੁਲ ਪਛੋਤਾਣੀ। ਫਿਰ ਛੋੜੜੀ ਸੋਤੀ ਪਰ ਕੀ ਸਾਰ ਨ ਜਾਣੀ। ਫਿਰ ਛੋੜੀ ਸੋਤੀ ਅਵਗੁਣ ਮੋਤੀ, ਤਿਸ ਤਨ ਵੇਦਣ ਰਾਤੇ। ਕਾਮ ਕ੍ਰੋਧ ਅਹੰਕਾਰ ਵਿਗੋਤੀ, ਹਉਮੈ ਲਗੀ ਤਾਤੇ। ਉਡਰ ਹੰਸ ਚਲਿਆ ਫਰਮਾਇਆ, ਭਸਮੇ ਭਸਮ ਸਮਾਣੀ। ਨਾਨਕ ਸੱਚੇ ਨਾਮ ਬਿਹੋਣੀ, ਪੁਲ ਪੁਲ ਪਛੋਤਾਣੀ। ਸੁਣ ਨਾ ਪਿਆਰੇ ਇਕ ਬੇਨੰਤੀ ਮੇਰੀ, ਤੂੰ ਨਿਜ ਕਰ ਵਸਿਆੜਾ। ਹਉ ਭਸਮੇ ਟੇਰੀ। ਬਿਨ ਆਪਣੇ ਨਾਹੇ ਕੋਇ ਨ ਚਾਹੇ, ਕਿਆ ਕਹੀਏ ਕਿਆ ਕੀਜੈ। ਅੰਮ੍ਰਿਤ ਨਾਮ ਰਸਨ ਰਸ ਰਸਨਾ, ਗੁਰ ਸਬਦੀ ਰਸ ਪੀਜੈ। ਵਿਣ ਨਾਵੇਂ ਕੋ ਸੰਗ ਨ ਸਾਥੀ, ਆਵੈ ਜਾਏ ਕਨੇਰੀ। ਨਾਨਕ ਲਾਹਾ ਲੈ ਘਰ ਜਾਈਐ, ਸਾਚੀ ਸੱਚ ਮਤ ਤੇਰੀ। ਸਾਜਨ ਦੇਸ ਵਿਦੇਸੀ ਅੜੀਏ ਵਿਦੇਸੜੀਏ, ਸਾ ਨੇਹੜੇ ਦੇਂਦੀ। ਸਾਰ ਸੰਭਾਲੇ ਤਿਨ ਸੱਜਣਾ, ਮੁੰਦ ਨੈਣ ਪਰੇਂਦੀ। ਮੁੰਦ ਨੈਣ ਪਰੇਂਦੀ ਗੁਣ ਸਾਰੇਂਦੀ, ਕਿਉ ਪ੍ਰਭ ਮਿਲਾ ਪਿਆਰੇ। ਮਾਰਗ ਪੰਥ ਨ ਜਾਣੋ ਵਿਕੜਾ, ਕਿਉ ਪਾਈਐ ਫਿਰ ਪਾਰੇ। ਸਤਿਗੁਰ ਸਬਦੀ ਮਿਲੈ ਵਿਛੋਨੀ, ਤਨ ਮਨ ਆਗੇ ਰਾਖੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਮਿਲ ਪ੍ਰੀਤਮ ਰਸ ਚਾਖੇ। ਮਹਿਲ ਬੁਲਾਈੜੀਏ ਬਿਰਮ ਨਾ ਕੀਜੈ, ਅਨ ਦਿਨ ਰਤੜੀਏ ਸਹਿਜ ਮਿਲੀਜੈ। ਸੁਖ ਸਹਿਜ ਮਿਲੀਜੈ ਰੋਸ ਨਾ ਕੀਜੈ, ਗਰਭ ਨਿਵਾਰ ਸਮਾਣੀ। ਸਾਚੇ ਰਾਤੀ ਮਿਲੈ ਮਿਲਾਈ, ਮਨ ਮੁਖ ਆਵਣ ਜਾਣੀ। ਜਬ ਨਾਚੀ ਤਬ ਘੂੰਗਟ ਕੈਸਾ, ਮਟਕੀ ਫੋੜ ਨਿਰਾਰੀ। ਨਾਨਕ ਆਪੇ ਆਪ ਪਛਾਣੈ, ਗੁਰਮੁਖ ਤਤ ਵਿਚਾਰੀ। ਤੁਖਾਰੀ ਮਹੱਲਾ ਪਹਿਲਾ। ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ, ਗੁਰ ਅਲਖ ਲਖਾਇਆ ਅਵਰ ਨ ਦੂਜਾ ਪਾਲੇ। ਗੁਰ ਅਲਖ ਲਖਾਇਆ ਜਾ ਤਿਸ ਪਾਇਆ, ਜਾ ਪ੍ਰਭ ਕਿਰਪਾ ਧਾਰੀ। ਜਗ ਜੀਵਨ ਦਾਤਾ ਪੁਰਖ ਵਿਧਾਤਾ, ਸਹਿਜ ਮਿਲੇ ਬਨਵਾਰੀ। ਨਦਰ ਕਰੈ ਤੂੰ ਤਾਰੇ ਤਰੀਐ, ਸਚ ਦੇਵੋ ਦੀਨ ਦਿਆਲਾ। ਪ੍ਰਣਵਤ ਨਾਨਕ ਦਾਸਨ ਦਾਸਾ, ਤੂੰ ਸਰਬ ਜੀਆ ਪ੍ਰਤਪਾਲਾ। ਭਰਪੂਰ ਤਾਰ ਰਹੇ ਅਤ ਪਿਆਰੇ, ਸਭ ਦੇ ਰਵ ਰਹਿਆ ਗੁਰ ਰੂਪ ਮੁਰਾਰੇ। ਗੁਰ ਰੂਪ ਮੁਰਾਰੇ ਤ੍ਰਿਪਵਨ ਤਾਰੇ, ਤਾਂ ਕਾ ਅੰਤ ਨ ਪਾਇਆ। ਰੰਗੀ ਜਿਨਸੀ ਜੰਤ ਉਪਾਏ, ਨਿਤ ਦੇਵੇ ਚੜੇ ਸਵਾਇਆ। ਅਪਰੰਪਰ ਆਪੇ ਥਾਪੋ ਥਾਪੇ, ਤਿਸ ਪਾਵੇ ਸੋ ਹੋਵੈ। ਨਾਨਕ ਹੀਰਾ ਹੀਰੇ ਬੇਦਿਆ, ਗੁਣ ਕੈ ਹਾਰ ਪਰੋਵੈ। ਗੁਣ ਗੁਣੈ ਸਮਾਣੇ ਮਸਤਕ ਨਾਮ ਨਿਸਾਣੋ। ਸਚ ਸਾਚ ਸਮਾਇਆ ਚੂਕਾ ਆਵਣ ਜਾਣੋ। ਸਚ ਸਾਚ ਪਛਾਤਾ ਸਾਚੇ ਰਾਤਾ, ਸਾਚ ਮਿਲੈ ਮਨ ਭਾਵੈ। ਸਾਚੇ ਉਪਰ ਅਵਰ ਨ ਦੀਸੈ, ਸਾਚੇ ਸਾਚ ਸਮਾਵੈ। ਮੋਹਨ ਮੋਹ ਲਿਆ ਮਨ ਮੇਰਾ, ਬੰਧਨ ਖੋਲ ਨਿਰਾਰੇ। ਨਾਨਕ ਜੋਤੀ ਜੋਤ ਸਮਾਣੀ, ਜਾ ਮਿਲਿਆ ਅਤ ਪਿਆਰੇ। ਸਾਚੇ ਘਰ ਖੋਜ ਲਹੇ ਸਾਚਾ ਗੁਰ ਥਾਨੋ। ਮਨ ਮੁਖ ਨਹਿ ਪਾਈਐ ਗੁਰਮੁਖ ਗਿਆਨੋ।
ਦੇਵੇ ਸਚ ਦਾਨੋ ਸੋ ਪਰਵਾਨੋ ਸਦ ਦਾਤਾ ਵਡਦਾਣਾ ਅਮਰ ਜੋਨੀ ਅਸਥਿਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾਪਤ ਲੇਖ ਨ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚੇ ਰਾਚਾ ਗੁਰਮੁਖ ਤਰੀਐ ਤਾਰੀ ਤੂੰ ਖਾਰੀ ਮਹੱਲਾ ਪਹਿਲਾ। ਏ ਮਨ ਮੇਰਿਆ ਤੂੰ ਸਮਝ ਅਚੇਤ ਆਣਿਆ RAM ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ RAM ਬਹੁ ਸਾਧ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮੇਲਾ ਕਿਉਂ ਦੋਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਥ ਦੁਹੇਲਾ ਮਨ RAM ਨਹੀਂ ਜਾਤਾ ਸਾਜ ਪ੍ਰਪਾਤਾ ਅਬ ਕਟ ਰੁੱਧਾ ਕਿਆ ਕਰੇ ਬੰਧਨ ਬਾਂਧਿਆ ਇਨ ਬਿਦ ਛੂਟੈ ਗੁਰਮੁਖ ਸੇਵੈ ਨਰ ਹਰੇ ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ RAM ਏ ਮਨ ਮੇਰਿਆ ਹਰ ਸੇਵੋ ਪੁਰਖ ਨਿਰਾਲਾ RAM ਹਰ ਸਿਮਰ ਏਕ ਓੰਕਾਰ ਸਾਚਾ ਸਭ ਜਗਤ ਜਿਨ ਉਪਾਇਆ ਪੌਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ ਸਖਾ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰਿਆ ਤੂੰ ਥਿਰ ਰਹੋ ਚੋਟ ਨਾ ਖਾਵਹੀ RAM ਏ ਮਨ ਮੇਰਿਆ ਗੁਣ ਗਾਵਹਿ ਸਹਿਜ ਸਮਾਵਹੀ RAM ਗੁਣ ਗਾਏ RAM ਰਸਾਏ ਰਸੀਐ ਗੁਰ ਗਿਆਨ ਅੰਜਨ ਸਾਰੇ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਜ ਦੂਤ ਸੰਗਾਰੇ ਪੈ ਕਾਟ ਨਿਰਭਉ ਤਰੈ ਦੁਤਰ ਗੁਰ ਮਿਲੈ ਕਾਰਜ ਸਾਰੇ ਰੂਪ ਰੰਗ ਪਿਆਰ ਹਰਿ ਸਿਉ ਹਰ ਆਪ ਕਿਰਪਾ ਤਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ RAM ਏ ਮਨ ਮੇਰਿਆ ਤਾਂ ਛੁੱਟ ਸੀ ਜਾਂ ਭਰਮ ਚੁਕਾਏ ਸੀ RAM ਤਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਣੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਕਰ ਸਚ ਜਾਣੈ ਪਤ ਨਾਮ ਪਾਵੈ ਕਰ ਸਿਧਾਵੈ ਚੋਲ ਅੰਮ੍ਰਿਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਵਡ ਭਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ੍ਹੇ RAM ਏ ਮਨ ਮੇਰਿਆ ਬਿਨ ਬੇੜੀ ਪਾਰ ਨਾ ਅੰਬੜੈ RAM ਪਾਰ ਸਾਜਨਾ ਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮਿਲ ਸਾਧ ਸੰਗਤ ਕਰੈ ਰਲਿਆ ਫਿਰ ਨਾ ਪਛੋਤਾਵੈ ਕਰ ਦਇਆ ਦਾਨ ਦਿਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪਾਇਮ ਪੈ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਛੰਤ ਮਹਲਾ ਚੌਥਾ। ਮਹਲਾ ਪੰਜਵਾਂ ਰਸਨਾ RAM RAM ਬਖਾਨ ਗੁਣ ਗੋਪਾਲ ਉਚਾਰ ਦਿਨ ਰਹਿਣ ਭਈ ਕਲਮਲ ਹਾਨ ਰਹਾਉ ਤਿਆਗ ਚਰਨਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਥਨ ਮੂਦ ਰੰਤ ਆਸਾ ਝੂਠ ਸਰ ਪਰਮਾਨ ਸਤਿਪੁਰਖ ਕਾਲ ਮੂਦ ਹਿਰਦੇ ਧਰੋ ਧਿਆਨ ਨਾਮ ਦਾਨ ਲਾਭ ਨਾਨਕ ਬਸਤੇ ਪਰਵਾਨ ਕੇਦਾਰਾ ਮਹੱਲਾ ਪੰਜਵਾ। ਹਰਿ ਕੀ ਨਾਮ ਕੀ ਆਧਾਰ ਕਲ ਕ੍ਰਿਹ ਨ ਕੁਛ ਵਿਆਪੀ ਸੰਗ ਸੰਗ ਵਿਵਹਾਰ ਹਉ ਕਰ ਅਨਗ੍ਰਹ ਆਪ ਰਖਿਉ ਨ ਉਪਜਤ ਵਿਕਾਰੂ ਜਿਸ ਪ੍ਰਾਪਤ ਹੋਈ ਸਿਮਰੈ ਤਿਸ ਦਹਿਤ ਨਾ ਸੰਸਾਰੂ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚੰਨ ਅੰਮ੍ਰਿਤ ਸਾਰੂ ਨਾਨਕ ਦਾਸ ਸਨਾਗਤੀ ਤੇਰੇ ਸੰਤਨਾ ਕੀ ਸ਼ਾਰੂ ਕੇ ਦਾਰਾ ਮਹੱਲਾ ਪੰਜਵਾਂ। ਹਰਿ ਕੀ ਨਾਮ ਬਿਨ ਤ੍ਰਿਗ ਸਰੂਤ ਜੀਵਨ ਰੂਪ ਸਾਰ ਜੀਵੈ ਤਹ ਕਦ ਜੀਵਨ ਹੋਤ ਰਹਾਉ
ਖਾਤ ਪੀਤ ਅਨੇਕ ਵਿੰਜਨ ਜੈਸੀ ਭਾਰ ਬਾਹਕ ਪੂਤ 8 ਪਹਿਰ ਮਹਾ ਸਰਮ ਪਾਇਆ ਜੈਸੀ ਬ੍ਰਿਖ ਜੰਤੀ ਜੋਤ ਤਾਜ ਕਪਾਲ ਜੀ ਆਨ ਲਾਗੈ ਸੇ ਬਹੁ ਪ੍ਰਕਾਰੀ ਰੂਤ ਕਰ ਜੂਰ ਨਾਨਕ ਦਾਨ ਮੰਗੈ ਹਾ ਰਖੋ ਕੰਠ ਪਰੂਤ ਕੇਦਾਰਾ ਮਹੱਲਾ ਪੰਜਵਾ ਸੰਤ ਧੂਰਲਾ ਮੁਖ ਮਲੀ ਗੁਣ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪੈ ਕਲੀ ਰਹਉ ਗੁਰ ਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹਲੀ ਪ੍ਰਭ ਏਕ ਅਨੇਕ ਸਰਬਤ ਪੂਰਨ ਬਿਖੇ ਅਗਨ ਨਾ ਜਲੀ ਗੈ ਪੂਜਾ ਲੀਨੋ ਦਾਸ ਆਪਣੇ ਜੋਤ ਜੋਤੀ ਰਲੀ ਪਰਬ ਸਰਨ ਸਰਨ ਪ੍ਰਭ ਚਰਨ ਸਰਨ ਅਨਾਥ ਆਯੂ ਨਾਨਕ ਹਰ ਸੰਗ ਚਲੀ ਕੇਦਾਰਾ ਮਹੱਲਾ ਪੰਜਵਾ ਹਰਿ ਕੀ ਨਾਮ ਕੀ ਮਨ ਰੁਚੈ ਪੂਰ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ ਰਹਉ ਸੰਤ ਮਾਰਗ ਚਲਤ ਪ੍ਰਾਣੀ ਪਤਤ ਉਦਰੈ ਮੁਚੈ ਅਰੇਣ ਜਨ ਕੀ ਲੱਗੀ ਮਸਤਕ ਅਨੇਕ ਤੀਰਥ ਸੁਚੈ ਚਰਨ ਕਮਲ ਧਿਆਨ ਭੀਤਰ ਘਟ ਘਟੀ ਸੁਆਮੀ ਸੁਜੈ ਸਰਨ ਦੀਪ ਪਾਰ ਨਾਨਕ ਬਹੁਰ ਜਮ ਨੀ ਲੁਜੈ ਕੇਦਾਰਾ ਸ਼ਾਂਤ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਿਹਾ ਸਰਬਤਰ ਮੈਂ ਸੋ ਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰਿ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘਟ ਘਟ ਨਦਰ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਪੰਨੇ ਕਾਲਿਆ ਹਰ ਗੁਣ ਨਿਤ ਗਾਈ ਸਹਿਜ ਸੁਭਾਈ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਣ ਆਈ ਤੂੰ ਪੂਰਨ ਪੁਰਖ ਵਿਧਾਤਾ ਹਰ ਪ੍ਰੇਮ ਭਗਤ ਜਨ ਬੀਦਿਆ ਸੇ ਆਨ ਕਤ ਜਾਹੀ ਮੀਨ ਬਿਸ਼ੂਹਾ ਨਾ ਸਹੀ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀਐ ਦੂਖ ਕਿਨ ਸਹੀਐ ਚਾਤ੍ਰਿਕ ਬੂੰਦ ਪਿਆਸਿਆ ਕਬ ਰੇਨ ਬਿਹਾਵੈ ਚਕਮੀ ਸੁਖ ਪਾਵੈ ਸੂਰਜ ਕਿਰਨ ਪ੍ਰਗਾਸਿਆ ਹਰ ਦਰਸ ਮਨ ਲਾਗਾ ਦਿਨ ਸੁਭਾਗਾ ਆਂਦਨ ਹਰ ਗੁਣ ਗਾਹੀ ਨਾਨਕ ਦਾਸ ਕਹੀ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ਦਰਸ ਬਿਹੂ ਨਾ ਸਾਧ ਜਨ ਖਿਨ ਡਿਗਣ ਨਾ ਪਾਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੀਦਿਆ ਹਰ ਰਸਕ ਬਰਾਗੀ ਨਾਮ ਲਿਵ ਲਾਗੀ ਕਤੋ ਨਾ ਜਾਈ ਨਖੀਦਿਆ ਹਰ ਸਿਉ ਜਾਈ ਮਿਲਣ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾ ਮਾਵੈ ਹੋ ਕਿਰਪਾਲ ਨਾਨਕੀ ਸੁਆਮੀ ਹਰ ਚਰਨੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੈ ਹਰ ਕਰੁਣਾ ਧਾਰੀ ਨਿਰਗੁਣ ਨੀਚ ਅਜਾਨਾਥ ਮੈਂ ਨਾਹੀ ਦੋਖ ਵਿਚਾਰੇ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨਿਆ ਭਗਤ ਬਚਲ ਸੁਨ ਅੰਚਲੋ ਗੇਹ ਘਟ ਘਟ ਪੂਰ ਸਮਾਨਿਆ